ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੱਖ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਸ਼ਬਦੀਸ਼ ਜੀ ਚੰਡੀਗੜ੍ਹ ਤੋਂ ਤੇ ਅਜੀਤ ਜੀ ਕੈਲਗਰੀ ਤੋਂ। ਸਵਾਗਤ ਹੈ ਜੀ ਤੁਹਾਡਾ ਪੱਖ ਦੀਆਂ ਖਬਰਾਂ ਵਿੱਚ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਨਾਲ ਹੀ ਮੇਰੇ ਨਾਲ ਜੁੜ ਚੁੱਕੇ ਨੇ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ। ਸੀਪੀ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਪੱਖ ਦੀਆਂ ਖਬਰਾਂ ਦੇ ਵਿੱਚ ਚੱਕਦੇ ਟੀਵੀ ਦੇ ਉੱਪਰ ਅਸੀਂ ਹਮੇਸ਼ਾ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਸਿਆਸੀ ਤੌਰ 'ਤੇ ਜਾਂ ਸਮਾਜਿਕ ਤੌਰ 'ਤੇ ਕੋਈ ਵੀ ਗਤੀਵਿਧੀ ਹੋ ਰਹੀ ਹੁੰਦੀ ਆ ਉਹਦੇ ਉੱਪਰ ਅਗਰ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੁੰਦੀ ਆ ਤਾਂ ਅਸੀਂ ਵਿਚਾਰ ਚਰਚਾ ਜ਼ਰੂਰ ਕਰਦੇ ਹਾਂ। ਅੱਜ ਜਿਹੜੀ ਪੰਜਾਬ ਤੋਂ ਖਬਰ ਆ ਰਹੀ ਹੈ ਜਿਹਦੇ ਉੱਪਰ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਹ ਖਬਰ ਆ ਰਹੀ ਹੈ 2017 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਟ੍ਰੇਡ ਟਰਾਂਸਪੋਰਟ ਤੇ ਇੰਡਸਟਰੀ ਦਾ ਮੈਨੀਫੈਸਟੋ ਜਿਹੜਾ ਉਹ ਜਾਰੀ ਕਰ ਦਿੱਤਾ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਕਿ ਉਹ ਯੂਥ ਵਾਸਤੇ ਵੱਖਰਾ ਮੈਨੀਫੈਸਟੋ ਉਹਨਾਂ ਨੇ ਲੈ ਕੇ ਆਂਦਾ ਸੀਗਾ। ਪੰਜਾਬ ਦੇ ਕਿਸਾਨਾਂ ਵਾਸਤੇ ਵੱਖਰਾ ਮੈਨੀਫੈਸਟੋ ਉਹਨਾਂ ਨੇ ਲੈ ਕੇ ਆਂਦਾ ਸੀ। ਇਸੇ ਤਰੀਕੇ ਦੇ ਨਾਲ ਹੁਣ ਉਹਨਾਂ ਨੇ ਟ੍ਰੇਡ ਟਰਾਂਸਪੋਰਟ ਤੇ ਇੰਡਸਟਰੀ ਵਾਸਤੇ ਇੱਕ ਵੱਖਰਾ ਮੈਨੀਫੈਸਟੋ ਲੈ ਕੇ ਆਂਦਾ। ਉਸ ਮੈਨੀਫੈਸਟੋ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਜਿਹੜਾ ਹੈ ਉਹ ਰਿਲੀਜ਼ ਕੀਤਾ। ਇਹ ਮੈਨੀਫੈਸਟੋ ਜੋ ਆਮ ਆਦਮੀ ਪਾਰਟੀ ਵੱਲੋਂ ਰਿਲੀਜ਼ ਕੀਤਾ ਗਿਆ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ 7 ਰਾਊਂਡ ਜਿਹੜੇ ਨੇ 7 ਵਾਰ ਜਿਹੜੀ ਵਾਰਤਾਲਾਪ ਕੀਤੀ ਗਈ ਆ ਪੰਜਾਬ ਦੇ ਵੱਖ-ਵੱਖ ਇੰਡਸਟਰੀਅਲ ਗਰੁੱਪਾਂ ਦੇ ਨਾਲ, ਚਾਹੇ ਉਹ ਲੁਧਿਆਣੇ ਦੇ ਹੋਣ, ਚਾਹੇ ਉਹ ਮੰਡੀ ਗੋਬਿੰਦਗੜ੍ਹ ਤੋਂ ਹੋਣ, ਚਾਹੇ ਉਹ ਬਟਾਲੇ ਤੋਂ ਹੋਣ ਜਾਂ ਜਲੰਧਰ ਤੋਂ ਹੋਣ। ਉਹਨਾਂ ਇੰਡਸਟਰੀਅਲ ਐਸੋਸੀਏਸ਼ਨਸ ਤੇ ਇੰਡਸਟਰੀ ਗਰੁੱਪਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਦਾਅਵਾ ਹੈ ਕਿ ਇਹ ਮੈਨੀਫੈਸਟੋ ਜਿਹੜਾ ਉਹ ਤਿਆਰ ਕੀਤਾ ਗਿਆ। ਇਸ ਮੈਨੀਫੈਸਟੋ ਦੇ ਕੁਛ ਇੱਕ ਪਹਿਲੂਆਂ ਦੇ ਉੱਪਰ ਆਪਾਂ ਅੱਜ ਗੱਲਬਾਤ ਵੀ ਕਰਾਂਗੇ ਤੇ ਇੰਡਸਟਰੀ ਵੱਲੋਂ ਕਿਸ ਤਰੀਕੇ ਦਾ ਰਿਐਕਸ਼ਨ ਆਇਆ ਇਹਦੇ ਉੱਪਰ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਮੇਰੇ ਸਾਥੀ ਪੈਨਲਿਸਟ ਇਸ ਮੈਨੀਫੈਸਟੋ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ। ਜੇ ਮੈਂ ਮੈਨੀਫੈਸਟੋ ਦੀ ਗੱਲ ਕਰਾਂ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹੀ ਨੇ ਜਿਹੜੀਆਂ ਆਮ ਤੌਰ 'ਤੇ ਆਮ ਆਦਮੀ ਪਾਰਟੀ ਜਿਹੜੀਆਂ ਉਹਨਾਂ ਦੀਆਂ ਸਭਾਵਾਂ ਹੁੰਦੀਆਂ ਜਾਂ ਰੈਲੀਆਂ ਹੁੰਦੀਆਂ ਉਹਨਾਂ ਦੇ ਵਿੱਚ ਬੋਲਦੇ ਆਉਂਦੇ ਨੇ। ਵਿਰੋਧਾਭਾਸ ਦੀ ਜਿਹੜੀ ਉਹਨਾਂ ਦੀ ਰਾਜਨੀਤੀ ਹੈਗੀ ਆ, ਕਾਂਗਰਸ ਦੇ ਤੇ ਅਕਾਲੀਆਂ ਦੇ ਖਿਲਾਫ ਜਿਹੜੀ ਇੱਕ ਰਾਜਨੀਤੀ ਉਹ ਕਰਦੇ ਨੇ, ਉਹਦੇ ਵਿੱਚੋਂ ਉਪਜੇ ਹੋਏ ਕੁਝ ਸਵਾਲ ਜਿਹੜੇ ਹੈਗੇ ਨੇ ਉਹਦੇ ਉੱਪਰ ਇਸ ਮੈਨੀਫੈਸਟੋ ਵਿੱਚ ਵੀ ਆਪਾਂ ਦੇਖ ਸਕਦੇ ਹਾਂ। ਜਿਨ੍ਹਾਂ ਵਿੱਚੋਂ ਆਪਾਂ ਜੇ ਸ਼ੁਰੂਆਤ ਕਰੀਏ ਤਾਂ ਆਮ ਆਦਮੀ ਪਾਰਟੀ ਇਸ ਮੈਨੀਫੈਸਟੋ ਵਿੱਚ ਕਹਿੰਦੀ ਹੈ ਕਿ ਰੇਡ ਰਾਜ ਦਾ ਅੰਤ ਕੀਤਾ ਜਾਵੇਗਾ। ਜਿਹੜੀ ਸਰਕਾਰੀ ਤੌਰ 'ਤੇ ਅਚਾਨਕ ਰੇਡ ਕੀਤੀ ਜਾਂਦੀ ਹੈ ਉਹਨੂੰ ਸਰਜੀਕਲ ਸਟਰਾਈਕਸ ਦਾ ਵੀ ਨਾਮ ਦਿੱਤਾ ਉਹਨਾਂ ਨੇ ਕਿ ਇਹਦਾ ਅੰਤ ਕੀਤਾ ਜਾਵੇਗਾ। ਜਿਹੜੀ ਇੰਡਸਟਰੀਸਟਾਂ ਦੇ ਉੱਪਰ ਜਿਹੜੀ ਅਚਾਨਕ ਰੇਡ ਕਰਨ ਦਾ ਜਿਹੜਾ ਹੈਗਾ ਉਸ ਚੀਜ਼ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇਗਾ। ਗੁੰਡਾ ਟੈਕਸ ਉਹਨਾਂ ਨੇ ਇੱਕ ਕਿਹਾ ਕਿ ਜਿਹੜੇ ਅਕਾਲੀ ਬੀਜੇਪੀ ਕਾਂਗਰਸ ਦੇ ਜਿਹੜੇ ਪਾਵਰਫੁਲ ਲੋਕ ਹੈਗੇ ਆ, ਜਿਹੜੇ ਉਹ ਇੰਡਸਟਰੀਸਟਾਂ ਤੋਂ ਜਾਂ ਹੋਰ ਕਾਰੋਬਾਰੀਆਂ ਤੋਂ ਟੈਕਸ, ਜਿਹਨੂੰ ਉਹਨਾਂ ਨੇ ਟੈਕਸ ਕਿਹਾ ਪਰ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਡੋਨੇਸ਼ਨ ਦੇ ਰੂਪ ਦੇ ਵਿੱਚ ਜਾਂ ਵੈਸੇ ਉਗਰਾਹੀ ਕਰਦੇ ਰਹਿੰਦੇ ਹਨ, ਉਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਬੰਦ ਕਰਾਂਗੇ। ਸੈਂਡ ਐਂਡ ਗ੍ਰੈਵਲ ਮਾਫੀਏ ਦਾ ਕਹਿੰਦੇ ਕਿ ਅੰਤ ਕਰ ਦਾਂਗੇ, ਜਿਹੜਾ ਕਿ ਪੰਜਾਬ ਦੇ ਵਿੱਚ ਬਜਰੀ ਤੇ ਰੇਤਾ ਦਾ ਮਾਫੀਆ, ਜਿਹਦੇ ਉੱਪਰ ਅਕਸਰ ਇਲਜ਼ਾਮ ਲੱਗਦਾ ਕਿ ਸੁਖਬੀਰ ਬਾਦਲ ਜਾਂ ਉਹਦੀ ਜਿਹੜੀ ਟੀਮ ਹੈਗੀ ਆ, ਬਾਦਲ ਅਕਾਲੀ ਦਲ ਦੀ ਟੀਮ ਹੈਗੀ ਆ, ਉਹ ਇਹਦੇ ਉੱਪਰ ਕਾਬਜ਼ ਨੇ। ਇਹਨੂੰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਮਾਫੀਆ ਹੈ ਉਹਦਾ ਅੰਤ ਕਰਾਂਗੇ ਤੇ ਨੌਜਵਾਨਾਂ ਨੂੰ ਲਾਇਸੈਂਸ ਦੇ ਕੇ ਇਹ ਜਿਹੜਾ ਕਾਰੋਬਾਰ ਹੈ ਉਹਦੇ ਵਿੱਚ ਇਨਵੋਲਵ ਕਰਾਵਾਂਗੇ। ਅਗਲੀ ਜੇ ਆਪਾਂ ਗੱਲ ਕਰੀਏ ਤਾਂ ਸ਼ਰਾਬ ਦੀ ਗੱਲ ਇੱਦਾਂ ਹੋ ਨਹੀਂ ਸਕਦਾ ਕਿਤੇ 'ਚ ਨਾ ਹੋਵੇ। ਸ਼ਰਾਬ ਮਾਫੀਆ ਦੀ ਵੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸ਼ਰਾਬ ਮਾਫੀਆ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਇੱਕ ਗਰੁੱਪ ਬਣਾ ਕੇ ਕੰਮ ਕਰਦਾ, ਇਹਨੂੰ ਡਿਸਮੈਂਟਲ ਕੀਤਾ ਜਾਊਗਾ, ਇਸ ਗਰੁੱਪ ਨੂੰ ਤੋੜ ਦਿੱਤਾ ਜਾਊਗਾ ਤੇ ਸ਼ਰਾਬ ਦੇ ਜਿਹੜੇ ਠੇਕਿਆਂ ਦੀ ਕਾਰਵਾਈ ਹੈਗੀ ਆ ਉਹਨੂੰ ਟਰਾਂਸਪੇਰੈਂਟ ਕਰਕੇ ਪੰਜਾਬ ਦੇ ਲੋਕਾਂ ਨੂੰ, ਜਿਹੜੇ ਹੋਰ ਲੋਕ ਨੇ, ਇਕੁਅਲ ਓਪਰਚੁਨਿਟੀ ਕਰਕੇ ਜਿਹੜੇ ਬਰਾਬਰ ਦਾ ਹੱਕ ਦਿੱਤਾ ਜਾਊਗਾ ਸਾਰਿਆਂ ਨੂੰ ਕਿ ਉਹ ਇਹਦੇ ਵਿੱਚ ਇਸ ਕਾਰੋਬਾਰ ਦੇ ਵਿੱਚ ਆ ਕੇ ਕੰਮ ਕਰ ਸਕਣ। ਵੈਟ ਟੈਕਸ ਦੀ ਗੱਲ ਕੀਤੀ ਗਈ ਹੈ ਕਿ ਵੈਟ ਟੈਕਸ ਜਿਹੜਾ ਘਟਾ ਦਿੱਤਾ ਜਾਊਗਾ ਤੇ ਜਿਹੜੇ ਪਿਛਲੇ 2 ਸਾਲਾਂ ਤੋਂ ਰਿਫੰਡ ਹੈਗੇ ਆ ਵੈਟ ਟੈਕਸ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਉਹਨਾਂ ਦਾ ਭੁਗਤਾਨ ਕਰ ਦਿੱਤਾ ਜਾਊਗਾ ਤਾਂ ਕਿ ਇੰਡਸਟਰੀਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦਾ ਪੈਸਾ ਵਾਪਸ ਮਿਲ ਸਕੇ। ਇੰਡਸਟਰੀ ਨੂੰ ਰਿਵਾਈਵ ਕਰਾਉਣ ਵਾਸਤੇ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਦੀ ਅਸੀਂ ਹਰ ਵਾਰ ਗੱਲ ਕਰਦੇ ਹਾਂ ਕਿ ਉਹ ਕਾਫੀ ਢਹਿੰਦੀ ਕਲਾ ਵੱਲ ਜਾ ਰਹੀ ਹੈ, ਇੰਡਸਟਰੀ ਦਾ ਹਾਲਤ ਖਰਾਬ ਹੈ, ਉਹਨੂੰ ਰਿਵਾਈਵ ਕਰਨ ਵਾਸਤੇ ਉਹ ਕਹਿੰਦੇ ਕਿ ਅਸੀਂ ਕਾਫੀ ਤਰ੍ਹਾਂ ਦੇ ਇਨਸੈਂਟਿਵਸ ਦੇਵਾਂਗੇ ਤਾਂ ਕਿ ਇੰਡਸਟਰੀ ਜਿਹੜੀ ਹੈਗੀ ਆ ਰਿਵਾਈਵ ਕਰ ਸਕੇ। ਜਿਹੜੇ
ਬਿਮਾਰ ਯੂਨਿਟ ਨੇ ਉਹਨਾਂ ਨੂੰ ਰਿਵਾਈਵਲ ਵਾਸਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਇਨਸੈਂਟਿਵ ਦੇਵਾਂਗੇ। ਜੇ ਆਪਾਂ ਉਹਦੇ 'ਚ ਗੱਲ ਕਰੀਏ ਕਿ 2 ਸਾਲ ਦਾ ਇੱਕ ਟੈਕਸ ਹੌਲੀਡੇ ਨਾਮ ਦੀ ਉਹਨਾਂ ਨੇ ਇੱਕ ਪ੍ਰਪੋਜ਼ਲ ਹੈ ਉਹਨਾਂ ਦੀ ਕਿ ਉਹ ਦਿੱਤਾ ਜਾਏਗਾ। ਇਹਦਾ ਇੱਥੋਂ ਇਹ ਸਾਬਤ ਹੁੰਦਾ ਕਿ 2 ਸਾਲ ਤੱਕ ਹੋ ਸਕਦਾ ਜਿਹੜੇ ਸਿੱਖ ਯੂਨਿਟ ਹੋਣਗੇ ਉਹਨਾਂ ਨੂੰ ਟੈਕਸ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ ਜਾਂ ਉਹਨਾਂ ਨੂੰ ਟੈਕਸ ਵਾਲੀ ਟਰਮ ਤੋਂ ਬਾਹਰ ਰੱਖਿਆ ਜਾਵੇਗਾ। ਕਰਪਸ਼ਨ ਫਰੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਮਸ਼ੀਨਰੀ ਹੋਵੇਗੀ ਇੰਡਸਟਰੀ ਦੇ ਉੱਪਰ, ਉਹ ਬਿਲਕੁਲ ਵੀ ਜਿਹੜਾ ਹੈਗਾ ਕਰਪਸ਼ਨ ਨਹੀਂ ਹੋਣ ਦੇਣਗੇ ਤਾਂ ਕਿ ਇੰਡਸਟਰੀਸ ਜਿਹੜੇ ਹੈਗੇ ਵਾਧੂ ਜਿਹੜਾ ਬੋਝ ਉਹਨਾਂ ਦੇ ਉੱਪਰ ਪੈਂਦਾ ਖਰਚੇ ਦਾ ਉਹ ਉਹਦੇ ਤੋਂ ਬਚ ਸਕਣ। ਇਹਦੇ ਨਾਲ ਹੀ ਜੁੜਿਆ ਹੋਇਆ ਕਿ ਜਿਹੜਾ ਇੰਸਪੈਕਟਰ ਰਾਜ ਹੈ, ਕਾਫੀ ਖਿੱਤਿਆਂ ਦੇ ਵਿੱਚੋਂ ਇੰਸਪੈਕਟਰ ਰਾਜ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਅਸੀਂ ਗੱਲ ਕਰਦੇ ਕਿ ਇੰਸਪੈਕਟਰ ਚਲਿਆ ਜਾਂਦਾ, ਇੰਸਪੈਕਸ਼ਨ ਹੁੰਦੀ ਹੈ ਇੰਡਸਟਰੀ ਦੇ ਵਿੱਚ ਤੇ ਉਹ ਦੇ ਲੈ ਕੇ ਅਕਸਰ ਸੁਣਿਆ ਜਾਂਦਾ ਦੇਖਿਆ ਜਾਂਦਾ ਕਿ ਸੈਟਿੰਗ ਕੀਤੀ ਜਾਂਦੀ ਹੈ, ਉਹਦਾ ਅੰਤ ਕਰਨ ਦੀ ਗੱਲ ਕੀਤੀ ਗਈ ਹੈ ਜੀ। ਹੋਰ ਵੀ ਕਾਫੀ ਕੁਝ ਕੀਤੇ ਗਏ ਨੇ ਜਿਵੇਂ ਕਿ ਪੰਜਾਬ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਜਿਹੜਾ ਟੈਕਸ ਦਾ ਜਿਹੜਾ ਰੇਟ ਹੋਵੇਗਾ, ਟੈਕਸ ਦੀ ਪਰਸੈਂਟੇਜ ਹੋਵੇਗੀ, ਉਹ ਸਭ ਤੋਂ ਘੱਟ ਹੋਵੇਗੀ। ਰੇਹੜੀ ਮਾਰਕੀਟ ਤੇ ਫੜੀ ਮਾਰਕੀਟ ਵਾਲਿਆਂ ਨੂੰ ਵੀ ਇਹਦੇ ਵਿੱਚ ਐਡਰੈਸ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਰੇਹੜੀ ਮਾਰਕੀਟ ਤੇ ਫੜੀ ਮਾਰਕੀਟ ਵਾਸਤੇ ਇੱਕ ਖਾਸ ਜਿਹੜੀ ਡੈਡੀਕੇਟਡ ਜਗ੍ਹਾ ਹੈਗੀ ਆ ਉਹਦੀ ਵਿਵਸਥਾ ਕੀਤੀ ਜਾਵੇਗੀ। ਬਿਜਲੀ ਦੇ ਬਿੱਲ ਘਟਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ। ਬਿਜਲੀ ਦੇ ਬਿੱਲ ਘਟਾਉਣ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪ੍ਰਾਈਵੇਟ ਯੂਨਿਟਸ ਤੋਂ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨਿਟ ਲੱਗੇ ਨੇ ਪਾਵਰ ਜਨਰੇਸ਼ਨ ਦੇ, ਉਹਨਾਂ ਦੇ ਕੋਲੋਂ ਜਿਹੜਾ ਪੰਜਾਬ ਇਲੈਕਟ੍ਰੀਸਿਟੀ ਪਰਚੇਜ਼ ਕਰਦਾ, ਉਹਨਾਂ ਨੂੰ ਜਿਹੜੇ ਪੰਜਾਬ ਦੇ ਵਿਰੋਧੀ ਜਾਂ ਪੰਜਾਬ ਨੂੰ ਨੁਕਸਾਨ ਦੇ ਰਹੇ ਨੇ ਯੂਨਿਟ ਜਿਹੜੇ ਬਹੁਤ ਮਹਿੰਗੀ ਇਲੈਕਟ੍ਰੀਸਿਟੀ ਪੰਜਾਬ ਨੂੰ ਦਿੰਦੇ ਨੇ, ਉਹਨਾਂ ਦੇ ਨਾਲ ਸੰਬੰਧ ਤੋੜ ਲਿਆ ਜਾਵੇਗਾ ਜਾਂ ਦੁਬਾਰਾ ਨੈਗੋਸ਼ੀਏਟ ਕੀਤਾ ਜਾਵੇਗਾ ਤਾਂ ਕਿ ਸਸਤੀ ਬਿਜਲੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਉਪਲਬਧ ਕਰਵਾਈ ਜਾਵੇ, ਖਾਸ ਕਰਕੇ ਕਾਰੋਬਾਰੀਆਂ ਵਾਸਤੇ। ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਕਹੀ ਕਿ ਬਾਦਲਾਂ ਤੋਂ ਬੱਸਾਂ ਦੇ ਜਿਹੜੇ ਪਰਮਿਟ ਖੋਹ ਕੇ ਬੇਰੁਜ਼ਗਾਰ ਫੌਜੀ, ਵਿਕਲਾਂਗ ਤੇ ਅੱਤਵਾਦ ਦੇ ਸ਼ਿਕਾਰ ਤੇ 1984 ਦੇ ਜਿਹੜੇ ਵਿਕਟਮਸ ਹੈਗੇ ਆ ਉਹਨਾਂ ਨੂੰ ਉਹ ਬੱਸ ਪਰਮਿਟ ਜਿਹੜੇ ਆ ਉਹ ਦਿੱਤੇ ਜਾਣਗੇ। ਜੇ ਆਪਾਂ ਗੱਲ ਕਰੀਏ ਇੰਡਸਟਰੀ ਏਰੀਆ ਡਿਵੈਲਪਮੈਂਟ ਦੀ, ਉਹਨਾਂ ਨੇ ਕਿਹਾ ਕਿ ਰੋਪੜ ਦੇ ਵਿੱਚ ਇੱਕ ਇੰਡਸਟਰੀ ਏਰੀਆ ਡਿਵੈਲਪ ਕੀਤਾ ਜਾਵੇਗਾ ਤਾਂ ਕਿ ਕੰਢੀ ਏਰੀਆ ਜਿਹੜਾ ਹੈਗਾ ਹਿਮਾਚਲ ਦੇ ਨਾਲ ਲੱਗਦਾ ਏਰੀਆ ਹੈਗਾ, ਬੈਕਵਰਡ ਕਲਾਸ ਏਰੀਆ ਜਿਹਨੂੰ ਕਿ ਅਸੀਂ ਕਹਿ ਦਿੰਦੇ ਹਾਂ, ਉਹਨੂੰ ਡਿਵੈਲਪ ਕੀਤਾ ਜਾ ਸਕੇ, ਉੱਥੇ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾ ਸਕੇ। ਜਿਹੜੇ ਯੂਨਿਟ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ, ਜਿਹੜੀ ਕਰੀਬ ਕੁਛ 18,000 ਤੋਂ 20-22,000 ਦੀ ਗਿਣਤੀ ਜਿਹੜੀ ਸਾਡੇ ਸਾਹਮਣੇ ਆਉਂਦੀ ਰਹਿੰਦੀ ਆ ਅਲੱਗ-ਅਲੱਗ ਤਰੀਕੇ ਦੇ ਨਾਲ, ਉਹਨਾਂ ਯੂਨਿਟਸ ਨੂੰ ਪੰਜਾਬ ਵਿੱਚ ਵਾਪਸ ਲਿਆਉਣ ਵਾਸਤੇ ਉਹ ਕਹਿੰਦੇ ਇੱਕ ਸਪੈਸ਼ਲ ਪੈਕੇਜ ਰਿਲੀਜ਼ ਕੀਤਾ ਜਾਵੇਗਾ। ਇਸ ਤਰੀਕੇ ਦੀ ਔਰ ਨਾਲ ਹੀ ਉਹਨਾਂ ਨੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈਗੇ, ਇਨਫਰਾਸਟਰਕਚਰ ਨਾਲ ਜੁੜੇ ਹੋਏ ਕੰਮ ਹੈਗੇ, ਉਹਨਾਂ ਨੇ ਕਿਹਾ ਕਿ ਪੁੱਡਾ, ਗਮਾਡਾ, ਮਿਊਨਿਸਪਲ ਕਾਰਪੋਰੇਸ਼ਨ ਇੰਪਰੂਵਮੈਂਟ ਟਰਸਟ ਵਗੈਰਾ ਨੂੰ ਇਸ ਤਰੀਕੇ ਦਾ ਸਿਸਟਮ ਬਣਾਇਆ ਜਾਵੇਗਾ ਕਿ ਇਹ ਸਾਰੇ ਰਲ ਕੇ ਇੱਕ ਦੂਸਰੇ ਨਾਲ ਐਸੋਸੀਏਟ ਹੋ ਕੇ ਕੰਮ ਕਰਨ। ਐਗਰੀਕਲਚਰ ਤੇ ਇੰਡਸਟਰੀਅਲ ਪ੍ਰੋਡਿਊਸ ਜਿਹੜੇ ਹੈਗੇ ਆ ਉਹਨਾਂ ਨੂੰ ਵਿਦੇਸ਼ਾਂ ਵਿੱਚ ਵੇਚਣ ਦੀ ਗੱਲ ਵੀ ਕੀਤੀ ਗਈ ਹੈ ਜੀ। ਇਹ ਕੁਛ ਇੱਕ ਜਿਹੜੇ ਖਾਸ ਪੁਆਇੰਟ ਹੈਗੇ ਨੇ, ਮੈਂ ਚਾਹੁੰਦਾ ਸੀਗਾ ਕਿ ਇਹਨਾਂ ਦੇ ਉੱਪਰ ਆਪਾਂ ਗੱਲਬਾਤ ਜਿਹੜੀ ਕਰ ਲਈ ਜਾਵੇ। ਮਿਕਸ ਤਰੀਕੇ ਦਾ ਜਿਹੜਾ ਹੈਗਾ ਇੰਡਸਟਰੀ ਦੇ ਵਿੱਚੋਂ ਜਿਹੜੇ ਇੰਡਸਟਰੀਅਲ ਐਸੋਸੀਏਸ਼ਨਸ ਹੈਗੀਆਂ ਉਹਨਾਂ ਵੱਲੋਂ ਇਹਦਾ ਰਿਵਿਊ ਹੈ। ਸਭ ਤੋਂ ਪਹਿਲਾਂ ਮੈਂ ਆਪਣੇ ਪੈਨਲਿਸਟ ਵੱਲ ਜਾਵਾਂਗਾ। ਅਜੀਤ ਜੀ, ਕੀ ਸਮਝਦੇ ਹੋ ਤੁਸੀਂ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਟ੍ਰੇਡ, ਟਰਾਂਸਪੋਰਟੇਸ਼ਨ ਤੇ ਇੰਡਸਟਰੀ ਮੈਨੀਫੈਸਟੋ ਆਇਆ ਉਹਦੇ ਬਾਰੇ? ਪ੍ਰਵੀਨ ਜੀ, ਜਿਸ ਤਰ੍ਹਾਂ ਦਾ ਇਹ ਮੈਨੀਫੈਸਟੋ ਪੇਸ਼ ਕੀਤਾ ਗਿਆ ਹੈ, ਫੇਸ ਵੈਲਿਊ ਤੇ ਜਾਂ ਜਿਵੇਂ ਇਹ ਸਧਾਰਨ ਤੌਰ ਤੇ ਪੜਿਆ ਜਾਪਦਾ, ਬਹੁਤ ਹੀ ਸੋਹਣਾ ਜਿਹੜਾ ਇਹ ਹੈਗਾ ਮੈਨੀਫੈਸਟੋ। ਔਰ ਜਿਹੜੀ ਚੀਜ਼ਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਚੀਜ਼ਾਂ ਦੀ ਪੰਜਾਬ ਨੂੰ ਲੋੜ ਵੀ ਬੜੀ ਹੈਗੀ ਆ ਜੀ। ਪਰ ਜੇ ਤੁਸੀਂ ਇਹਨੂੰ ਥੋੜਾ ਜਿਹਾ ਵਿਚਾਰ ਕੇ ਪੜ੍ਹਦੇ ਹੋ ਤਾਂ ਇਹ ਹੈ ਕਿ ਇਹ ਸਾਰੇ ਕੁਝ ਦੇ ਪਿੱਛੇ ਜਿਹੜਾ ਪੈਸਾ ਇਨਵੋਲਵ ਹੁੰਦਾ, ਜਿਵੇਂ ਦੂਜੇ ਮੈਨੀਫੈਸਟੋ ਵੀ ਬਹੁਤ ਸੋਹਣੇ ਲੱਗੇ ਨੇ, ਉਹਨਾਂ ਦੀ ਵੀ ਪਰ ਗੱਲ ਉੱਥੇ ਆ ਕੇ ਸਵਾਲੀਆ ਨਿਸ਼ਾਨ ਵਾਲੀ ਬਣਦੀ ਹੈ ਕਿ ਉਹਦਾ ਪੈਸੇ ਦੀ ਜਿਹੜੀ ਹੈਗੀ ਉਹ ਮੋਬਿਲਾਈਜੇਸ਼ਨ ਕਿੱਥੋਂ ਹੋਊਗੀ। ਜਿੰਨੇ ਟੈਕਸ ਰਿਬੇਟਾਂ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਜਦੋਂ ਇੱਕ ਸਰਕਾਰ ਬਾਰੇ ਕਿਹਾ ਜਾਂਦਾ ਹੈ, ਪੰਜਾਬ ਦੀ ਬਾਰੇ, ਕਿ ਇਹਨੇ ਪੰਜਾਬ ਦੀ ਜਾਇਦਾਦ ਵੀ ਵੇਚ ਕੇ ਪੈਸਾ ਚੁੱਕ ਲਿਆ, ਤਾਂ ਉਸ ਦੇ ਵਿੱਚ ਕਿਸ ਆਧਾਰ ਦੇ ਉੱਤੇ ਜਿਹੜਾ ਹੈਗਾ ਉਹ ਟੈਕਸਾਂ ਦੇ ਰਿਬੇਟ ਇੰਨੀ ਛੇਤੀ ਦਿੱਤੇ ਜਾ ਸਕਦੇ ਨੇ। ਦੂਜੀ ਗੱਲ ਇਨਸੈਂਟਿਵਸ ਦੀ ਹੈਗੀ, ਇਨਸੈਂਟਿਵ ਵੀ ਪੈਸੇ ਨਾਲ ਦਿੱਤੇ ਜਾਣੇ ਨੇ। ਸਿਰਫ ਕਹਿ ਦੇਣ ਨਾਲ ਕਿ ਅਸੀਂ ਰੋਪੜ ਜਿਹੜੇ ਹੈਗਾ ਇਹ ਸਟੇਟ ਆਫ ਦਾ ਆਰਟ ਇੰਡਸਟਰੀਅਲ ਕੰਪਲੈਕਸ ਬਣਾਵਾਂਗੇ, ਉੱਥੇ ਆਹ ਕਰਾਂਗੇ, ਉਹ ਕਰਾਂਗੇ, ਬਿਜਲੀ ਦਾ ਬਿੱਲ ਘਟਾ ਦਾਂਗੇ, ਪਰ
ਪੈਸਾ ਕਿੱਥੋਂ ਮੋਬਿਲਾਈਜ਼ ਹੋਏਗਾ। ਸਵਾਲ ਆ ਕੇ ਮੁੜ ਕੇ ਪੈਸੇ ਦਾ ਹੁੰਦਾ ਕਿ ਇਹਦੇ ਬਾਰੇ ਉਸ ਤੋਂ ਅੱਗੇ ਗੱਲ ਨਹੀਂ ਕੀਤੀ ਜਾਂਦੀ ਹੈਗੀ ਕਿ ਅਸੀਂ ਉਸ ਚੀਜ਼ ਦੇ ਜਿਹੜਾ ਟੈਕਸ ਦਾ ਘਾਟਾ ਹੋਏਗਾ ਉਹਦੀ ਭਰਪਾਈ ਕਿਵੇਂ ਹੋਏਗੀ। ਹੋ ਸਕਦਾ ਬੈਟਰ ਮੈਨੇਜ ਕਰ ਸਕਣ ਪੰਜਾਬ ਦੇ ਫਾਈਨਾਂਸਿਸ ਨੂੰ, ਪਰ ਫਿਰ ਵੀ ਬੈਟਰ ਮੈਨੇਜਮੈਂਟ ਦੀ ਵੀ ਕੁਝ ਹੱਦ ਹੁੰਦੀ ਹੈ। ਅਰਬਾਂ ਖਰਬਾਂ ਰੁਪਏ ਦਾ ਜਦੋਂ ਘਾਟਾ ਜੇ ਇਹਨਾਂ ਚੀਜ਼ਾਂ ਦੇ ਵਿੱਚੋਂ ਪਊਗਾ ਤਾਂ ਕਦੇ ਕਦੇ ਜਾਪਦਾ ਹੈ ਕਿ ਇਹ ਲੋਕ ਲੁਭਾਵਣੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਕਣਾ 25 ਲੱਖ ਨੌਕਰੀਆਂ ਸੀ। ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਬਿਜਲੀ ਦੇ ਯੂਨਿਟ ਹੈ ਉਹਨਾਂ ਨੂੰ ਜੋ ਐਗਰੀਮੈਂਟ ਹੈ ਉਹਨੂੰ ਦੁਬਾਰਾ ਬਾਚਾਂਗੇ। ਪਰ ਸਵਾਲ ਇਹ ਹੈ ਕਿ ਉਹ ਅਕਾਲੀਆਂ ਨਾਲ ਐਗਰੀਮੈਂਟ ਨਹੀਂ ਹੋਏ, ਉਹ ਪੰਜਾਬ ਸਰਕਾਰ ਨਾਲ ਹੋਏ ਨੇ। ਉਹਨਾਂ ਨੂੰ ਕਦੇ ਵੀ ਜਿਹੜਾ ਹੈਗਾ ਯੂਨੀਲੇਟਰਲ ਬੇਸ ਦੇ ਉੱਤੇ ਉਹਨਾਂ ਨੂੰ ਤੁਸੀਂ ਵਾਚ ਨਹੀਂ ਸਕਦੇ ਹੈਗੇ। ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇੱਥੇ ਬਿਜਲੀ ਦੇ ਯੂਨਿਟ ਲਾਏ ਨੇ ਉਹ ਐਡੇ ਨਹੀਂ ਹੈਗਾ ਕਿ ਉਹਨਾਂ ਨੇ ਕਾਨੂੰਨ ਦੇ ਪੱਖਾਂ ਤੋਂ ਵਿਚਾਰ ਕੇ ਨਹੀਂ ਲਾਇਆ ਕਿ ਆਪਾਂ ਕੱਲੇ-ਕੱਲੇ ਪੁਆਇੰਟ ਤੇ ਬਾਅਦ ਚ ਜਾਵਾਂਗੇ। ਪਹਿਲਾਂ ਮੈਂ ਚਾਹਾਂਗਾ ਕਿ ਸਾਰੇ ਅਜੀਤ ਜੀ ਬਿਜਲੀ ਦੇ ਬਿੱਲ ਘਟਾਉਣ ਵਾਲੀ ਗੱਲ ਅਲਟੀਮੇਟਲੀ ਕੰਪਨੀਆਂ ਦਾ ਕੁਝ ਨਹੀਂ ਕੀਤਾ ਸਕਿਆ ਹੈਗਾ। ਅਜੀਤ ਜੀ ਕੀ ਤੁਸੀਂ ਮੈਨੂੰ ਸੁਣ ਰਹੇ ਹੋ? ਅਜੀਤ ਜੀ ਮੈਨੂੰ ਸੁਣ ਰਹੇ ਹੋ ਤੁਸੀਂ ਜੀ? ਅਜੀਤ ਜੀ ਟਰਾਂਸਪੋਰਟ ਸੈਕਟਰ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਜੀ ਅਸੀਂ ਉਹ ਅਜੀਤ ਜੀ ਵਾਪਸ ਲੈ ਕੇ ਅਜੀਤ ਜੀ ਵੰਡ ਦਾਂਗੇ, ਪਰ ਜਿਹੜੀ ਚੀਜ਼ ਅਲਾਟ ਹੋ ਚੁੱਕੀ ਹੈ ਥਰੂ ਪ੍ਰੋਪਰ ਚੈਨਲ ਅਗਲੇ ਕੋਰਟ 'ਚ ਜਾਣਗੇ ਕਿਵੇਂ ਕਰ ਦੇਣਗੇ। ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ ਤੇ ਜਿਹੜੀਆਂ ਨੂੰ ਇੱਕਦਮ ਇੰਨੇ ਸੌਖਾ ਲਾਗੂ ਕਰਨਾ ਹੋਵੇ। ਪਰ ਹਾਂ ਸਧਾਰਨ ਤੌਰ ਤੇ ਪੜ੍ਹ ਕੇ ਲੋਕਾਂ 'ਚ ਪੇਸ਼ ਕਰਨ ਵਾਸਤੇ ਇਹ ਚੀਜ਼ਾਂ ਕਾਫੀ ਵਾਕਿਆ ਹੀ ਚੰਗੀਆਂ ਲੱਗਦੀਆਂ ਨੇ, ਪਰ ਐਗਜ਼ੀਕਿਊਸ਼ਨ ਦੇ ਵਿੱਚ ਇਹਦੇ 'ਚ ਕਾਫੀ ਕਾਨੂੰਨੀ ਔਰ ਮੁਸ਼ਕਲਾਂ ਆਉਣਗੀਆਂ ਔਰ ਆਰਥਿਕ ਬੰਦਿਸ਼ਾਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਹੋਰ ਮੈਨੂੰ ਲੱਗਦਾ ਕਿ ਇਸ ਮੈਨੀਫੈਸਟੋ ਨੂੰ ਇੰਨਾ ਸੌਖਾ ਲਾਗੂ ਕਰਨ ਦੇਣਗੀਆਂ। ਅਜੀਤ ਜੀ ਮੈਂ ਤੁਹਾਨੂੰ ਪਲੀਜ਼ ਇੱਕ ਵਾਰ ਬੇਨਤੀ ਕਰਾਂਗਾ ਕਿ ਜਦੋਂ ਮੇਰੀ ਆਵਾਜ਼ ਵੱਲ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ। ਮੈਂ ਤੁਹਾਨੂੰ ਕਾਫੀ ਵਾਰ ਵਿੱਚ ਰੋਕ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਖਿਆਲ ਹੈ ਤੁਸੀਂ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਸੀ। ਥੋੜਾ ਜਿਹਾ ਧਿਆਨ ਮੇਰੇ ਵੱਲ ਜ਼ਰੂਰ ਰੱਖਿਆ ਕਰੋ। ਨਹੀਂ ਪਹੁੰਚ ਰਹੀ ਸੀ, ਅਦਰਵਾਈਜ਼ ਮੈਂ ਰੁਕ ਜਾਂਦਾ। ਜੀ ਮੈਂ ਬਾਕੀ ਪੈਨਲਿਸਟਾਂ ਨੂੰ ਰਿਕੁਐਸਟ ਕਰਾਂਗਾ ਕਿ ਆਪਾਂ ਜਿਹੜੇ ਉਹਨਾਂ ਦੇ ਪੁਆਇੰਟ ਹੈਗੇ ਉਹਨਾਂ ਦੇ ਉੱਪਰ ਅੱਗੇ ਚੱਲ ਕੇ ਡਿਸਕਸ਼ਨ ਕਰਾਂਗੇ। ਇੱਕ ਓਵਰਵਿਊ ਜਿਹੜਾ ਹੈਗਾ ਉਹ ਇਸ ਮੈਨੀਫੈਸਟੋ ਦੇ ਉੱਪਰ ਸਭ ਤੋਂ ਪਹਿਲਾਂ ਜ਼ਰੂਰ ਉਹ ਦੇਣ, ਉਸ ਤੋਂ ਬਾਅਦ ਅਸੀਂ ਇੱਕ ਇੱਕ ਪੁਆਇੰਟ ਦੇ ਉੱਪਰ ਡਿਸਕਸ਼ਨ ਕਰਨ ਲਈ ਸਾਡੇ ਕੋਲ ਬੜਾ ਟਾਈਮ ਹੈ, ਅਸੀਂ ਉਹਦੇ ਉੱਪਰ ਡਿਸਕਸ਼ਨ ਜ਼ਰੂਰ ਕਰਾਂਗੇ। ਸੀਪੀ ਸਿੰਘ ਜੀ। ਬਿਲਕੁਲ ਕੁਲਵੀਰ ਜੀ, ਜੇ ਅਸੀਂ ਓਵਰਆਲ ਪੰਜਾਬ ਦੀ ਇੰਡਸਟਰੀ ਜਾਂ ਪੰਜਾਬ ਦੇ ਟ੍ਰੇਡ ਨੂੰ ਦੇਖੀਏ ਤਾਂ ਉਹ ਆਲਰੇਡੀ ਡੈਫੀਸਿਟ ਦੇ ਵਿੱਚ ਚੱਲ ਰਿਹਾ ਹੈ। ਇਸ ਮੈਨੀਫੈਸਟੋ ਤੋਂ ਦੇਖੋ ਜਿਹੜੇ ਉਹਨਾਂ ਨੇ 21 ਪੁਆਇੰਟ ਗਿਣਵਾਏ ਨੇ ਉਹ ਪੁਆਇੰਟਸ ਲੱਗਦਾ ਹੈ ਕਿ ਬਹੁਤ ਸਟੱਡੀ ਕਰਕੇ ਗਿਣਵਾਏ ਗਏ ਨੇ, ਬਟ ਉਹਦੇ ਵਿੱਚ ਸਿੰਪਲ ਗੱਲ ਇਹ ਝਲਕ ਰਹੀ ਹੈ ਕਿ ਜਿਹੜੇ ਜੋ ਵੀ ਕਰੰਟ ਜੋ ਰਾਜ ਕਰ ਰਹੇ ਨੇ ਪਾਰਟੀ ਜਾਂ ਜੋ ਰੂਲਿੰਗ ਗਵਰਨਮੈਂਟ ਹੈ ਉਹ ਉਸ ਚੀਜ਼ ਤੋਂ ਜਿੱਥੇ ਪਿੱਛੇ ਹੈ ਉਹਨਾਂ ਨੇ ਉਸ ਚੀਜ਼ ਨੂੰ ਅੱਗੇ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਲੇਕਿਨ ਮੈਂ ਫਿਰ ਆਪਣੀ ਗੱਲ ਦੁਹਰਾਊਂਗਾ, ਪੰਜਾਬ ਆਲਰੇਡੀ ਡੈਫਿਸਿਟ ਦੇ ਵਿੱਚ ਚੱਲ ਰਿਹਾ ਹੈ। ਟੈਕਸਾਂ ਨੂੰ ਘਟਾ ਕੇ ਟੈਕਸ ਹੌਲੀਡੇਜ਼ ਦੇ ਕੇ ਜਾਂ ਹੋਰ ਇਦਾਂ ਦੀਆਂ ਰਿਆਇਤਾਂ ਦੇ ਕੇ ਅਸੀਂ ਇੰਡਸਟਰੀ ਨੂੰ ਰਿਵਾਈਵ ਕਰਨਾ ਬਹੁਤ ਮੁਸ਼ਕਲ ਸਾਡੇ ਲਈ ਹੋ ਜਾਊਗਾ। ਪ੍ਰੈਕਟੀਕਲੀ ਇਸ ਮੈਨੀਫੈਸਟੋ ਦੇ ਵਿੱਚ ਕਾਫੀ ਕੁਝ ਘੱਟ ਹੈ। ਕੋਈ ਵੀ ਪ੍ਰੈਕਟੀਕਲ ਪੁਆਇੰਟ ਹੈ ਜਿਹੜਾ ਜਾਂ ਕੋਈ ਵੀ ਪੁਆਇੰਟ ਹੈ ਜਿਸ ਨੂੰ ਅਸੀਂ ਪ੍ਰੈਕਟੀਕਲੀ ਕਹੀਏ ਕਿ ਇੰਪਲੀਮੈਂਟੇਸ਼ਨ ਕਰ ਲਾਂਗੇ, ਉਸ ਚੀਜ਼ ਦੀ ਬਹੁਤ ਘਾਟ ਹੈ। ਪਤਾ ਨਹੀਂ ਉਹਨਾਂ ਦੀ ਸਟ੍ਰੈਟਜੀਜ਼ ਕੀ ਰਹੇਗੀ। ਲੇਕਿਨ ਓਵਰਆਲ ਜੇ ਮੈਂ ਛੋਟੀ ਜੀ ਆਪਣੀ ਬਰੀਫ ਦੇ ਵਿੱਚ ਗੱਲ ਖਤਮ ਕਰਾਂ ਤਾਂ ਮੈਨੀਫੈਸਟੋ ਜਿਹੜਾ ਉਹ ਪੰਜਾਬ ਆਲਰੇਡੀ ਡੈਫੀਸਿਟ ਦੇ ਵਿੱਚ ਹੈ ਤੇ ਜੇ ਇਦਾਂ ਦੇ ਟੈਕਸ ਰਿਬੇਟਸ ਅਸੀਂ ਦਵਾਂਗੇ ਤਾਂ ਪੰਜਾਬ ਜਿਹੜਾ ਉਹ ਹੋਰ ਡੈਫੀਸਿਟ ਦੇ ਵਿੱਚ ਚਲਾ ਜਾਊਗਾ। ਇੰਡਸਟਰੀ ਰਿਵਾਈਵ ਕਰਨੀ ਥੋੜੀ ਜਿਹੀ ਮੁਸ਼ਕਿਲ ਹੋ ਜਾਊਗੀ। ਹਾਂ, ਮੇਰੇ ਨਾਲ ਸ਼ਬਦੀਤ ਜੀ ਵੀ ਜੁੜੇ ਹੋਏ ਨੇ। ਸ਼ਬਦੀਤ ਜੀ, ਮੈਂ ਵੀ ਚਾਹਾਂਗਾ ਕਿ ਇੱਕ ਵਾਰ ਆਮ ਆਦਮੀ ਪਾਰਟੀ ਦੇ ਟ੍ਰੇਡ ਟਰਾਂਸਪੋਰਟ ਤੇ ਇੰਡਸਟਰੀ ਦਾ ਜਿਹੜਾ ਮੈਨੀਫੈਸਟੋ ਹੈਗਾ ਇਹਦੇ ਉੱਪਰ ਇੱਕ ਆਪਣਾ ਓਵਰਵਿਊ ਜ਼ਰੂਰ ਦਿਓ ਜੀ ਤੁਸੀਂ। ਕੁਲਬੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਅਲੱਗ-ਅਲੱਗ ਵਰਗਾਂ ਲਈ ਅਲੱਗ-ਅਲੱਗ ਮੈਨੀਫੈਸਟੋ ਜਾਰੀ ਕਰਦੇ ਹੋ ਉਦੋਂ ਇੱਕ ਗੱਲ ਇਸ ਜਿਹੜੀ ਉਹ ਜੋੜ ਕੇ ਦੇਖਣੀ ਪੈਗੀ ਕਿ ਜਿਹੜਾ ਮੈਨੀਫੈਸਟੋ ਤੁਸੀਂ ਜੂਥ ਲਈ ਜਾਰੀ ਕੀਤਾ, ਜਿਹੜਾ ਮੈਨੀਫੈਸਟੋ ਤੁਸੀਂ ਕਿਸਾਨੀ ਲਈ ਜਾਰੀ ਕੀਤਾ, ਜਿਹੜਾ ਮੈਨੀਫੈਸਟੋ ਕੱਲ੍ਹ ਨੂੰ ਤੁਸੀਂ ਦਲਿਤ ਭਾਈਚਾਰੇ ਲਈ ਜਾਰੀ ਕਰਨ ਜਾ ਰਹੇ ਹੋ,
ਉਹਨਾਂ ਸਾਰੇ ਮੈਨੀਫੈਸਟੋਆਂ ਦਾ ਕੁੱਲ ਜੋੜ ਕੀ ਸਾਰੇ ਲੋਕਾਂ ਦੇ ਹਿੱਤਾਂ ਦੀ ਪਾਲਣਾ ਨਿਕਲਦਾ ਕਿ ਹਰ ਇੱਕ ਦਾ ਮੈਨੀਫੈਸਟੋ ਜਿਹੜਾ ਉਹਦੇ ਹਿੱਤਾਂ ਦੀ ਪਾਲਣਾ ਕਰਦਾ ਤੇ ਦੂਜੇ ਦੇ ਹਿੱਤਾਂ ਨਾਲ ਜਾ ਕੇ ਟਕਰਾਉਂਦਾ ਕਿ ਨਹੀਂ? ਜੇ ਤੇ ਵਿਰੋਧਾਭਾਸ ਪੈਦਾ ਹੁੰਦੇ ਨੇ ਤਾਂ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਮੈਨੀਫੈਸਟੋਆਂ ਦੇ ਆਧਾਰ ਦੇ ਉੱਤੇ ਸਾਨੂੰ ਸੋਚਣਾ ਪਏਗਾ ਕਿ ਆਮ ਆਦਮੀ ਪਾਰਟੀ ਸੱਚਮੁੱਚ ਸਭ ਦਾ ਵਿਕਾਸ ਕਰਨਾ ਚਾਹੁੰਦੀ ਹੈ ਕਿ ਹਰ ਵਰਗ ਨੂੰ ਇਸ ਤਰੀਕੇ ਦੇ ਨਾਲ ਜੋੜਨਾ ਚਾਹੁੰਦੀ ਹੈ ਕਿ ਉਹ ਆਪਣੇ ਆਪਣੇ ਹਿੱਸੇ ਦੀ ਗੱਲ ਕਰੇ ਤੇ ਸੁਣੇ ਤੇ ਉਹਦੇ ਆਧਾਰ ਦੇ ਉੱਤੇ ਉਹਨਾਂ ਨੂੰ VOTING ਕਰੇ। ਮੈਨੂੰ ਨਹੀਂ ਪਤਾ, ਮੈਂ ਬਹੁਤ ਡਿਟੇਲ ਦੇ ਵਿੱਚ ਨਹੀਂ ਪੜ੍ਹ ਸਕਿਆ, ਪਰ ਜੋ ਗੱਲਾਂ ਨਿਕਲ ਕੇ ਹੁਣ ਤੱਕ ਮੀਡੀਆ ਰਾਹੀਂ ਸਾਹਮਣੇ ਆਈਆਂ, ਮੈਨੂੰ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੇ ਉੱਤੇ ਹੋ ਰਹੀ ਹੈ ਕਿ ਇੱਕ ਮੈਨੀਫੈਸਟੋ ਜਿਹੜਾ ਤੁਸੀਂ ਵਪਾਰ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਹੋ, ਜਿਹੜਾ ਤੁਸੀਂ ਸਨਅਤ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਹੋ, ਜਿਹੜਾ ਤੁਸੀਂ ਟਰਾਂਸਪੋਰਟ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਹੋ, ਉਸ ਮੈਨੀਫੈਸਟੋ ਦੇ ਵਿੱਚ ਕਿਰਤ ਕਰਨ ਵਾਲੇ ਲੋਕਾਂ ਦਾ ਕੀ ਯੋਗਦਾਨ ਹੈ ਤੇ ਉਹਨਾਂ ਕਿਰਤੀਆਂ ਦੇ ਲਈ ਇਹ ਕੀ ਕਰਨ ਜਾ ਰਹੇ ਨੇ ਉਹਦੀ ਕੋਈ ਜਾਣਕਾਰੀ ਸਾਨੂੰ ਨਜ਼ਰ ਨਹੀਂ ਆਉਂਦੀ। ਇਸ ਗੱਲ ਦਾ ਤਾਂ ਦਾਅਵਾ ਕੀਤਾ ਗਿਆ ਕਿ ਅਸੀਂ 7 ਮੀਟਿੰਗਾਂ ਜਿਹੜੀਆਂ ਵੱਖ-ਵੱਖ ਵਪਾਰਕ ਵਰਗਾਂ ਨਾਲ ਕੀਤੀਆਂ, ਵੱਖ-ਵੱਖ ਸਨਅਤਕਾਰਾਂ ਨਾਲ ਕੀਤੀਆਂ, ਵੱਖ-ਵੱਖ ਟਰਾਂਸਪੋਰਟ ਜਥੇਬੰਦੀਆਂ ਦੇ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਦੇ ਨਾਲ ਕੀਤੀਆਂ, ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਮੈਨੀਫੈਸਟੋ ਜਾਰੀ ਕਰ ਰਹੇ ਹਾਂ। ਪਰ ਕੀ ਇੱਕ ਵੀ ਮੀਟਿੰਗ ਮਿਨੀਮਮ ਵੇਜ ਦੇ ਆਧਾਰ ਦੇ ਉੱਤੇ ਬੱਸਾਂ ਚਲਾਉਣ ਵਾਲੇ ਕੰਡਕਟਰਾਂ ਡਰਾਈਵਰਾਂ ਨਾਲ ਕੋਈ ਮੀਟਿੰਗ ਕੀਤੀ? ਉਹਨਾਂ ਲਈ ਕੀ ਕੀਤਾ ਜਾਏਗਾ? ਜੇ ਇੰਡਸਟਰੀ ਨਵੀਂ ਲੱਗੇਗੀ ਜਾਂ ਜਿਹੜੀ ਬਿਮਾਰ ਇੰਡਸਟਰੀ ਆ ਉਹਨੂੰ ਜਦੋਂ ਰਿਵਾਈਵ ਕੀਤਾ ਜਾਏਗਾ, ਕਿਰਤ ਕਾਨੂੰਨਾਂ ਦੇ ਆਧਾਰ ਦੇ ਉੱਤੇ ਮਿਨੀਮਮ ਵੇਜ ਦਾ ਕੀ ਕੀਤਾ ਜਾਏਗਾ? ਜਦੋਂ ਤੁਸੀਂ ਇੰਡਸਟਰੀ ਵਿਕਸਿਤ ਕਰਨੀ ਚਾਹੁੰਦੇ ਹੋ, ਜਿਨ੍ਹਾਂ ਕਿਸਾਨਾਂ ਨੇ ਜੇ ਅਸੀਂ ਖੇਤੀ ਬੇਸਡ ਇੰਡਸਟਰੀ ਲਾਉਣ ਲੱਗੇ ਹਾਂ ਤਾਂ ਜਿਨ੍ਹਾਂ ਕਿਸਾਨਾਂ ਨੇ ਉਹਦੇ ਵਿੱਚ ਕੱਚਾ ਮਾਲ ਮੁਹੱਈਆ ਕਰਨਾ ਵਾ, ਉਹਨਾਂ ਕੱਚਾ ਮਾਲ ਮੁਹੱਈਆ ਕਰਨ ਵਾਲੇ ਕਿਸਾਨਾਂ ਲਈ ਕੀ ਸੋਚਿਆ? ਏਦਾਂ ਦੀ ਕੋਈ ਵੀ ਗੱਲ ਇਸ ਮੈਨੀਫੈਸਟੋ ਤੋਂ ਘੱਟੋ ਘੱਟ ਨਿਕਲ ਕੇ ਸਾਹਮਣੇ ਨਹੀਂ ਆ ਸਕੀ। ਮੈਂ ਫਿਰ ਇੱਕ ਵਾਰ ਆਪਣੀ ਗੱਲ ਰਿਪੀਟ ਕਰਦਾ ਕਿ ਮੈਂ ਕੋਈ ਇੰਨੀ ਬਾਰੀਕੀ ਦੇ ਨਾਲ ਉਹਦਾ ਅਧਿਐਨ ਨਹੀਂ ਕੀਤਾ। ਮੇਰੀ ਜੇ ਗੱਲ ਗਲਤ ਆ ਤਾਂ ਮੈਨੂੰ ਬਾਕੀ ਦੇ ਦੋਸਤ ਇਸ ਗੱਲ ਲਈ ਦਰੁਸਤ ਕਰ ਸਕਦੇ ਨੇ। ਜੇ ਮੇਰੀਆਂ ਕਈਆਂ ਗੱਲਾਂ ਸੱਚਮੁੱਚ ਇਦਾਂ ਹੀ ਨੇ ਜਿਵੇਂ ਮੈਂ ਸੋਚ ਰਿਹਾ ਤਾਂ ਫਿਰ ਸਾਨੂੰ ਆਮ ਆਦਮੀ ਪਾਰਟੀ ਬਾਰੇ ਇਸ ਤਰ੍ਹਾਂ ਵੀ ਸੋਚਣਾ ਪਏਗਾ ਕਿ ਉਹ ਵੱਖ-ਵੱਖ ਵਰਗਾਂ ਨੂੰ ਬਰਗਲਾਉਣ ਦਾ ਦੀ ਯਤਨ ਕਰਦੀ ਹੈ ਮੈਨੀਫੈਸਟੋਆਂ ਰਾਹੀਂ, ਨਾ ਕਿ ਸਾਰੇ ਪੰਜਾਬ ਦਾ ਸਭ ਦਾ ਵਿਕਾਸ ਉਹਦਾ ਕੋਈ ਏਜੰਡਾ ਨਜ਼ਰ ਆਉਂਦਾ। ਜੋ ਮੇਰੀ ਮੁੱਢਲੀ ਰਾਏ ਬਣਦੀ ਹੈ ਇਸ ਮੈਨੀਫੈਸਟੋ ਨੂੰ ਲੈ ਕੇ। ਜੇ ਮੈਂ ਆਪਣੇ ਸਾਥੀ ਪੈਨਲਿਸਟਾਂ ਦੇ ਨਾਲ ਗੱਲ ਕਰਾਂ ਕਿ ਇੰਡਸਟਰੀ ਦੇ ਵਿੱਚੋਂ ਕਿੱਦਾਂ ਦਾ ਇਹਦੇ ਉੱਪਰ ਰਿਐਕਸ਼ਨ ਆਇਆ, ਅਜੇ ਤੱਕ ਬਹੁਤ ਜ਼ਿਆਦਾ ਪੰਜਾਬ ਦੇ ਜਿਹੜੇ ਇੰਡਸਟਰੀਅਲ ਯੂਨਿਟਸ ਹੈਗੇ ਜਾਂ ਇੰਡਸਟਰੀਅਲ ਗਰੁੱਪਸ ਹੈਗੇ ਉਹਨਾਂ ਵੱਲੋਂ ਤਾਂ ਨਹੀਂ ਆਇਆ। ਪਰ ਜੇ ਆਪਾਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਦੇ ਤਾਂ ਲੁਧਿਆਣਾ ਹੱਬ ਹੈ ਜਿੱਥੇ ਅਜੇ ਵੀ ਕੁਝ ਇੰਡਸਟਰੀ ਜੀਵਤ ਹੈ, ਸਾਹ ਲੈਂਦੀ ਹੈ, ਅਜੇ ਵੀ ਵਰਕ ਕਰਦੀ ਹੈ। ਜੇ ਆਪਾਂ ਉਹਦੇ 'ਚੋਂ ਗੱਲ ਕਰੀਏ ਤਾਂ ਵਿਨੋਦ ਥਾਪਰ ਜੋ ਕਿ ਪ੍ਰੈਜ਼ੀਡੈਂਟ ਨੇ ਲੁਧਿਆਣਾ ਨਿਟਵੇਅਰ ਕਲੱਬ ਦੇ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਿਹੜੇ ਇੰਡਸਟਰੀ ਦੇ ਇਸ਼ੂ ਹੈਗੇ ਨੇ ਉਹਨਾਂ ਨੂੰ ਐਡਰੈਸ ਤਾਂ ਕੀਤਾ ਗਿਆ, ਪਰ ਉਹਦੇ ਵਿੱਚੋਂ ਕੁਝ ਮੁੱਦੇ ਮੌਜੂਦਾ ਸਰਕਾਰ ਪਹਿਲਾਂ ਹੀ ਐਡਰੈਸ ਕਰ ਚੁੱਕੀ ਹੈ। ਪਰ ਇਹਦੇ ਵਿੱਚ ਇੰਡਸਟਰੀ ਦੀ ਗਰੋਥ, ਉਹਦੀ ਡਿਵੈਲਪਮੈਂਟ ਕਿੱਦਾਂ ਹੋਏਗੀ, ਉਹ ਕਿੱਦਾਂ ਅੱਗੇ ਵਧੇਗੀ, ਉਹਦੀ ਕੋਈ ਗੱਲ ਨਹੀਂ ਕੀਤੀ ਗਈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਇੰਡਸਟਰੀ ਮੈਨੀਫੈਸਟੋ ਨਹੀਂ ਲੱਗਦਾ। ਜੇ ਆਪਾਂ ਗੱਲ ਕਰੀਏ ਕਿ ਗੁਰਮੀਤ ਸਿੰਘ ਕੁਲਾਰ ਚੇਅਰਮੈਨ ਜਿਹੜੇ ਹੈਗੇ ਆ ਸਾਈਕਲ ਪਾਰਟ ਮੈਨੂਫੈਕਚਰਿੰਗ ਐਸੋਸੀਏਸ਼ਨ ਲੁਧਿਆਣਾ ਦੇ, ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਕੋਈ ਵੀ ਇਨੋਵੇਟਿਵ ਤੇ ਨਵਾਂ ਕੁਛ ਵੀ ਨਹੀਂ ਹੈਗਾ। ਇਸ ਮੈਨੀਫੈਸਟੋ ਦੇ ਵਿੱਚ ਕੁਛ ਵੀ ਇਨੋਵੇਟਿਵ ਨਹੀਂ ਹੈ, ਕੁਛ ਵੀ ਨਵਾਂ ਨਹੀਂ ਆ। ਉਹਨਾਂ ਦਾ ਕਹਿਣਾ ਹੈ ਕਿ ਜੋ ਸਾਲਾਂ ਤੋਂ ਹਰ ਵਾਰ ਹਰ ਸਿਆਸੀ ਪਾਰਟੀ ਵਾਅਦੇ ਕਰਦੀ ਆਈ ਆ ਜਾਂ ਇੱਕ ਖਾਸ ਕਿਸਮ ਦਾ ਮੈਨੀਫੈਸਟੋ ਬਣਾਉਂਦੀ ਆਈ ਆ, ਇਹ ਉਸੇ ਤਰੀਕੇ ਦਾ ਮੈਨੀਫੈਸਟੋ ਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਿਆਸਤ ਤੋਂ ਪ੍ਰਭਾਵਿਤ ਇੱਕ ਦਸਤਾਵੇਜ਼ ਹੈ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਿਰਫ ਤੇ ਸਿਰਫ ਲੂਪ ਹੋਲਸ ਲੱਭ ਕੇ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਦੇ ਉੱਪਰ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇੰਡਸਟਰੀ ਦੇ ਅਸਲ ਮੁੱਦਿਆਂ ਨੂੰ ਗੁਰਮੀਤ ਸਿੰਘ ਕੁਲਾਰ ਹੋਣਾ ਦਾ ਕਹਿਣਾ ਹੈ ਕਿ ਐਡਰੈਸ ਨਹੀਂ ਕੀਤਾ ਗਿਆ। ਜੇ ਮੈਂ MM ਬਿਆਸ ਜੋ ਕਿ ਪ੍ਰੈਜ਼ੀਡੈਂਟ ਨੇ ਸਪਿਨਰ ਐਸੋਸੀਏਸ਼ਨ ਦੇ, ਉਹਨਾਂ ਦਾ ਕਹਿਣਾ ਹੈ ਕਿ ਲੂਪ ਪੋਲ ਨੂੰ ਉਭਾਰ ਕੇ ਇਹ ਮੈਨੀਫੈਸਟੋ ਤਿਆਰ ਕੀਤਾ ਗਿਆ, ਪਰ ਇੰਡਸਟਰੀ ਦੀ ਗਰੋਥ ਦੀ ਕੋਈ ਗੱਲ ਨਹੀਂ ਕੀਤੀ ਗਈ। ਇਸ ਕਰਕੇ ਇਸ ਮੈਨੀਫੈਸਟੋ ਨੂੰ
ਅਸੀਂ ਮੈਨੀਫੈਸਟੋ ਨਹੀਂ ਮੰਨ ਸਕਦੇ, ਭਾਵੇਂ ਕਿ ਇਹਦੇ ਵਿੱਚ ਕੁਝ ਇੰਡਸਟਰੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਐਡਰੈਸ ਕੀਤਾ ਗਿਆ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ, ਨੈਟਵੇਅਰ, ਸਪਿਨਰ ਤੇ ਸਾਈਕਲ ਪਾਰਟਸ ਦੀ ਇੰਡਸਟਰੀ, ਮੇਰਾ ਖਿਆਲ ਲੁਧਿਆਣੇ ਦੇ ਸਭ ਤੋਂ ਵੱਡੇ ਇਹ 3 ਕੈਟਾਗਰੀਜ਼ ਹੈਗੀਆਂ। ਉਹਨਾਂ ਤਿੰਨਾਂ ਵੱਲੋਂ ਇਸ ਮੈਨੀਫੈਸਟੋ ਦੇ ਉੱਪਰ ਮਿਕਸ ਜਿਹਾ ਆਪਾਂ ਕਹਿ ਸਕਦੇ ਹਾਂ ਰਿਐਕਸ਼ਨ ਆ, ਪਰ ਉਹਨਾਂ ਦਾ ਐਂਡ ਦੇ ਵਿੱਚ ਜਿਹੜਾ ਕਨਕਲੂਜਨ ਇਹ ਹੈ ਕਿ ਇਹ ਇੰਡਸਟਰੀ ਦੇ ਭਲੇ ਵਾਲਾ ਮੈਨੀਫੈਸਟੋ ਨਹੀਂ ਲੱਗਦਾ, ਇਹ ਉਸੇ ਤਰੀਕੇ ਦਾ ਸਿਆਸਤ ਤੋਂ ਪ੍ਰਭਾਵਿਤ ਮੈਨੀਫੈਸਟੋ ਲੱਗਦਾ। ਮੇਰਾ ਸਵਾਲ ਆਪਣੇ ਪੈਨਲਿਸਟ ਨੂੰ ਇਹੀ ਹੈ ਕਿ ਕੀ ਅਜੀਤ ਜੀ ਨੇ ਸ਼ੁਰੂ ਦੇ ਵਿੱਚ ਕੁਝ ਪੁਆਇੰਟ ਡਿਸਕਸ ਕਰਨੇ ਸ਼ੁਰੂ ਕੀਤੇ ਸੀ। ਜਦੋਂ ਅਸੀਂ ਗੱਲ ਕਰਦੇ ਹਾਂ ਰੇਡ ਰਾਜ ਖਤਮ ਕਰ ਦਿੱਤਾ ਜਾਵੇਗਾ, ਕਿ ਇੰਡਸਟਰੀ ਦੇ ਉੱਪਰ ਜਿਹੜੀ ਰੇਡ ਕਰਦਾ, ਇੰਸਪੈਕਟਰ ਜਿਹੜਾ ਰੇਡ ਕਰਦਾ ਜਾਂ ਚੈੱਕ ਕਰਨ ਜਾਂਦਾ ਕਿ ਕਿਤੇ ਉੱਥੇ ਕਿਸੇ ਵੀ ਕਾਨੂੰਨ ਦਾ ਕੋਈ ਵਾਇਲੇਸ਼ਨ ਤਾਂ ਨਹੀਂ ਹੋ ਰਹੀ, ਕਿ ਜੋ ਵੀ ਉੱਥੇ ਟਰਮ ਐਂਡ ਕੰਡੀਸ਼ਨਸ ਦਿੱਤੀਆਂ ਗਈਆਂ, ਜਾਂ ਆਪਾਂ ਪੋਲਿਊਸ਼ਨ ਦੀ ਗੱਲ ਕਰੀਏ, 에ਅਰ ਪੋਲਿਊਸ਼ਨ ਦੀ ਗੱਲ ਕਰੀਏ, ਪਾਣੀ ਨਿਕਾਸੀ ਦੀ ਗੱਲ ਕਰੀਏ, ਇਹਨਾਂ ਗੱਲਾਂ ਦੇ ਉੱਪਰ, ਜਾਂ ਬਿਜਲੀ ਕਿੰਨੀ ਵਰਤੀ ਜਾ ਰਹੀ ਹੈ, ਜਾਂ ਕਿਸ ਕੀ ਯੂਨਿਟ ਸੇਫ ਆ ਜਾਂ ਨਹੀਂ ਹੈ, ਸੇਫਟੀ ਹੈ ਜਾਂ ਨਹੀਂ ਹੈ ਉਸ ਯੂਨਿਟ ਦੀ, ਉੱਥੇ ਕੀ ਉੱਥੇ ਫਾਇਰ ਹੈਜ਼ਰਡ ਦਾ ਧਿਆਨ ਰੱਖਿਆ ਗਿਆ ਜਾਂ ਨਹੀਂ ਰੱਖਿਆ ਗਿਆ, ਜਦੋਂ ਇਹਨਾਂ ਗੱਲਾਂ ਨੂੰ ਚੈੱਕ ਕਰਨ ਵਾਲਾ ਇੰਸਪੈਕਟਰ, ਉਹਨੂੰ ਹਟਾਉਣ ਦੀ ਗੱਲ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੇ ਕਰ ਦਿੱਤੀ ਗਈ ਆ। ਰੇਡ ਰਾਜ ਦੀ ਗੱਲ ਜਿਹੜੀ ਖਤਮ ਕਰਤੀ ਕਿ ਅਚਾਨਕ ਫੈਕਟਰੀਆਂ ਦੇ ਉੱਪਰ ਅਸੀਂ ਅਕਸਰ ਦੇਖਦੇ ਹਾਂ ਛਾਪੇ ਮਾਰੇ ਜਾਂਦੇ ਆ, ਪਤਾ ਲੱਗਦਾ ਬਿਜਲੀ ਚੋਰੀ ਹੋ ਰਹੀ ਆ। ਕਈ ਜਿਹੜੀਆਂ ਸਟੀਲ ਇੰਡਸਟਰੀ ਹੈਗੀ ਆ, ਬਹੁਤ ਵਾਰ ਫੜੀ ਜਾਂਦੀ ਹੈ ਕਿ ਉਹ ਬਿਜਲੀ ਚੋਰੀ ਕਰਕੇ ਆਪਣੇ ਯੂਨਿਟਸ ਰਨ ਕਰ ਰਹੇ ਹੁੰਦੇ, ਉਹਨਾਂ ਨੇ ਕਿਹਾ ਕਿ ਬੰਦ ਕਰ ਦਿੱਤਾ ਜਾਵੇਗਾ, ਉਹਨੂੰ ਜਿਹੜਾ ਰੇਡ ਨਹੀਂ ਕੀਤੀ ਜਾਵੇਗੀ। ਜਿਹੜਾ ਡਿਸਿਪਲਿਨ ਇੰਡਸਟਰੀ ਦੇ ਵਿੱਚ ਉਹ ਤਾਂ ਹੈ ਨਹੀਂ, ਜੇ ਸਰਕਾਰ ਵਿੱਚ ਨਹੀਂ ਆ ਤਾਂ ਪੰਜਾਬ ਦੀ ਇੰਡਸਟਰੀ ਦੇ ਵਿੱਚ ਵੀ ਨਹੀਂ ਆ, ਕਿਤੇ ਵੀ ਇੰਡੀਆ ਦੀ ਇੰਡਸਟਰੀ ਵਿੱਚ ਨਹੀਂ ਆ। ਚੋਰੀ, ਟੈਕਸ ਦੀ ਚੋਰੀ, ਬਿਜਲੀ ਦੀ ਚੋਰੀ, ਐਸੈਸ ਦੀ ਚੋਰੀ, ਸਰਕਾਰ ਵੱਲੋਂ ਝੂਠ ਬੋਲ ਕੇ ਮਾਲੀ ਮਦਦ ਲਈ ਜਾਣ ਦੀਆਂ ਜਿਹੜੀਆਂ ਅਕਸਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ। ਆਮ ਆਦਮੀ ਪਾਰਟੀ ਕਹਿੰਦੀ ਹੈ ਰੇਡ ਰਾਜ ਖਤਮ ਕਰਾਂਗੇ, ਗੁੰਡਾ ਟੈਕਸ ਖਤਮ ਕਰਾਂਗੇ, ਜਿਹਦਾ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ ਕਿ ਗੁੰਡਾ ਟੈਕਸ ਦਾ ਕੋਈ ਸਾਡੇ ਕੋਲ ਦਸਤਾਵੇਜ਼ ਨਹੀਂ ਆ। ਇੱਕ ਸੁਣੀ ਸੁਣਾਈ ਗੱਲ ਆ ਕਿ ਇੰਡਸਟਰੀ ਲੋਕਾਂ ਤੋਂ ਪੋਲੀਟੀਕਲ ਪਾਰਟੀਆਂ ਡੋਨੇਸ਼ਨ ਦੇ ਨਾਮ ਦੇ ਉੱਪਰ ਉਗਰਾਹੀ ਕਰਦੀਆਂ, ਇਹਨੂੰ ਖਤਮ ਕੀਤਾ ਜਾਵੇਗਾ। ਮੇਰਾ ਸਵਾਲ ਆਪਣੇ ਸਾਥੀ ਪੈਨਲਿਸਟਾਂ ਲਈ ਇਹ ਹੈ ਕਿ ਖਰਚੇ ਦੀ ਤੇ ਗੱਲ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਕਰਦੀ ਪਈ ਆ ਕਿ ਅਸੀਂ ਇੰਨੇ ਫੰਡਸ ਦੇ ਦਾਂਗੇ, ਇੰਨਾ ਅਸੀਂ ਇਨਸੈਂਟਿਵ ਦੇ ਦਾਂਗੇ, ਇੰਨਾ ਅਸੀਂ ਟੈਕਸ ਵਿੱਚ ਰਿਬੇਟ ਦੇ ਦਾਂਗੇ, ਪਰ ਜਿਹੜਾ ਇੱਕ ਸਿਸਟਮ ਹੈ ਇੰਡਸਟਰੀ ਨੂੰ ਡਿਸਪਲਿਨ ਦੇ ਵਿੱਚ ਰੱਖਣ ਦਾ, ਉਸ ਸਿਸਟਮ ਨੂੰ ਵੀ ਖਤਮ ਕਰਨ ਦੀ ਗੱਲ ਕਰਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਮੇਰੇ ਨਾਲ ਕਾਲਰ ਜੁੜ ਚੁੱਕੇ ਨੇ 8408। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਕੁਲਵੀਰ ਜੀ। ਮੈਂ ਪੰਜਾਬ ਤੋਂ ਫਗਵਾੜੇ ਤੋਂ ਹੈਗਾ ਜੀ। ਮੈਂ ਜੀ ਪ੍ਰਾਈਵੇਟ ਇੰਡਸਟਰੀ, ਮਕੈਨੀਕਲ ਇੰਡਸਟਰੀ 'ਚ ਹੀ ਜੌਬ ਕੀਤੀ 12 ਸਾਲ ਜੀ। ਤੇ ਜਿਹੜੇ ਮਸਲੇ ਕੇਜਰੀਵਾਲ ਸਾਹਿਬ ਡਿਸਕਸ ਕਰ ਰਹੇ ਜੀ, ਉਹ ਇੰਡਸਟਰੀ ਰਿਵਾਈਵਲ ਲਈ ਕੋਈ ਵਜੂਦ ਨਹੀਂ ਰੱਖਦੇ ਜੀ। ਤੇ ਬਿਲਕੁਲ ਹੀ ਇੱਕ ਭਟਕਿਆ ਹੋਇਆ ਉਹਨਾਂ ਦਾ ਰੁਖ ਹੈਗਾ ਆ ਜੀ। ਕਿਉਂਕਿ ਜਦੋਂ ਹਿਮਾਚਲ ਤੇ ਉੱਤਰਾਖੰਡ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਲਈ ਸੈਂਟਰ ਗੌਰਮੈਂਟ ਨੇ ਜੋ ਉਹਨਾਂ ਸਟੇਟਸ ਨੂੰ ਰਿਬੇਟ ਦਿੱਤੀਆਂ, ਐਕਸਾਈਜ਼ ਟੈਕਸ ਤੋਂ ਰਿਬੇਟ ਮਿਲੀਆਂ ਜੀ, ਉਸ ਕਰਕੇ ਪੰਜਾਬ ਦੀ ਸਾਰੀ ਇੰਡਸਟਰੀ ਉੱਤਰਾਖੰਡ ਤੇ ਹਿਮਾਚਲ ਤੇ ਹੀ ਸ਼ਿਫਟ ਹੋ ਗਈ। ਜਿੱਦਾਂ ਫੋਰ ਐਗਜ਼ਾਮਪਲ ਮੈਂ ਆਪਣੇ ਸਟੇਟ ਦੀ ਸਪੈਸ਼ਲ ਐਗਜ਼ਾਮਪਲ ਲਵਾਂਗਾ, ਇੱਕ ਮੈਡੀਕਲ ਇੰਡਸਟਰੀ ਬੱਦੀ ਕਹਿ ਸਕਦੇ ਅਸੀਂ, ਫਗਵਾੜੇ ਦਾ ਨਾਂ ਨਹੀਂ ਉਹਦਾ ਦੱਸੂਗਾ ਜੀ। ਤੇ ਉਹ ਲੇਥ ਮਸ਼ੀਨ ਦੇ ਚੱਕ ਫਗਵਾੜੇ ਬਣਾਉਂਦੇ ਆ, ਪਰ ਉਹਨਾਂ ਨੇ ਇੱਕ ਆਪਣਾ ਆਫਿਸ ਗਗਰੇਟ ਵੀ ਖੋਲਿਆ ਹੋਇਆ ਜੀ। ਨਹੀਂ, ਗਗਰੇਟ ਬੱਦੀ ਦੀ ਆਪਾਂ ਜੇ ਗੱਲ ਕਰਾਂਗੇ, ਪਰਮਾਣੂ ਦੀ ਗੱਲ ਕਰਾਂਗੇ, ਕਾਲੇ ਅੰਬ ਦੀ ਗੱਲ ਕਰਾਂਗੇ, ਉਧਰਲੇ ਪਾਸੇ ਸਾਰੀ ਇੰਡਸਟਰੀ ਉੱਥੇ ਮੂਵ ਹੋਈ ਆ ਪੰਜਾਬ ਦੀ ਜੀ। ਮੈਂ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਜੀ, ਗਗਰੇਟ ਉਹਨਾਂ ਨੇ ਇੱਕ ਪਲਾਂਟ ਖੋਲਿਆ ਹੋਇਆ ਤੇ ਉਹ ਗਗਰੇਟ ਸਾਰੀ ਪ੍ਰੋਡਕਸ਼ਨ ਪਾ ਰਹੇ ਆ, ਬਣਾ ਫਗਵਾੜੇ ਰਹੇ ਆ ਤੇ ਆਪਣੀ ਸਾਰੀ ਪ੍ਰੋਡਕਸ਼ਨ ਗਗਰੇਟ ਪਾ ਰਹੇ ਆ ਵੀ ਗਗਰੇਟ ਮੈਂ ਮੈਨੂਫੈਕਚਰ ਕਰ ਰਿਹਾ। ਤੇ ਐਕਸਾਈਜ਼ ਟੈਕਸ ਕਿਉਂਕਿ ਰਿਬੇਟ ਹੈਗੀ ਆ ਹਿਮਾਚਲ ਦੇ ਵਿੱਚ, ਤੇ ਉਹ ਸਾਰੀ ਸ਼ਿਪਮੈਂਟ ਜਿਹੜੀ ਆ ਗਗਰੇਟ ਤੋਂ ਕਰ ਰਹੇ ਤੇ ਬਣਾ ਪੰਜਾਬ 'ਚ ਰਹੇ ਆ। ਬਿਲਕੁਲ, ਕਹਿਣ ਦਾ ਮਤਲਬ ਹੈ ਕਿ ਪੰਜਾਬ ਨੂੰ ਇੱਥੋਂ ਹੀ ਨੁਕਸਾਨ ਹੋਣਾ ਸ਼ੁਰੂ ਹੋ ਰਿਹਾ ਆ। ਤੇ ਇਹ ਜਿਹੜੀ ਗੱਲ ਕੇਜਰੀਵਾਲ ਕਰ ਰਿਹਾ, ਇਸ ਚੀਜ਼ ਦੇ ਵਿੱਚ ਤਾਂ ਇੰਡਸਟਰੀ ਰਿਵਾਈਵਲ ਦਾ ਕੋਈ ਸਾਧਨ ਹੀ ਨਹੀਂ ਹੈ ਜੀ, ਕੋਈ ਇਹਦੇ ਵਿੱਚ ਮਨਸੂਬੇ ਜੀ ਜੀ ਸਰ। ਇਸ ਕਰਕੇ ਉਹ ਜੋ ਕਹਿ ਰਹੇ ਆ ਉਹ ਇਹਨਾਂ ਦੇ ਹੱਥ ਵਾਸਤੇ ਹੈ ਨਹੀਂ। ਸਟੇਟ ਦੇ ਸੈਂਟਰ ਗੌਰਮੈਂਟ ਦੀਆਂ ਪਾਲਿਸੀਆਂ ਹੈਗੀਆਂ, ਇਹ
ਜਦੋਂ ਪੀਵੀ ਨਰਸਿਮਹਾ ਰਾਓ, ਉਸ ਤੋਂ ਬਾਅਦ ਆਪਣੇ ਵਾਜਪਾਈ ਸਾਹਿਬ ਤੇ ਉਸ ਤੋਂ ਬਾਅਦ ਮਨਮੋਹਨ ਸਿੰਘ ਸਾਹਿਬ, ਇਹ ਸਾਰਿਆਂ ਨੂੰ ਪੰਜਾਬ ਜਿੰਨੀ ਪੰਜਾਬ ਗੌਰਮੈਂਟ ਨਾਲ ਜਿਹੜੀਆਂ ਸਮੇਂ ਦੀਆਂ ਪੰਜਾਬ ਗੌਰਮੈਂਟ ਸੀਗੀਆਂ ਉਹਨਾਂ ਨੇ ਬਕਾਇਦਾ ਕਿਹਾ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਹੈਗੀ ਆ ਸੈਂਟਰ ਦੀਆਂ ਇਹਨਾਂ ਪਾਲਿਸੀਆਂ ਕਰਕੇ ਬਰਬਾਦ ਹੋ ਰਹੀ ਹੈ। ਪਰ ਉਸ ਨਾਲ ਕਿਉਂਕਿ ਆਪਣੀਆਂ ਤਰਜੀਹਾਂ ਨੇ, ਕਿਉਂਕਿ ਉਹਨਾਂ ਨੇ ਜਿਹੜੀਆਂ ਦੂਸਰੀਆਂ ਸਟੇਟਸ ਹੈਗੀਆਂ ਆ ਹਿਮਾਚਲ ਤੇ ਉੱਤਰਾਖੰਡ, ਉਹਨਾਂ ਨੂੰ ਵੀ ਅਪਲਿਫਟ ਕਰਨਾ ਹੈਗਾ, ਇਸ ਕਰਕੇ ਉਹ ਕਰ ਰਹੇ ਹੈਗੇ ਆ। ਇਸ ਕਰਕੇ ਉਹ ਸਾਰਾ ਸੈਂਟਰ ਗੌਰਮੈਂਟ ਦੀਆਂ ਪਾਲਿਸੀਆਂ ਤੇ ਡਿਪੈਂਡ ਕਰਦਾ। ਪੰਜਾਬ ਗੌਰਮੈਂਟ ਜੋ ਕਰ ਸਕਦੀ ਆ ਮੇਰੇ ਹਿਸਾਬ ਨਾਲ ਉਹ ਕਰ ਰਹੇ ਆ, ਇਸ ਤੋਂ ਬਾਅਦ ਉਹ ਕੁਛ ਵੀ ਨਹੀਂ ਕਰ ਸਕਦੇ, ਕਿਉਂਕਿ ਜਦ ਤੱਕ ਆਰਡਰ ਜਦੋਂ ਤੁਹਾਨੂੰ ਹਿਮਾਚਲ ਤੋਂ ਉਹੀ ਪ੍ਰੋਡਕਟ ਸਸਤਾ ਮਿਲੂਗਾ ਕਿਸੇ ਵੀ ਕੰਪਨੀ ਨੇ, ਜਿੱਦਾਂ ਹੁਣ ਬੈਂਗਲੋਰ ਜਾਂ ਕਿਤੇ ਹੋਰ ਕੰਪਨੀਆਂ ਹੈਗੀਆਂ, ਉਹਨਾਂ ਨੇ ਜਦੋਂ ਉਹੀ ਸਮਾਨ ਪੰਜਾਬ ਤੋਂ ਮਿਲੂਗੇ ਮਹਿੰਗਾ ਮਿਲੂਗਾ, ਉਹੀ ਸਮਾਨ ਉੱਤਰਾਖੰਡ ਜਾਂ ਹਿਮਾਚਲ ਦੀ ਇੰਡਸਟਰੀ ਤੋਂ ਲੈਣਗੇ ਸਸਤਾ ਮਿਲੂਗਾ। ਵਾਈ ਦੇ ਬਾਏ ਫਰੋਮ ਪੰਜਾਬ ਜੀ, ਉਹੀ ਹੈ ਜੀ ਪੰਜਾਬ ਦੀ ਹੀ ਇੰਡਸਟਰੀ ਹਿਮਾਚਲ ਤੇ ਬੱਦੀ ਦੇ ਵਿੱਚ ਗਈ ਹੋਈ ਆ ਤੇ ਉਹੀ ਇੰਡਸਟਰੀ ਵਾਪਸ ਲਿਆਉਣੀ ਹੈ ਤਾਂ ਉਹ ਸਪੈਸ਼ਲ ਸਟੇਟਸ ਖਤਮ ਕਰਨੇ ਪੈਣੇ ਹੈ ਜੀ। ਜੀ ਥੈਂਕ ਯੂ ਵੈਰੀ ਮਚ ਸਰ, ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਬਹੁਤ ਵਧੀਆ ਮੁੱਦਾ ਚੁੱਕਿਆ। ਅਕਸਰ ਦੇਖਿਆ ਗਿਆ ਕਿ ਜਦੋਂ ਵੀ ਟੈਕਸ ਫਰੀ ਇੰਡਸਟਰੀਅਲ ਸਟੇਟ ਬਣਦੇ ਨੇ, ਇੰਡਸਟਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੂਵ ਹੁੰਦੀ ਹੈ, ਜਦੋਂ ਕੋਈ ਹੋਰ ਨਵਾਂ ਖੁੱਲ੍ਹਦਾ ਇੰਡਸਟਰੀ ਉੱਥੋਂ ਅੱਗੇ ਚਲੀ ਜਾਂਦੀ ਆ। ਇਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਹੈਗੀ ਆ ਉੱਤਰਾਖੰਡ ਅਤੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮੂਵ ਹੋਈ ਆ। ਉਹਦੇ ਕਾਰਨ ਇਹ ਨਹੀਂ ਕਿ ਪੰਜਾਬ ਦੇ ਵਿੱਚ ਬੱਤੀ ਮਹਿੰਗੀ ਸੀ ਜਾਂ ਕੁਛ ਸੀ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਸਸਤਾ ਪੈਂਦਾ ਸੀ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਸੀਂ ਅਕਸਰ ਮੋਹਾਲੀ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਦੀ ਇੰਡਸਟਰੀ ਜਿਹੜੀ ਹੈਗੀ ਆ ਉਹ ਸ਼ੋਅ ਹੁੰਦੀ ਹੈ ਕਿ ਮੋਹਾਲੀ ਚੰਡੀਗੜ੍ਹ ਵਿੱਚ ਹੈ, ਪਰ ਉਹਨਾਂ ਦੇ ਸਾਰਿਆਂ ਦੇ ਯੂਨਿਟ ਜਿਹੜੇ ਹੈਗੇ ਆ ਉਹ ਬੱਦੀ ਲੱਗੇ ਹੋਏ ਨੇ। ਬਹੁਤ ਸਾਰੇ ਲੋਕ ਇਸੇ ਤਰੀਕੇ ਨਾਲ ਕਾਰੋਬਾਰ ਕਰਦੇ ਨੇ। ਮੇਰੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ ਜੀ, 1170 ਲਾਸਟ 4 ਨੰਬਰ ਨੇ ਜੀ, 1170। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲੇ ਜੀ? ਮੈਂ ਜੀ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਤੋਂ ਬੋਲ ਰਿਹਾ ਅੱਜ। ਹਾਂਜੀ ਹਾਂਜੀ ਸਰ, ਮੇਰਾ ਨਾਮ ਸਰਬਜੀਤ ਸਿੰਘ ਨਾਗਰਾ ਜੀ ਸਰ। ਇਹਦੇ ਵਿੱਚ ਜਿਹੜੇ ਬੈਨੀਫਿਟਸ ਕੰਪਨੀਆਂ ਚਾਹੁੰਦੀਆਂ, ਜਿੱਦਾਂ ਪ੍ਰਾਈਸ ਸੈੱਟ ਕਰਦੇ ਆ, ਹੁਣ ਦੇਖ ਲਓ ਨੈਨੋ ਕਾਰ ਤੇ ਉਹ ਬੰਗਾਲ 'ਚ ਸ਼ੁਰੂ ਕਰਨੀ ਸੀ ਬਣਨੀ, ਬੰਗਾਲ ਗੌਰਮੈਂਟ ਨੇ ਉਹਨਾਂ ਨਾਲ ਫੈਨ ਦੇ ਮਗਰ ਪੰਗਾ ਅੜਾ ਲਿਆ। ਉਹਨੇ ਗੁਜਰਾਤ ਸਟੇਟ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਇੱਥੇ ਆ ਕੇ ਇਨਵੈਸਟਮੈਂਟ ਕਰੋ, ਵੀ ਅਸੀਂ ਤੁਹਾਨੂੰ ਫੈਨ ਫਰੀ ਦਿੰਦੇ ਹਾਂ ਜੀ। ਇਹ ਜਿਹੜੀ ਸਟੇਟ ਦੀ ਜ਼ਿੰਮੇਵਾਰੀ, ਹੁਣ ਸਟੇਟਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਹਾਂ ਅਸੀਂ ਬਿਜ਼ਨਸ ਨੂੰ ਕਿੱਦਾਂ ਖਿੱਚਣਾ। ਪਰ ਜਿਹੜੀ ਪੰਜਾਬ ਸਟੇਟ ਆ ਇਹ ਨਹੀਂ ਤਾਂ ਬਈ ਇਹ ਜਿਹੜੇ ਇਸ ਵੇਲੇ ਵੀ ਹੈ ਇਹ ਆਪਣਾ ਲੱਭਦੇ ਵੀ ਸਾਡਾ ਨਾਲ ਕੀ ਬੈਨੀਫਿਟ ਹੋ ਸਕਦਾ। ਹੁਣ ਇਸ ਵੇਲੇ ਜਿੰਨੀਆਂ ਬਿਜ਼ਨਸਾਂ ਚੱਲ ਰਹੀਆਂ ਤੇ ਦੇਖ ਲਓ, ਬੱਸਾਂ ਦੇਖ ਲਓ, ਹੋਟਲ ਦੇਖ ਲਓ, ਹੋਰ ਬੈੱਡਾਂ ਦੇ ਵਿੱਚ ਤੱਕ ਵੀ ਹਰੇਕ ਚੀਜ਼ ਵਿੱਚ ਵੀ ਸ਼ੇਅਰ ਆ ਜਿਹੜਾ ਵੀ ਮੈਂਬਰ ਗੌਰਮੈਂਟ ਦਾ ਹੈਗਾ ਆ। ਤਾਂ ਮੈਂ ਇਸ ਗੱਲੋਂ ਚੱਕਦਾ ਨਹੀਂ ਵੀ ਹੈ ਕੌਣ ਆ, ਬਾਦਲ ਗਰੁੱਪ ਹੈ। ਤਾਂ ਦੂਸਰਾ ਵੀ ਜਿਹੜਾ ਹੁਣ ਜਿੱਦਾਂ ਆਪਣੇ ਕਹਿ ਰਹੇ ਆ ਵੀ ਆਹ ਕਰਜ਼ੇ ਮਾਫ਼ ਕਰ ਸਕਦੇ ਜਾਂ ਨਹੀਂ, ਅਕਾਲੀਆਂ ਨੂੰ ਤਾਂ ਪਤਾ ਆ ਵੀ ਨਹੀਂ ਮਾਫ਼ ਕਰ ਸਕਦੇ, ਕਰਕੇ ਉਹਨਾਂ ਨੂੰ ਪਤਾ ਵੀ ਸਾਰਾ ਬੈਂਕ ਖਾਤਾ ਖਾਲੀ ਹੈ ਪਿਆ ਹੈ। ਤਾਂ ਵੀ ਸਾਨੂੰ ਗੱਪਾਂ ਮਾਰ ਕੇ ਵੀ ਆਹ ਕਰਾਂਗੇ ਦੂਜਾ ਹੋ ਜਾਊਗਾ। ਹੁਣ ਜਿਹੜੇ ਦੂਸਰੇ ਉਹਨਾਂ ਨੂੰ ਕਹਿਣਾ ਸੌਖਾ ਆ ਵੀ ਅਸੀਂ ਜੀ ਆਹ ਕਰਜ਼ਾ ਮਾਫ਼ ਕਰ ਦੇਵਾਂਗੇ, ਆਹ ਕਰ ਦੇਵਾਂਗੇ। ਜਿਸਲੇ ਉਹਨੂੰ ਹੀ ਆਉਣਾ ਵੀ ਅਸੀਂ ਉਹਨੂੰ ਆ ਕੇ ਮੋਹਰੇ ਇਹੀ ਜਵਾਬ ਦੇਣਾ ਹੈ ਵੀ ਦੱਸੋ ਅਸੀਂ ਕਿੱਦਾਂ ਮਾਫ਼ ਕਰ ਦਈਏ, ਵੀ ਸਾਰਾ ਕੁਛ ਤਾਂ ਖਾਲੀ ਪਿਆ ਜੀ। ਤਾਂ ਜਦ ਤੱਕ ਵੀ ਇਹ ਪਾਰਟੀ ਚੇਂਜ ਨਹੀਂ ਕਰਦੀ, ਘੱਟੋ ਘੱਟ ਤੁਹਾਨੂੰ 2 ਸਾਲ ਅੜਿੱਕਣਾ ਪਊਗਾ। ਜਿਹੜੇ ਗੌਰਮੈਂਟ ਦੀ ਚੇਂਜ ਆਊਗੀ ਤਾਂ ਇਹ ਪਤਾ ਲੱਗ ਸਕਦਾ ਵੀ ਹਾਂ। ਹੈਲੋ, ਮੇਰਾ ਖਿਆਲ ਹੈ ਸਾਡੇ ਕਾਲਰ ਜਿਨ੍ਹਾਂ ਦੀ ਕਾਲ ਚੱਲ ਰਹੀ ਸੀ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਹੈ। ਥੈਂਕ ਯੂ ਵੈਰੀ ਮਚ ਪਰਮਜੀਤ ਜੀ, BC ਤੋਂ ਗੱਲ ਕਰ ਰਹੇ ਸੀਗੇ। ਬਿਲਕੁਲ ਦਰੁਸਤ ਗੱਲ ਹੈ ਜੀ। ਫੰਡਸ ਦੇ ਉੱਪਰ ਆ ਕੇ ਮੇਰਾ ਖਿਆਲ ਹੈ ਸਾਰੇ ਪੈਨਲਿਸਟ ਇੱਕ ਥਾਂ 'ਤੇ ਤਾਂ ਜ਼ਰੂਰ ਸਹਿਮਤ ਹੋਣਗੇ ਕਿ ਪੈਸਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਇਨਵੋਲਵ ਆ ਜਦੋਂ ਵੀ ਕੋਈ ਮੈਨੀਫੈਸਟੋ ਆਉਂਦਾ ਉਹਦੇ ਵਿੱਚ। ਔਰ ਇਹੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਆ ਕਿ ਪੰਜਾਬ ਦੇ ਕੋਲ ਪੈਸਾ ਨਹੀਂ ਹੈ। ਔਰ ਇੰਡਸਟਰੀ ਦੇ ਪੰਜਾਬ ਨੂੰ ਛੱਡ ਕੇ ਜਾਣ ਦੇ ਕਾਰਨਾਂ ਵਿੱਚ ਬਹੁਤ ਸਾਰੇ ਕਾਰਨ ਨੇ, ਜਿਸ ਤਰੀਕੇ ਨਾਲ ਸਾਡੇ ਹੁਣੇ ਇੱਕ ਕਾਲਰ ਵੀ ਦੱਸ ਕੇ ਗਏ ਨੇ।
ਪਰ ਜਿਹੜੇ ਜਿਸ ਤਰੀਕੇ ਨਾਲ ਇਹ ਮੈਨੀਫੈਸਟੋ ਨੂੰ ਦੇ ਵਿੱਚ ਮੁੱਦਿਆਂ ਨੂੰ ਐਡਰੈਸ ਕੀਤਾ ਗਿਆ, ਮੈਂ ਉਹਦੇ 'ਤੇ ਦੁਬਾਰਾ ਆਵਾਂਗਾ। ਮੈਂ ਗੱਲ ਕਰ ਰਿਹਾ ਸੀ ਰੇਡ ਰਾਜ, ਇੰਸਪੈਕਟਰ ਰਾਜ ਤੇ ਗੁੰਡਾ ਟੈਕਸ ਨੂੰ ਖਤਮ ਕਰਨ ਦੀ ਜੀ। ਉਹਦੀ ਐਗਜ਼ਾਮਪਲ ਹੁਣੇ ਸਾਨੂੰ ਇੱਕ ਸਾਡੇ ਕਾਲਰ ਨੇ ਵੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਮੈਨੂਫੈਕਚਰਿੰਗ ਪੰਜਾਬ 'ਚ ਹੁੰਦੀ ਹੈ, ਲੇਕਿਨ ਬਿਲਿੰਗ ਜਿਹੜੀ ਹੈਗੀ ਆ ਉਹ ਹਿਮਾਚਲ ਤੋਂ ਕੀਤੀ ਜਾਂਦੀ ਹੈ ਤੇ ਪੰਜਾਬ ਨੂੰ ਨੁਕਸਾਨ ਕੀਤਾ ਜਾਂਦਾ। ਇਹੋ ਜਿਹੇ ਜਦੋਂ ਯੂਨਿਟ ਪੰਜਾਬ ਦੇ ਵਿੱਚ ਇਹੋ ਜਿਹੇ, ਜਦੋਂ ਮੈਂ ਬਹੁਤ ਸਾਰੀ ਇੰਡਸਟਰੀ ਨੂੰ ਜਾਣਦਾ ਜਿਹੜੀ ਸ਼ੋਅ ਮੋਹਾਲੀ ਵਿੱਚ ਹੁੰਦੀ ਹੈ, ਲੇਕਿਨ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਜਾਂ ਬੱਦੀ ਕਰਵਾਉਂਦੇ ਨੇ ਜਾਂ ਮੋਹਾਲੀ ਬਣਦਾ ਉਹਨਾਂ ਦਾ ਸਮਾਨ, ਬੱਦੀ ਕੋਈ ਛੋਟਾ ਜਿਹਾ ਯੂਨਿਟ ਲਗਾ ਕੇ ਬਿਲਿੰਗ ਬੱਦੀ ਤੋਂ ਕੀਤੀ ਜਾਂਦੀ ਹੈ। ਬਹੁਤ ਸਾਰੀ ਇੰਡਸਟਰੀ ਮੋਹਾਲੀ, ਚੰਡੀਗੜ੍ਹ ਦੇ ਵਿੱਚ ਵੀ ਇਹੋ ਜਿਹੀ ਹੈਗੀ ਆ। ਜਦੋਂ ਇੱਦਾਂ ਦਾ ਘਪਲਾ ਪੰਜਾਬ ਦੀ ਇੰਡਸਟਰੀ ਦੇ ਵਿੱਚ ਪਹਿਲਾਂ ਹੀ ਹੋ ਰਿਹਾ, ਉਦੋਂ ਰੇਡ ਰਾਜ, ਇੰਸਪੈਕਟਰ ਰਾਜ ਨੂੰ ਖਤਮ ਕਰਨਾ ਕਿੰਨਾ ਕੁ ਸਹੀ ਹੋਵੇਗਾ? ਅਜੀਤ ਜੀ। ਦੇਖੋ, ਰੇਡ ਰਾਜ ਔਰ ਇੰਸਪੈਕਟਰ ਰਾਜ ਦੀ ਜਿਹੜੀ ਗੱਲ ਕੀਤੀ ਗਈ ਹੈ ਨਾ ਜੀ, ਇਹ ਸਿਰਫ ਇੱਕ ਇਸ ਤਰ੍ਹਾਂ ਦਿਖਾ ਕੇ ਕੀਤੀ ਗਈ ਹੈ ਜਿਵੇਂ ਅਜੋਕੀ ਜਿਹੜੀ ਗਵਰਨਮੈਂਟ ਹੈ ਪੰਜਾਬ ਦੇ ਵਿੱਚ, ਉਹਦੀ ਬਹੁਤ ਜ਼ਿਆਦਾ ਧੌਂਸ ਹੋਵੇ ਤੇ ਧੌਂਸ ਦੇ ਨਾਲ ਉਹ ਲੋਕਾਂ ਤੋਂ ਪੈਸਾ ਉਗਰਾ ਰਹੀ ਹੋਵੇ। ਅਦਰਵਾਈਜ਼ ਜਿਹੜੀਆਂ ਸੇਫਟੀ ਮੈਜਰਸ ਵਾਸਤੇ, ਰੈਗੂਲੇਸ਼ਨਸ ਵਾਸਤੇ ਮਹਿਕਮੇ ਹੈਗੇ ਨੇ, ਉਹਨਾਂ ਦੀ ਟਾਈਮਲੀ ਜਾਂ ਚੈਕਿੰਗ ਇਹਦੀਆਂ ਸੇਫਟੀ ਮੈਜਰਸ ਹੈਗੇ, ਸੇਫ ਵਾਟਰ ਹੈਗਾ, ਇਲੈਕਟ੍ਰਿਸਿਟੀ ਦਾ ਯੂਜ਼ ਸਹੀ ਹੋ ਰਿਹਾ ਹੈ, ਕੁੰਡੀਆਂ ਤਾਂ ਨਹੀਂ ਲੱਗੀਆਂ ਹੋਈਆਂ, ਐਵਰੀਥਿੰਗ ਜਿਹੜੀਆਂ ਇਰੈਗੂਲਰਿਟੀਜ਼ ਕਹਿ ਲਓ ਆਪਾਂ, ਉਹ ਤਾਂ ਚੈਕਿੰਗ ਹੋਣੀ ਬਣਦੀ ਆ। ਪਰ ਉਹਨੂੰ ਪੇਸ਼ ਏਦਾਂ ਕੀਤਾ ਗਿਆ, ਹੁਣ ਜੇ ਆਪਾਂ ਇਹਨਾਂ ਨੂੰ ਆਖੀਏ ਨਵੀਂ ਪਾਰਟੀ ਨੂੰ ਜਿਹੜੀ ਇਸ ਤਰ੍ਹਾਂ ਦਾ ਮੈਨੀਫੈਸਟੋ ਕਰਦੇ ਨੇ ਕਿ ਤੁਸੀਂ ਰੈਗੂਲਰਾਈਜ਼ ਇਹਨਾਂ ਚੀਜ਼ਾਂ ਨੂੰ ਕਿਵੇਂ ਕਰੋਗੇ, ਲੋਕਾਂ ਦੀ ਮੈਂਟੈਲਿਟੀ ਤਾਂ ਨਹੀਂ ਬਦਲ ਜਾਣੀ ਇਹਦੇ ਨਾਲ ਕਿ ਹੁਣ ਆਮ ਆਦਮੀ ਪਾਰਟੀ ਆ ਗਈ ਹੈ ਤੇ ਹੁਣ ਅਸੀਂ ਸੋਚ ਬਦਲ ਲਈਏ। ਸੋਚ ਇੰਡਸਟਰੀਅਲਿਸਟ ਪ੍ਰੋਫਿਟ ਵਾਸਤੇ ਜੋ ਕੁਝ ਕਰਨ ਦੀ ਕੋਸ਼ਿਸ਼ ਕਰਦਾ ਉਹ ਕਰਦੇ ਨੇ, ਤੇ ਉਹਦੀ ਚੈਕਿੰਗ ਕਰਨੀ ਆ। ਤੇ ਉਹੀ ਇੰਸਪੈਕਟਰੀ ਰਾਜ ਕਹਿ ਲਓ, ਉਹਨੂੰ ਗੁੰਡਾ ਰਾਜ ਕਹਿ ਲਓ, ਉਹੀ ਉਹਨੂੰ ਧੌਂਸ ਦਾ ਰਾਜ ਕਹਿ ਲਓ। ਇਹ ਚੀਜ਼ਾਂ ਨੂੰ ਇੱਕ ਪੋਲੀਟੀਕਲ ਰੀਜ਼ਨ ਵਾਸਤੇ ਇਸ ਤਰ੍ਹਾਂ ਕਰਕੇ ਪੇਸ਼ ਕੀਤਾ ਗਿਆ। ਔਰ ਜਿਹੜੀ ਪਹਿਲਾਂ ਗੱਲ ਕਰ ਰਹੇ ਸੀ, ਉਹ ਜਿਹੜੀ ਬੱਦੀ ਬਿਲਿੰਗ ਹੋਣੀ ਹੈ, ਉਹ ਅਸਲ ਦੇ ਵਿੱਚ ਪਹਿਲੀਆਂ ਸਰਕਾਰਾਂ ਨੇ, ਔਰ ਹਾਲੇ ਵੀ ਉਹ ਸਰਕਾਰ ਨੇ, ਨਵੀਂ ਨੇ, ਮੋਦੀ ਸਾਹਿਬ ਨੇ ਉਹਦੇ ਵੱਲ ਕੋਈ ਮੈਨੂੰ ਨਹੀਂ ਲੱਗਦਾ ਕੋਈ ਵੱਡਾ ਧਿਆਨ ਦਿੱਤਾ ਹੈ। ਉਹਨੂੰ ਜਿਵੇਂ ਇੱਕ ਰਿਜ਼ਰਵੇਸ਼ਨ ਵਰਤੀ ਜਾਂਦੀ ਹੈ ਨਾ ਨੌਕਰੀਆਂ ਦੇ ਵਿੱਚ, ਤੇ ਉਹ ਇੱਕ ਪੋਲੀਟੀਕਲ ਟੂਲ ਬਣ ਗਿਆ ਕਿਸੇ ਕਮਿਊਨਿਟੀ ਖਾਸ ਦੀਆਂ ਵੋਟਾਂ ਲੈਣ ਵਾਸਤੇ। ਇਸ ਤਰ੍ਹਾਂ ਜਿੱਥੇ ਇੱਕ ਆਪਣੀ ਪਾਰਟੀ ਦਾ ਰਾਜ ਹੋ ਜਾਂਦਾ, ਜਿਵੇਂ ਪਹਿਲਾਂ ਕਾਂਗਰਸ ਪਾਰਟੀ ਦਾ ਰਾਜ ਹਿਮਾਚਲ 'ਚ ਹੈਗਾ ਸੀ, ਪੰਜਾਬ 'ਚ ਰਾਜ ਖਵਾ ਚੁੱਕੇ ਸੀ, ਉਹਨਾਂ ਨੇ ਇੱਕਦਮ ਜਿਹੜੀ ਹੈਗੀ ਉਹ ਟੈਕਸ ਰਿਬੇਟਸ ਦੀ, ਸਬਸਿਡੀਜ਼ ਦੀ ਇੱਕ ਪਛੜੇ ਇਲਾਕੇ ਨੂੰ ਡਿਵੈਲਪ ਕਰਨ ਦੇ ਨਾਂ ਤੇ ਉੱਥੇ ਦੇ ਦੇਣੀ ਹੈ। ਇੰਡਸਟਰੀਅਲਿਸਟ ਕੀ ਕਰਦਾ ਹੈ, ਉਹ ਆਪਣੀ ਯੂਨਿਟ ਉੱਥੇ ਲੈ ਜਾਂਦਾ ਹੈ, ਉਹਨੂੰ ਇੰਨਾ ਕੁ ਫਾਇਦਾ ਉਹ ਰਿਬੇਟਾਂ ਦੇ ਵਿੱਚੋਂ ਹੀ ਹੋ ਜਾਂਦਾ ਕਿ ਨਵੀਂ ਇਨਵੈਸਟਮੈਂਟ ਯੂਨਿਟ ਦੇ ਜਿਹੜੇ ਐਕਸਟਰਾ ਖਰਚੇ ਉਹਦੇ ਨਿਕਲ ਜਾਂਦੇ ਨੇ। ਉਹਦੇ ਵਿੱਚ ਜਿੱਥੋਂ ਇਹ ਟੈਕਸ ਰਿਬੇਟ ਵਾਪਸ ਲੈ ਜਾਂਦੇ ਨੇ, ਉਸ ਸਟੇਟ ਨੂੰ ਰਾਜ ਹੁੰਦਾ ਹੈ, ਕਾਰਖਾਨੇਦਾਰ ਨੂੰ ਉਹਦੇ ਤੋਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਤਾਂ ਸਗੋਂ ਕਿ ਨਵੀਂ ਪ੍ਰਾਪਰਟੀ ਆਪਣੀ ਉਹਨਾਂ ਰਿਬੇਟਾਂ ਤੋਂ ਕ੍ਰੀਏਟ ਕਰ ਲੈਂਦਾ। ਪੰਜਾਬ ਦੇ ਵਿੱਚੋਂ ਅਜੀਤ ਜੀ, ਮੈਂ ਤੁਹਾਨੂੰ ਇੱਥੇ ਇੱਕ ਮਿੰਟ ਰੋਕਣਾ ਚਾਹਾਂਗਾ, ਮੇਰੇ ਨਾਲ ਕਾਲਰ ਜੁੜੇ ਨੇ ਜੀ। ਅਜੀਤ ਜੀ, ਇੱਕ ਮਿੰਟ, ਮੈਂ ਤੁਹਾਨੂੰ ਤੁਹਾਡੇ ਨਾਲ ਦੁਬਾਰਾ ਆ ਰਿਹਾ, ਮੈਂ ਕਾਲਰ ਲੈਣੇ ਚਾਹਾਂਗਾ ਜੀ। ਲਾਸਟ 4 ਨੰਬਰ ਨੇ 0122 0122। ਹੈਲੋ, ਸਤਿ ਸ਼੍ਰੀ ਅਕਾਲ ਜੀ ਕੁਲਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਆਪਣਾ ਨਾਮ ਦੱਸੋਗੇ ਤੇ ਸ਼ਹਿਰ ਦੱਸੋਗੇ ਜੀ? ਹਾਂਜੀ, ਮੇਰਾ ਨਾਮ ਦਰਸ਼ਨ ਸਿੰਘ ਸੇਖੋਂ ਐਡਮਿੰਟਨ ਤੋਂ ਬੋਲ ਰਿਹਾ ਜੀ ਮੈਂ। ਹਾਂਜੀ ਸੇਖੋ ਸਾਹਿਬ। ਹਾਂਜੀ, ਹੋਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਖਾਸ ਕਰਕੇ ਤੁਹਾਡਾ। ਜੀ ਜੀ ਸੇਖੋ ਸਾਹਿਬ, ਕੀ ਜਿਹੜੇ ਦੋ ਤੁਹਾਡੇ ਨਾ ਦੇਖੋ ਜੀਤ ਸਿੰਘ ਜੀ ਤੇ ਦੋ ਸੁਖਬੀਰ ਜੀ, ਹਾਂਜੀ, ਇਹ ਤਾਂ ਪਤਾ ਨਹੀਂ ਕਿਉਂ ਆਪ ਪਾਰਟੀ ਦੇ ਪਿੱਛੇ ਪੈ ਗਏ। ਨਹੀਂ, ਤੁਸੀਂ ਉਹਨਾਂ ਦੀ ਗੱਲ ਨਹੀਂ ਸਰ। ਸੇਖੋ ਸਾਹਿਬ, ਮਜ਼ਾ ਆਊਗਾ ਜੇ ਤੁਸੀਂ ਆਪਣਾ ਰਿਵਿਊ ਦਿਓਗੇ ਮੈਨੂੰ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦੇ ਉੱਤੇ। ਨਹੀਂ, ਮੈਂ ਸੇਖੋ ਸਾਹਿਬ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ। ਹਰ ਇੱਕ ਦਾ ਆਪਣਾ ਪੁਆਇੰਟ ਆਫ ਵਿਊ ਹੈਗਾ। ਮੈਨੂੰ ਤੁਸੀਂ ਜ਼ਰੂਰ, ਅੱਜ ਮੈਨੂੰ ਕਿਉਂਕਿ ਤੁਸੀਂ ਕਾਫੀ ਵਾਰੀ ਕਾਲ ਕਰਦੇ ਹੋ, ਸੇਖੋ ਸਾਹਿਬ ਅੱਜ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਇਸ ਮੈਨੀਫੈਸਟੋ ਬਾਰੇ ਕੀ ਸੋਚਦੇ ਹੋ। ਮੈਂ ਉਹੀ ਸੋਚਦਾ ਜੀ, ਪਹਿਲਾਂ ਤੁਸੀਂ ਇਹਨਾਂ ਦਾ ਕੋਈ ਅਜੇ ਰਾਜ ਨਹੀਂ ਆਇਆ ਜੀ, ਦੋ ਪਾਰਟੀਆਂ ਲਗਾਤਾਰ 7 ਸਾਲ ਤੋਂ ਰਾਜ ਕਰੀ ਜਾਂਦੀਆਂ ਜੀ, ਉਹਨਾਂ ਤੋਂ ਹੀ ਦੇਖ ਲਿਆ। ਇਹਨਾਂ ਦੇਖੋ, ਅਸੀਂ ਸਭ ਤੋਂ ਵੱਡਾ ਸਾਡਾ ਚੋਣ ਮੈਨੀਫੈਸਟੋ ਮਤਲਬ ਹਰ ਚੀਜ਼ ਦਾ ਅਸੀਂ ਰਿਸ਼ਵਤਖੋਰੀ ਬੰਦ ਕਰਨੀ ਆ ਜੀ, ਕਰਪਸ਼ਨ ਜੀ, ਜੋ ਕਰਪਸ਼ਨ ਬੰਦ ਹੋ ਗਈ। ਇੱਕ ਮਹਿਕਮੇ ਦੇ ਵਿੱਚੋਂ ਹਰ ਵਾਰ ਪਿਆ ਲੁਧਿਆਣੇ ਦੇ ਇੱਕ ਇੰਡਸਟਰੀ ਵਾਲਾ 2 ਕਰੋੜ ਰੁਪਇਆ ਡੇਲੀ ਦਾ ਬਿਜਲੀ ਦਾ ਖਾਂਦਾ ਜੀ। ਉਹ ਡੇਲੀ ਦਾ ਬਚੋ ਤਾਂ ਕਿੰਨਾ ਹੋ ਗਿਆ ਜੇ 2 ਕਰੋੜ ਰੁਪਇਆ ਡੇਲੀ ਇੱਕ ਬਿਜਲੀ ਵਾਲੇ ਤੋਂ ਇੱਕ ਫੈਕਟਰੀ ਚੋਂ, ਇਹ ਮਤਲਬ ਫਿਕਰ ਆ ਜੀ।
ਜੀ 40 ਸਾਲ ਉੱਥੇ ਸਰਵਿਸ ਕੀਤੀ ਆ। ਮੈਂ ਸ਼ੁਰੂ ਦੇ ਵਿੱਚ ਸੇਖੋ ਸਾਹਿਬ ਇਹੀ ਜ਼ਿਕਰ ਕੀਤਾ ਸੀਗਾ ਕਿ ਆਪਾਂ ਰੇਡ ਰਾਜ ਨੂੰ ਕਿੱਦਾਂ ਖਤਮ ਕਰ ਦਾਂਗੇ, ਕਿਉਂਕਿ ਬਿਜਲੀ ਚੋਰੀ ਤਾਂ ਪਹਿਲਾਂ ਹੀ ਬਹੁਤ ਹੁੰਦੀ ਆ ਉੱਤੇ। ਬਸ ਉਹੀ ਤਾਂ ਖਤਮ ਕਰਨੀ ਜੀ, ਫਿਰ ਉਹ ਖਤਮ ਕਰਦੇ ਸਹਿਯੋਗ ਦੇ ਨਾਲ। ਜਦੋਂ ਇਹ ਤਾਂ ਕਹਿੰਦੇ ਵੀ ਹੋ ਕਿਉਂ ਨਹੀਂ ਸਕਦਾ, ਜਿੱਦਾਂ ਦਿੱਲੀ ਦੇ ਵਿੱਚ ਪਹਿਲਾਂ ਜਦੋਂ ਆਪ ਪਾਰਟੀ ਆਈ ਆ ਨਵੀਂ, ਦਿੱਲੀ ਦੇ ਡਾਕੀਆਂ 2 ਲੱਖ ਰੁਪਇਆ ਦੇ ਕੇ ਹਰੇਕ MLA ਕੋਲ ਪਹੁੰਚਿਆ ਆਪ ਪਾਰਟੀ ਦੇ ਕੋਲ। ਇਹ ਕਹਿੰਦਾ ਜੀ ਪਹਿਲੇ ਜੀ ਕਾਂਗਰਸ ਲੈ ਰਹੀ ਸੀ, ਇਹ ਕਾਂਗਰਸ ਲੈ ਰਹੀ ਸੀ, ਇਹ ਕਾਂਗਰਸ ਲੈ ਰਹੀ ਸੀ। ਉਹ ਕਹਿੰਦੇ ਵੀ ਇਹ ਸਾਡਾ ਨਹੀਂ ਫਰਜ਼, ਅਸੀਂ ਨਹੀਂ ਲੈਣਾ, ਅਸੀਂ ਤਾਂ ਸਾਫ਼ ਤੁਸੀਂ ਪ੍ਰੋਡਕਟ ਦਿਓ, ਸਾਡਾ ਕੋਈ ਨਹੀਂ। ਉਹ ਤੋਂ ਵਾਰ-ਵਾਰ ਉਹ ਤੋਂ ਬਚ ਗਿਆ। ਇੱਕ ਪੁਲ ਦੇ ਵਿੱਚੋਂ ਇੱਕ 120 ਕਰੋੜ ਰੁਪਏ ਦਿੱਲੀ ਤੋਂ ਬਚ ਗਿਆ। ਏਦਾਂ ਕਰਪਸ਼ਨ ਦੂਰ ਹੋ ਗਈ ਤਾਂ ਸਭ ਕੁਝ ਹੋ ਸਕਦਾ ਜੀ। ਇੱਕ ਬੰਦੇ ਨੂੰ ਕਰਨ ਤਾਂ ਦਿਓ, ਜੋ ਕਰਨਾ ਮਤਲਬ ਕੀਤਾ ਹੈ ਨਹੀਂ, ਆਈ ਹੈ ਨਹੀਂ, ਪਹਿਲਾਂ ਹੀ ਇਹਨਾਂ ਨੇ ਉਹ ਕਰੀ ਜਾਂਦਾ। ਮੈਨੂੰ ਤਾਂ ਬੜਾ ਬੁਰਾ ਲੱਗਦਾ, ਨਹੀਂ ਤਾਂ ਫਿਰ ਸੀਗਾ ਕਾਲੀਆ ਕੋਲ ਫਿਰ ਦੇ ਬਾਅਦ ਕਾਂਗਰਸ ਕੋਲ ਦੇ ਦਿਓ। ਉਹ ਤਾਂ ਤੁਸੀਂ ਦੇਖੀ ਜਾਂਦੇ, ਕਮ ਸੇ ਕਮ ਤੁਸੀਂ ਦੇਖੋ ਤਾਂ ਸਹੀ। ਮੇਰੀ ਬੇਨਤੀ ਇਹ ਵੀ ਇਹਨਾਂ ਨੂੰ ਖਾਸ ਕਰਕੇ ਦੋ ਜਿਹੜੀ ਅਜੀਤ ਤੇ ਸੁਖਦੇਵ ਜੀ ਸੀਪੀ ਠੀਕ ਹੈ ਜੀ, ਬਾਕੀ ਠੀਕ ਹੈ। ਤੇ ਤੁਹਾਡਾ ਤਾਂ ਪ੍ਰੋਗਰਾਮ ਬਹੁਤ ਚੱਲਦਾ ਹੈ ਜੀ ਸੇਖੋ ਸਾਹਿਬ। ਮੈਂ ਇੱਥੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਕਿ ਸਾਡੇ ਪੈਨਲ ਦੇ ਉੱਪਰ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਜੀ। ਦੂਸਰੀ ਗੱਲ, ਹਰ ਇੱਕ ਦਾ ਆਪਣਾ ਨਹੀਂ ਸੇਖੋ ਸਾਹਿਬ ਜੀ ਜੀ ਸੇਖੋ ਸਾਹਿਬ, ਤੇ ਹਰ ਇੱਕ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਹੈ। ਕਹਿੰਦੇ ਹੁੰਦੇ ਆ ਨਾ ਜੀ, ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਪੀਂਦਾ। ਸਾਡੇ ਪੰਜਾਬੀਆਂ ਦੀ ਹਾਲਤ ਸੇਖੋ ਸਾਹਿਬ ਇਹ ਹੋ ਗਈ ਆ, ਸਾਡੇ ਪੰਜਾਬੀਆਂ ਦੀ ਹਾਲਤ ਇਹ ਹੋ ਗਈ ਆ ਕਿ ਦੁੱਧ ਦਾ ਜਲਿਆ ਵੀ ਲੱਸੀ ਨੂੰ ਫੂਕਾਂ ਮਾਰ ਪੀਂਦਾ। ਅਸੀਂ ਅੱਖਾਂ ਮੀਟ ਕੇ ਧਰਮ ਦੇ ਨਾਂ ਤੇ, ਪੰਜਾਬੀਅਤ ਦੇ ਨਾਂ ਦੇ ਉੱਪਰ ਅਕਾਲੀਆਂ ਨੂੰ ਵੋਟਾਂ ਦੇ ਦਿੱਤੀਆਂ, ਕਦੀ ਕਾਂਗਰਸੀਆਂ ਨੂੰ ਅਸੀਂ ਕਿਸੇ ਮੁੱਦੇ ਤੇ ਵੋਟਾਂ ਦੇ ਦਿੱਤੀਆਂ। ਹੁਣ ਕੀ ਆ ਕਿ ਹੁਣ ਅਸੀਂ ਲੋਕ ਸਵਾਲ ਕਰਨ ਲੱਗ ਪਏ ਆ, ਅਸੀਂ ਤਰਕ ਕਰਨ ਲੱਗ ਪਏ ਆ। ਮੇਰਾ ਖਿਆਲ ਆ ਤਾਂ ਤੁਸੀਂ ਇਸ ਗੱਲ ਦਾ ਬੁਰਾ ਨਾ ਮਨਾਇਆ ਕਰੋ, ਸਗੋਂ ਇਸ ਗੱਲ ਨੂੰ ਪੋਜ਼ਿਟਿਵਲੀ ਲਿਆ ਕਰੋ। ਕਿਉਂਕਿ ਕੋਈ ਵੀ ਸੇਖੋ ਸਾਹਿਬ, ਆਮ ਆਦਮੀ ਪਾਰਟੀ ਨੂੰ ਅਜੀਤ ਜੀ ਦੇ ਕਹਿਣ ਨਾਲ, ਸ਼ਬਦੀਪ ਜੀ ਦੇ ਕਹਿਣ ਨਾਲ ਕਿਸੇ ਨੇ ਵੋਟ ਪਾ ਨਹੀਂ ਦੇਣੀ, ਨਾ ਹੀ ਕਿਸੇ ਨੇ ਉਹਨਾਂ ਨੂੰ ਵੋਟ ਜਿਹੜੀ ਹੈਗੀ ਆ ਕੈਂਸਲ ਕਰ ਦੇਣੀ ਆ। ਹਰ ਇੱਕ ਦਾ ਇੱਕ ਆਪਣਾ ਲਹਿਜਾ। ਅਸੀਂ ਚਾਹੁੰਦੇ ਆ ਕਿ ਲੋਕ ਹੁਣ ਤਰਕ ਕਰਨ। ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਜਿਹੜੀ ਤਰਕ 'ਚ ਉਪਜੀ ਆ, ਜਿਹੜੀ ਤਰਕ ਕਰਦੀ ਆ ਹਰ ਗੱਲ ਦੇ ਉੱਪਰ। ਪਬਲਿਕ ਵੀ ਤਰਕ ਕਰਦੀ ਆ, ਪਬਲਿਕ ਵੀ ਸੋਚਦੀ ਆ। ਲੈਟ ਪਬਲਿਕ ਸਪੀਕ, ਕੋਈ ਗੱਲ ਨਹੀਂ। ਆਮ ਆਦਮੀ ਪਾਰਟੀ ਦੀ ਜਿਹੜੀ ਸਪੋਰਟ ਆ, ਤੁਹਾਡੇ ਵਰਗੇ ਲੋਕ ਉਹਨਾਂ ਦੀ ਸਪੋਰਟ ਤੇ ਆ, ਮੈਨੂੰ ਨਹੀਂ ਲੱਗਦਾ ਉਹਨੂੰ ਕੋਈ ਪਿੱਛੇ ਕਰ ਸਕਦਾ। ਪਰ ਫਿਰ ਵੀ ਅਸੀਂ ਵੀ ਇੱਕ ਆਦਤ ਪਾਈ, ਅਸੀਂ ਜਿੱਦਾਂ ਅਕਾਲੀਆਂ ਦੇ ਉੱਪਰ, ਕਾਂਗਰਸ ਦੇ ਉੱਪਰ ਅੱਖਾਂ ਮੀਟ ਕੇ ਭਰੋਸਾ ਕੀਤਾ, ਆਮ ਆਦਮੀ ਪਾਰਟੀ ਦੇ ਉੱਪਰ ਅੱਖਾਂ ਖੋਲ ਕੇ ਭਰੋਸਾ ਕਰੀਏ, ਜ਼ਿਆਦਾ ਖੁਸ਼ੀ ਹੋਵੇਗੀ। ਸੇਖੋ ਸਾਹਿਬ, ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਧੰਨਵਾਦ ਜੀ। ਬਿਲਕੁਲ ਜੀ, ਗਲਤ ਅਜੇ ਤੱਕ ਕਿਆਸੇ ਲਗਾਏ ਜਾ ਸਕਦੇ ਸੇਖੋ ਸਾਹਿਬ। ਕਿੰਨੇ ਕਿੱਦਾਂ ਕੀਤਾ ਸਭ ਕੁਝ ਕਰਦੇ ਆ। ਜਿਹੜੀਆਂ ਇੱਕ ਪਾਰਟੀਆਂ ਦਾਦੀਆਂ ਨਹੀਂ ਜੀ, ਅੱਜ ਸੁਖਵੀਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਨਵਾਂ ਜੀ, ਜੋ ਕੱਢ ਕੇ ਉਹ ਏਦਾਂ ਨਹੀਂ ਕਰਦੀ ਸੀ। ਬਿਲਕੁਲ ਦੇਖੋ ਤਾਂ ਕਮ ਸੇ ਕਮ ਇਹ ਤਾਂ ਦੋ ਜਾਣੇ ਖਾਸ ਕਰਕੇ ਦੋ ਮੈਨਾਂ ਦਾ ਮੈਨੂੰ ਬਹੁਤ ਦੁੱਖ ਆ, ਉਹਦੇ ਪਿੱਛੇ ਪਿਆ। ਕੋਈ ਚੰਗੀ ਗੱਲ ਤਾਂ ਕਰਦੇ ਨਹੀਂ। ਸੇਖੋ ਸਾਹਿਬ, ਤੁਸੀਂ ਵੀ ਉਹਨਾਂ ਦੇ ਪਿੱਛੇ ਪੈ ਗਏ ਅੱਜ। ਸੇਖੋ ਸਾਹਿਬ, ਤੁਸੀਂ ਵੀ ਉਹਨਾਂ ਦੇ ਪਿੱਛੇ ਪੈ ਗਏ, ਤੁਸੀਂ ਵੀ ਆਪਣੀ ਗੱਲ ਨਹੀਂ ਕਰ ਰਹੇ ਕੋਈ ਵੀ। ਚਲੋ ਤੁਸੀਂ ਵੀ ਬਹੁਤ ਮਤਲਬ ਆਪ ਆਦੇ ਉਹਦਾ ਜਿਹੜੇ ਗਲਤ ਗੱਲਾਂ ਕਹਿੰਦੇ ਤੁਸੀਂ, ਜਿਹੜੀਆਂ ਤੁਸੀਂ ਕਹਿੰਦੇ ਹੋ ਨਹੀਂ ਸਹੀ ਕਹਿੰਦੇ ਹੋ, ਜਿਹੜੇ ਤੁਸੀਂ ਚੰਗੀਆਂ ਗੱਲਾਂ ਪਿਛਲੇ ਠੀਕ ਹੈ ਜੀ, ਵਧੀਆ ਕੀਤਾ, ਸਭ ਕੁਝ ਕਰਦੇ। ਮੈਂ ਤੁਹਾਨੂੰ ਕਿਉਂ ਨਹੀਂ ਗਲਤ ਕਿਹਾ? ਠੀਕ ਹੈ ਜੀ, ਠੀਕ ਹੈ ਸੇਖੋ ਸਾਹਿਬ, ਧੰਨਵਾਦ ਜੀ ਤੁਹਾਡਾ। ਉਹਨਾਂ ਨੇ ਚਾਰੇ ਦੇ ਕੁਝ ਕੀਤਾ ਹੀ ਨਹੀਂ, ਕੁਝ ਕੀਤਾ ਕਰਿਆ ਨਹੀਂ। ਸ਼ਰਾਬ ਦੇ ਵਿੱਚ ਹਰ ਬੰਦਾ ਬਚ ਸਕਦਾ, ਰੇਤ ਬਦਲੀ ਦੇ ਵਿੱਚ ਹਰ ਬੰਦਾ ਬਚ ਸਕਦਾ। ਬਿਲਕੁਲ ਹੋ ਸਕਦਾ ਜੀ, ਬਿਲਕੁਲ ਸਭ ਕੁਝ ਹੋ ਸਕਦਾ। ਜਦੋਂ ਬਲੂਪ੍ਰਿੰਟ ਸਾਹਮਣੇ ਆਏਗਾ ਜੀ, ਉਦੋਂ ਸ਼ਾਇਦ ਅੰਡਰਸਟੈਂਡਿੰਗ ਵੀ ਹੋ ਜਾਏਗੀ ਸਾਰੇ ਲੋਕਾਂ ਦੀ। ਪਰ ਮੈਂ ਜਿੱਦਾਂ ਤੁਹਾਨੂੰ ਗੁਜ਼ਾਰਿਸ਼ ਕੀਤੀ ਹੈ, ਤੁਹਾਨੂੰ ਬੇਨਤੀ ਕੀਤੀ ਹੈ ਸੇਖੋ ਸਾਹਿਬ, ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਅਗਰ ਲੋਕ ਤਰਕ ਕਰਦੇ ਨੇ, ਕਿਰਪਾ ਕਰਕੇ ਉਹਨੂੰ ਤੁਸੀਂ ਨਾ ਪੋਜ਼ਿਟਿਵ ਵੇ ਨਾਲ ਲਓ, ਕਰਨ ਦਿਓ। ਤੁਸੀਂ ਆਪਣੇ ਆਪ ਨੂੰ ਉਨਾ ਹੀ ਸਟਰੋਂਗ ਕਰੋ। ਮੇਰੇ ਨਾਲ ਇੱਕ ਸੇਖੋ ਸਾਹਿਬ ਕਾਲਰ ਹੋਰ ਜੁੜ ਗਏ ਨੇ, ਮੈਂ ਲੈਣੇ ਚਾਹਾਂਗਾ ਜੀ। ਇੱਕ ਬੰਦਾ ਬਿਲਕੁਲ ਨਹੀਂ, ਉਹ ਆਂਟੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਹੀ ਆ, ਉਹ ਨਹੀਂ ਬੋਲਦੇ ਵੀ ਉਹ ਸਹੀ ਕੀਤਾ। ਨਹੀਂ ਜੀ, ਬਹੁਤ ਤੁਸੀਂ ਸਾਡੇ ਨਾਲ ਜੁੜੇ ਰਹੋ। ਮੈਂ ਕਿਸੇ ਦਿਨ ਅਕਾਲੀਆਂ ਦੀ ਡਿਬੇਟ ਲੈ ਕੇ ਆਵਾਂਗਾ, ਤੁਸੀਂ ਦੇਖਣਾ ਹੈ ਸਾਡੇ ਦੋਨੋਂ ਸੱਜਣ ਉਹਨਾਂ ਦੇ ਬਾਰੇ ਵੀ ਕਿੱਦਾਂ ਬੋਲਦੇ ਨੇ ਜੀ। ਧੰਨਵਾਦ ਸੇਖੋ ਸਾਹਿਬ, ਧੰਨਵਾਦ ਜੀ। ਜੀ ਸੀਪੀ ਸਿੰਘ ਵੀ ਮੈਂ ਕਹਿੰਦਾ ਉਹ ਬੜਾ ਵਧੀਆ। ਠੀਕ ਹੈ ਸਰ,
ਸੇਖੋ ਸਾਹਿਬ ਧੰਨਵਾਦ ਜੀ। ਮੈਂ ਕਾਲਰ ਮੇਰੇ ਨਾਲ ਜੁੜੇ ਨੇ, ਮੈਂ ਉਹਨਾਂ ਨੂੰ ਲੈਣਾ ਚਾਹਾਂਗਾ ਜੀ। ਸੇਖੋ ਸਾਹਿਬ ਧੰਨਵਾਦ। ਸੇਖੋ ਸਾਹਿਬ ਬਹੁਤ ਓਕੇ ਜੀ। 9295 ਹੈ ਜੀ ਲਾਸਟ 4 ਨੰਬਰ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸੇਖੋ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਰ। ਪਹਿਲਾਂ ਆਪਣਾ ਨਾਮ ਤੇ ਸ਼ਹਿਰ ਜ਼ਰੂਰ ਦੱਸਿਓ ਜੀ। ਮੇਰਾ ਟੋਰਾਂਟੋ ਆ ਜੀ ਸ਼ਹਿਰ, ਮੇਰਾ ਨਾਮ ਹਰਪਾਲ ਆ ਜੀ। ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਜੇ ਕੋਈ ਆਮ ਆਦਮੀ ਪਾਰਟੀ ਦੀ ਬੁਰਾਈ ਕਰਦਾ ਤੇ ਉਹ ਦਿੱਲੀ ਦੇ ਟਰੈਕ ਰਿਕਾਰਡ ਦੇ ਕੇ ਗੱਲ ਕਰ ਰਿਹਾ ਜੀ। ਉਹਨਾਂ ਦੇ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਕੀਤਾ, ਜੋ ਉਹਨਾਂ ਨੇ ਵਾਅਦੇ ਕੀਤੇ, ਜੋ ਉਹਨਾਂ ਨੇ ਪੂਰੇ ਨਹੀਂ ਕੀਤੇ, ਜੇ ਉਹਨਾਂ ਦੀ ਦਿੱਲੀ ਤੋਂ ਸਰ ਗਵਰਨਮੈਂਟ ਨਾ ਬਣਦੀ ਤਾਂ ਕਿਸੇ ਵੇਲੇ ਵੀ ਨਹੀਂ ਬੁਰਾਈ ਕਰਨੀ ਸੀ ਜੀ। ਸਾਰਾ ਕੁਝ ਹਵਾ 'ਚ ਚੱਲੀ ਜਾਣਾ ਸੀ, ਸਭ ਕੁਝ ਸਹੀ ਚੱਲੀ ਜਾਣਾ ਸੀ ਜੀ। ਹੁਣ ਜਦੋਂ ਦਿੱਲੀ ਨੂੰ ਕੰਪੇਅਰ ਕਰਦੇ ਆ, ਜੋ ਪੰਜਾਬ 'ਚ ਕਹਿ ਰਹੇ ਆ ਉਹ ਦਿੱਲੀ 'ਚ ਨਹੀਂ ਕਰ ਰਹੇ, ਫਿਰ ਪੰਜਾਬ 'ਚ ਉਹ ਵਾਅਦੇ ਕਰ ਰਹੇ ਨੇ, ਤਾਂ ਫਿਰ ਲੋਕਾਂ ਨੇ ਸਰ ਜੀ ਕੁਐਸਚਨ ਤਾਂ ਕਰਨੇ ਆ। ਸੇਖੋ ਸਾਹਿਬ ਬਲਾਈਂਡ ਫੋਲੋਅਰ ਹੈਗੇ ਆ, ਇਹ ਅੱਖ ਮੀਟ ਲੈਂਦੇ ਆ ਜੀ ਜਦੋਂ ਉਹਨਾਂ ਦੀ ਕੋਈ ਗਲਤੀ ਹੋਵੇ। ਉਹਨਾਂ ਦੀਆਂ ਜਿੰਨੀਆਂ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਭਰਤੀਆਂ ਕੀਤੀਆਂ, ਉਹਨਾਂ ਦਾ ਕੋਈ ਰਿਟਨ ਟੈਸਟ ਨਹੀਂ, ਕੋਈ ਇੰਟਰਵਿਊ ਨਹੀਂ, ਉਹਦੇ ਤੇ ਇਹ ਨਹੀਂ ਕੁਛ ਕਹਿੰਦੇ। ਜੇ ਉਹਨਾਂ ਤੇ ਕੋਈ ਹੋਰ ਕੋਈ ਕੁਛ ਕਹਿੰਦਾ ਤਾਂ ਫਿਰ ਇਹਨਾਂ ਨੂੰ ਬੁਰਾ ਲੱਗਦਾ। ਏਦਾਂ ਨਹੀਂ ਹੁੰਦਾ ਜੀ। ਜੇ ਸੁਖਬੀਰ ਬਾਦਲ ਨੂੰ ਗਾਲਾਂ ਕੱਢੀਆਂ ਜਾਂ ਕੈਪਟਨ ਨੂੰ ਗਾਲਾਂ ਕੱਢਣੀਆਂ ਤਾਂ ਸੁਣਨੀਆਂ ਵੀ ਪੈਣੀਆਂ ਆ। ਇਹ ਗਿਵ ਐਂਡ ਟੇਕ ਹੀ ਆ, ਕੋਈ ਨਤੀਜੇ ਨਹੀਂ ਹੈਗਾ। ਕੇਜਰੀਵਾਲ ਜਿਹੜਾ ਕੋਈ ਗਲਤੀ ਨਹੀਂ ਕਰਦਾ, ਉਹ ਗਲਤੀਆਂ ਉਹਨੇ 2 ਸਾਲ ਜੀ ਇੰਨੀਆਂ ਗਲਤੀਆਂ ਕਰਤੀਆਂ, ਇੰਨੀਆਂ ਗਲਤੀਆਂ ਅਕਾਲੀਆਂ ਨੂੰ ਤੇ ਕੈਪਟਨ ਨੂੰ ਕਰਨ ਨੂੰ 40 ਸਾਲ ਲੱਗ ਗਏ। ਉਹਨੇ 2 ਸਾਲ ਜੀ ਇੰਨੇ ਕੁ ਆਪਣੇ ਦੁਸ਼ਮਣ ਨੂੰ ਬਣਾ ਲਿਆ ਜੀ। ਇਸ ਕਰਕੇ ਕੋਈ ਵੀ ਮਸੀਹਾ ਨਹੀਂ ਹੈਗਾ, ਕੋਈ ਵੀ ਇੰਨਾ ਸਾਫ ਸੁਥਰਾ ਨਹੀਂ ਹੈਗਾ ਕਿ ਉਹਦੀ ਕੋਈ ਗਲਤੀ ਨਹੀਂ ਤਾਂ ਉਹਨੂੰ ਕੋਈ ਕੰਡੈਮ ਨਾ ਕਰ ਸਕੇ। ਜੇ ਕੋਈ ਉਹਨੂੰ ਕੰਡੈਮ ਕਰਦਾ ਤੇ ਉਹ ਏਦਾਂ ਨਹੀਂ ਕਿ ਉਹ ਗਲਤ ਆ, ਉਹ ਵੀ ਪੂਰੇ ਤਰਕ ਨਾਲ ਇਹਨਾਂ ਕੋਲ ਕੋਈ ਪੁਆਇੰਟ ਹੈਗੇ ਤਾਂ ਹੀ ਉਹਨੂੰ ਕਹਿੰਦੇ ਆ ਵੀ ਗਲਤ ਆ। ਜੇ ਪੁਆਇੰਟ ਨਹੀਂ ਹੋਊਗੇ ਤਾਂ ਵੈਲਿਡ ਹੀ ਨਹੀਂ ਹੋਊਗੇ। ਇਹਨਾਂ ਦੀ ਕੋਈ ਸੇਧ ਨਹੀਂ ਹੋਣੀ। ਜੇ ਅਜੀਤ ਜੀ ਕਹਿੰਦੇ ਆ ਕਿ ਉੱਥੇ ਕੇਜਰੀਵਾਲ ਗਲਤ ਆ ਤਾਂ ਉਹ ਕਿਸੇ ਪੁਆਇੰਟ ਤੇ ਕਹਿੰਦੇ ਆ ਗਲਤ। ਐ ਨਹੀਂ ਥੋੜਾ ਕਹਿੰਦੇ ਕੋਈ ਬੰਦਾ ਨਹੀਂ ਸਹੀ, ਉਹਦੀ ਸ਼ਕਲ ਨਹੀਂ ਸਹੀ ਤਾਂ ਗਲਤ ਆ ਉਹ। ਬਿਲਕੁਲ ਹਰਪਾਲ ਜੀ। ਇਹ ਸਮਾਂ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਆ ਤੇ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਣੇ ਆ। ਜ਼ਿਆਦਾ ਟਾਈਮ ਨਹੀਂ ਲੱਗਣਾ, 6 ਮਹੀਨੇ ਸਾਲ ਦੇ ਵਿੱਚ ਜਵਾਬ ਮਿਲਣੇ ਸ਼ੁਰੂ ਹੋ ਜਾਣੇ ਆ। ਫਿਰ ਇਹ ਵੀ ਗੱਲ ਸਾਹਮਣੇ ਆ ਜਾਣੀ ਕਿ ਕੌਣ ਤਰਕ ਨਾਲ ਬੋਲ ਰਿਹਾ ਸੀ ਤੇ ਕੌਣ ਬਿਨਾਂ ਤਰਕ ਤੋਂ ਬੋਲਦਾ ਸੀ ਜੀ। ਨਹੀਂ ਉਹਦਾ ਗਾਰੰਟੀ ਨਾਲ ਮੈਂ ਤੁਹਾਨੂੰ ਕਹਿ ਦਿੰਦਾ ਕਿ ਨਹੀਂ ਆਣੀ, ਪਰ ਦਿੱਲੀ ਦੇ ਵਿੱਚ ਜੋ ਕਰ ਰਹੇ ਆ, ਜੋ ਕਿਹਾ ਸੀ ਤੇ ਜੋ ਕਰਨ 'ਚ ਡਿਫਰੈਂਸ ਹੈਗਾ ਆ, ਉਹ ਉਹੀ ਫਾਰਮੂਲਾ ਹੀ ਅਪਣਾਉਣਾ ਨਾ ਪੰਜਾਬ 'ਚ ਵੀ। ਪੰਜਾਬ ਦੇ ਵਿੱਚ ਜੇ ਅਸੀਂ ਆਮ ਆਦਮੀ ਜਿੱਦਾਂ ਹੁਣ ਜੀ ਮੋਦੀ ਆ, ਮੋਦੀ ਨੇ ਜੀ ਜੋ ਗੁਜਰਾਤ 'ਚ ਕੀਤਾ ਜੀ ਉਹੀ ਇੰਡੀਆ 'ਚ ਕਰ ਰਿਹਾ। ਆਪਾਂ ਇਹੀ ਕਹਿੰਦਾ ਸੀ ਗੁਜਰਾਤ ਨੇ ਬਰਬਾਦ ਕਰਤਾ ਜੀ, ਸਾਰੇ ਕਹਿ ਰਹੇ ਸੀ ਇੰਡੀਆ ਵੀ ਬਰਬਾਦ ਕਰ ਦੇਣਾ ਹੈ ਨਾ। ਤੇ ਇਸੇ ਤਰਕ ਨਾਲ ਜੋ ਦਿੱਲੀ 'ਚ ਕੇਜਰੀਵਾਲ ਕਰ ਰਿਹਾ, ਪੰਜਾਬ 'ਚ ਵੀ ਉਹੀ ਕਰਨਾ। ਇਹੀ ਇੱਕ ਫਾਰਮੂਲਾ ਬਣਾਇਆ। ਸਾਡੇ ਕੋਲ ਤਾਂ ਹੋਰ ਕੋਈ ਉਹਨੂੰ ਮੇਜਰ ਕਰਨ ਦਾ ਤਰੀਕਾ ਨਹੀਂ ਹੈ ਜੀ। ਬਿਲਕੁਲ ਦਰੁਸਤ ਗੱਲ ਆਈ ਤੁਹਾਡੀ। ਹਾਂ, ਬੜੇ ਛੋਟੇ ਸਮੇਂ ਦੀ ਪਾਰਟੀ ਆ, ਬੜੀ ਛੋਟੇ ਸਮੇਂ ਦੀ ਉਹਨਾਂ ਦੀ ਸਰਕਾਰ ਆ, ਉਹਦੇ ਅਕੋਰਡਿੰਗ ਹੀ ਸਾਰੇ ਪੈਨਲਿਸਟ ਗੱਲ ਕਰਦੇ ਨੇ ਜਾਂ ਸਾਡੇ ਕਾਲਰ ਗੱਲ ਕਰਦੇ ਨੇ। ਹਰਪਾਲ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਜੀ। ਓਕੇ ਸੇਖੋ ਸਾਹਿਬ ਤੇ ਹਰਪਾਲ ਜੀ ਦੋਨਾਂ ਦੇ ਅਲੱਗ-ਅਲੱਗ ਵਿਊ ਨੇ। ਉਸੇ ਤਰੀਕੇ ਨਾਲ ਜਿਵੇਂ ਕਿ ਸਾਡੇ ਪੈਨਲ ਤੇ ਬੈਠੇ ਮੇਰੇ ਸਾਥੀਆਂ ਦੇ ਵਿਊ ਹੁੰਦੇ ਨੇ। ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਹਰ ਇੱਕ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਆ, ਉਹ ਉਹਨੂੰ ਰੱਖ ਸਕਦਾ। ਇਹਨੂੰ ਵਿਰੋਧ 'ਚ ਨਾ ਲਿਆ ਜਾਵੇ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਅੱਖਾਂ ਮੀਟ ਕੇ ਅਸੀਂ ਬਹੁਤ ਸਾਲ ਬਾਦਲਾਂ ਨੂੰ ਪੰਜਾਬ ਦੀ ਵਾਗਡੋਰ ਦੇ ਕੇ ਰੱਖੀ ਆ। ਇਸ ਵਾਰੀ ਅੱਖਾਂ ਖੋਲ੍ਹ ਕੇ ਕਿਸੇ ਦੇ ਹੱਥ 'ਚ ਵਾਗਡੋਰ ਦਈਏ। ਪੰਜਾਬੀ ਇਸ ਮਾਮਲੇ 'ਤੇ ਆ ਕੇ ਜਦੋਂ ਅਸੀਂ ਬਾਹਰ ਕਿਤੇ ਬੈਠ ਕੇ ਗੱਲ ਕਰਦੇ ਤਾਂ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਸਰਕਾਰ ਕਿੱਦਾਂ ਚੁਣਦੇ, ਅੱਜ ਤੱਕ ਸਮਝ ਵਿੱਚ ਨਹੀਂ ਆਉਂਦਾ। ਪਰ ਮੈਨੂੰ ਲੱਗਦਾ ਕਿ ਹੁਣ ਲੋਕ ਇੰਨੇ ਕੁ ਅਵੇਅਰ ਹੋ ਗਏ, ਇੰਨੇ ਕੁ ਤੇ ਐਜੂਕੇਟ ਹੋ ਗਏ, ਇੰਨੀ ਕੁ ਮਾਰ ਉਹਨਾਂ ਨੇ ਖਾ ਲਈ ਆ ਕਿ ਹੁਣ ਅੱਖਾਂ ਖੋਲ੍ਹ ਕੇ ਅਗਲੀਆਂ ਸਰਕਾਰਾਂ ਚੁਣਨਗੇ। ਅਸੀਂ ਗੱਲਬਾਤ ਉਸੇ 'ਤੇ ਕਰ ਰਹੇ ਸੀ। ਅਜੀਤ ਜੀ ਤੁਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਆ, ਜਿਹੜੀ ਗੁੰਡਾ ਰਾਜ, ਰੇਡ ਰਾਜ ਜਾਂ ਅਸੀਂ ਜਿਹੜੀ ਇੰਸਪੈਕਟਰ ਰਾਜ ਹੈਗੀ ਆ ਉਹਦੇ 'ਤੇ ਚੱਲ ਰਹੀ ਸੀਗੀ ਜੀ। ਦੇਖੋ ਉਹੀ ਗੱਲ ਕੁਲਵੀਰ ਜੀ ਹੈ ਕਿ ਇਹ ਚੀਜ਼ਾਂ ਸਰਕਾਰੀ ਮਹਿਕਮੇ ਨੇ ਕੁਛ ਰੈਗੂਲੇਟ ਕਰਨ ਵਾਸਤੇ, ਬੇਨੀਮੀਆਂ ਨੂੰ ਰੋਕਣ ਵਾਸਤੇ, ਜਿਵੇਂ ਇਹਦੇ ਵਿੱਚ ਲੇਬਰ ਤੋਂ ਕਿਵੇਂ ਕੰਮ ਲਿਆ ਜਾਂਦਾ, ਲੇਬਰ ਸੇਫਟੀ ਦੇ ਪੂਰੇ ਮੇਜਰਸ ਅੰਦਰ ਹੈਗੇ ਨੇ, ਸਹੂਲਤ ਹੈਗੀ ਆ, ਫਾਇਰ ਦੀ ਹੈਗੀ ਆ, ਉਹ ਸਾਰੀਆਂ ਤੁਸੀਂ ਵੀ ਗਿਣਾਏ ਸੀ। ਜੇ ਉਹਨਾਂ ਨੂੰ ਚੈੱਕ ਕਰਨ ਸਰਕਾਰੀ ਮੁਲਾਜ਼ਮ ਜਾਂਦਾ ਹੈ ਕਿ ਇਹਨੂੰ ਆਪਾਂ ਇੰਸਪੈਕਟਰੀ ਰਾਜ ਕਹਿੰਦੇ ਤਾਂ ਬਦਲ ਕਿਵੇਂ ਹੋਊਗਾ, ਉਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਹੈਗਾ। ਸਿਰਫ ਇਸ ਚੀਜ਼ ਨੂੰ ਢਾਲ ਬਣਾਇਆ ਜਾਂਦਾ ਕਿ ਉਹ ਲੋਕੀ ਪੈਸੇ ਲੈ ਕੇ ਉਹਨਾਂ ਦੀ ਬੇਨੀਮੀਆਂ ਤੇ ਸ਼ਾਇਦ ਪਰਦਾ ਪਾ ਦਿੰਦੇ ਨੇ। ਸਾਡੀ ਸਰਕਾਰ ਜਿਹੜੀ ਹੈਗੀ ਉਹ ਰਿਸ਼ਵਤ ਨਹੀਂ ਲੈਣ ਦਊਗੀ।
ਪਰ ਕਈ ਗੱਲਾਂ ਜਿਹੜੀ ਪ੍ਰੋਸੀਜਰਲ ਗੱਲਾਂ ਨੇ ਉਹ ਇਕੱਲੀ ਰਿਸ਼ਵਤ ਵਾਲੀ ਗੱਲ ਦੇ ਨਾਲ ਹੀ ਨਹੀਂ ਹੱਲ ਹੋ ਜਾਂਦੀਆਂ ਹੈਗੀਆਂ। ਦੂਸਰੀ ਗੱਲ ਇਹ ਹੈ ਕਿ ਇਹ ਕੁਝ ਹੋਣਾ ਚਾਹੀਦਾ, ਇਹ ਕੁਝ ਕਰਾਂਗੇ, ਇਸ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਪਰ ਜਦੋਂ ਤੱਕ ਤੁਹਾਡੇ ਕੋਲ ਇਸ ਚੀਜ਼ ਦਾ ਵਿਸ਼ਲੇਸ਼ਣ ਨਹੀਂ ਹੈਗਾ ਕਿ ਚੰਗੀ ਭਲੀ ਚੱਲਦੀ ਇੰਡਸਟਰੀ, ਚਾਹੇ ਉਹ ਲੁਧਿਆਣੇ ਦੀ ਸੀ, ਚਾਹੇ ਬਟਾਲੇ ਦੀ ਸੀ, ਚਾਹੇ ਗੋਬਿੰਦਗੜ੍ਹ ਦੀ ਸੀ, ਉਹ ਕਿਵੇਂ ਪੰਜਾਬ ਤੋਂ ਬਾਹਰ ਚਲੇਗੀ, ਜਾਂ ਉਹਨਾਂ ਨੂੰ ਬਿਜਲੀ ਦਾ ਦੁੱਖ ਘਾਟ ਹੋਈ ਹੈ, ਉਹਨਾਂ ਨੂੰ ਕੱਚੇ ਮਾਲ ਦੀ ਘਾਟ ਹੋਈ ਹੈ, ਜਾਂ ਕੋਈ ਹੋਰ ਘਾਟ ਹੋਈ ਹੈ, ਜਾਂ ਉਹਦੇ ਨਾਲ ਉਹਨਾਂ ਨੂੰ ਮਾਰਕੀਟਿੰਗ ਦੀ ਘਾਟ ਹੋਈ ਹੈ। ਜੇ ਹੁਣ ਕਿਸੇ ਮੌਕੇ ਪੰਜਾਬ ਦੇ ਵਿੱਚੋਂ ਜਿਹੜੀ ਲੁਧਿਆਣੇ ਦੀ ਗਾਰਮੈਂਟ ਇੰਡਸਟਰੀ ਸੀ ਉਹ ਰਸ਼ੀਆ ਨੂੰ ਬਹੁਤ ਜਾਂਦੀ ਸੀ, ਔਰ ਉਸ ਵਕਤ ਟੌਪ ਤੇ ਸੀ, ਬੂਮ ਸੀ ਪੂਰਾ ਲੁਧਿਆਣੇ ਦੀ ਇੰਡਸਟਰੀ ਵਿੱਚ, ਖਾਸ ਕਰਕੇ ਜਿਹੜੀ ਗਾਰਮੈਂਟ ਇੰਡਸਟਰੀ ਸੀ। ਹੁਣ ਸ਼ਾਇਦ ਰਸ਼ੀਆ ਕਿਸੇ ਹੋਰ ਮਾਰਕੀਟ ਚ ਰੋਣ ਲੱਗੇ, ਉਹਨਾਂ ਨੂੰ ਉਹ ਮਾਰਕੀਟ ਓਡੀ ਬੜੀ ਰਹੀ ਨਹੀਂ ਤੇ ਇੰਡਸਟਰੀ ਦੀ ਉਹ ਹਾਲਤ ਨਹੀਂ ਰਹੀ ਹੈਗੀ। ਸੋ ਇਹੋ ਜਿਹੀਆਂ ਗੱਲਾਂ ਦਾ ਕੋਈ ਪੜਤਾਲ ਨਹੀਂ ਹੋ ਸਕਦਾ, ਉਹ ਆ ਕੇ ਕਰਨ, ਹੋ ਸਕਦਾ ਨਾ ਵੀ ਕਰਨ, ਪਰ ਅੱਜ ਇਹ ਅਸੀਂ ਮੰਨ ਲਈਏ ਕਿ ਉਹ ਇਹਨਾਂ ਦੇ ਕਹਿਣ ਨਾਲ ਹੀ ਸਾਰਾ ਕੁਝ ਹੱਲ ਹੋ ਜਾਂਦਾ ਹੈ। ਉਹ ਇਸ ਤਰ੍ਹਾਂ ਅੱਖਾਂ ਵਿੱਚ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ, ਤੇ ਜੇ ਬਿਨਾਂ ਕਿਸੇ ਛਾਣਬੀਣ ਤੋਂ ਫਿਰ ਉਹ ਲੋਕ ਲਵਾਵਣ ਨਾਰੇ ਵਾਂਗੂ ਹੀ ਜਾਪਣ ਲੱਗ ਜਾਂਦਾ। ਇਹਨੂੰ ਅਸੀਂ ਕੋਈ ਠੋਸ ਇਹ ਨਹੀਂ ਕਹਿ ਸਕਦੇ ਕਿ ਸਾਰੀਆਂ ਗੱਲਾਂ ਦਾ ਹੱਲ। ਜੀ, ਮੈਂ ਸ਼ਬਦੀਪ ਜੀ ਨਾਲ ਜ਼ਰੂਰ ਗੱਲ ਕਰਨੀ ਚਾਹਾਂਗਾ। ਰੇਡ ਰਾਜ, ਗੁੰਡਾ ਟੈਕਸ ਤੇ ਇੰਸਪੈਕਟਰ ਰਾਜ ਐਂਡ ਦੇ ਉੱਪਰ ਜਦੋਂ ਆਪਾਂ ਸ਼ਬਦੀਪ ਜੀ ਕਹਿ ਦਿੰਦੇ ਕਿ ਅਸੀਂ ਇਹਨੂੰ ਖਤਮ ਕਰ ਦਿਆਂਗੇ, ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰ ਦਿਆਂਗੇ ਤੇ ਇੱਕ ਸਿਸਟਮ ਨੂੰ ਰਨ ਕਿੱਦਾਂ ਕਰਾਂਗੇ? ਕੁਲਵੀਰ ਜੀ, ਪਹਿਲੀ ਗੱਲ ਤਾਂ ਇਹੀ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਪ੍ਰਤੀ ਸੱਚਮੁੱਚ ਪੰਜਾਬ ਦੀਆਂ ਸਰਕਾਰਾਂ, ਚਾਹੇ ਉਹ ਕਾਂਗਰਸ ਦੀਆਂ ਹੋਣ ਤੇ ਚਾਹੇ ਅਕਾਲੀ ਦਲ, ਭਾਜਪਾ ਦੀ ਅਗਵਾਈ ਵਾਲੀਆਂ, ਸੱਚਮੁੱਚ ਪੰਜਾਬ ਦੀ ਸਨਅਤ ਬਾਰੇ ਉਹ ਕਿੰਨਾ ਕੁ ਧਿਆਨ ਦਿੰਦੀਆਂ ਨੇ, ਜਿਹਦੇ ਆਧਾਰ ਦੇ ਉੱਤੇ ਅਸੀਂ ਇਹ ਕਹੀਏ ਕਿ ਉਹ ਉਹਨੂੰ ਰੈਗੂਲੇਟ ਕਰਨ ਦਾ ਯਤਨ ਕਰਦੀਆਂ ਹੋਣ ਜਾਂ ਉਹਨੂੰ ਖਤਮ ਕਰਨ ਲਈ ਵੀ ਯਤਨ ਕਰਦੀਆਂ ਹੋਣ। ਇਦਾਂ ਦਾ ਕੋਈ ਵੀ ਯਤਨ ਪੰਜਾਬ ਦੀਆਂ ਸਰਕਾਰਾਂ ਕਰਦੀਆਂ ਕਦੇ ਨਜ਼ਰ ਹੀ ਨਹੀਂ ਆਉਂਦੀਆਂ। ਪੰਜਾਬ ਦੀਆਂ ਸਰਕਾਰਾਂ ਦਾ ਜੋ ਹੁਣ ਤੱਕ ਦਾ ਰਵੱਈਆ ਨਜ਼ਰ ਆ ਰਿਹਾ, ਉਹਦੇ ਤੋਂ ਬਿਲਕੁਲ ਜ਼ਾਹਰ ਹੈ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਸ਼ਿਫਟ ਹੋ ਰਹੀ ਹੈ। ਜਦੋਂ ਪੰਜਾਬ ਦੇ ਵਿੱਚੋਂ ਇੰਡਸਟਰੀ ਸ਼ਿਫਟ ਹੋ ਰਹੀ ਹੈ ਤਾਂ ਉਹਦੇ ਬਾਰੇ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਬਹੁਤ ਕਲੀਅਰ ਹੈ ਮੇਰੇ ਮਨ ਦੇ ਵਿੱਚ ਕਿ ਕਿਸੇ ਵੀ ਸਨਅਤਕਾਰ ਦਾ, ਬਿਜ਼ਨਸਮੈਨ ਦਾ ਪਰਸਨਲੀ ਕੋਈ ਧਰਮ ਹੋ ਸਕਦਾ, ਉਹ ਹਿੰਦੂ ਹੋ ਸਕਦਾ, ਮੰਦਿਰ ਜਾ ਸਕਦਾ, ਉਹ ਸਿੱਖ ਹੋ ਸਕਦਾ, ਗੁਰਦੁਆਰੇ ਜਾ ਕੇ ਮੱਥਾ ਟੇਕ ਸਕਦਾ, ਪਰ ਜਿਹੜੀ ਪੂੰਜੀ ਦੇ ਉੱਤੇ ਉਹ ਕੰਮ ਕਰਦਾ ਉਸ ਪੂੰਜੀ ਦਾ ਕੋਈ ਧਰਮ ਨਹੀਂ ਹੈ। ਪੂੰਜੀ ਦਾ ਇੱਕੋ ਇੱਕ ਧਰਮ ਆ, ਹੋਰ ਮੁਨਾਫਾ ਕਮਾਉਣਾ, ਤੇ ਜਿੱਥੇ ਉਹਨੂੰ ਮੁਨਾਫਾ ਮਿਲੇਗਾ ਉਹ ਉੱਥੇ ਹੀ ਚਲੀ ਜਾਏਗੀ। ਦੂਸਰੀ ਗੱਲ ਜਿਹੜੀ ਆ, ਪੂੰਜੀ ਦੇ ਉੱਤੇ ਜਿਹੜਾ ਨਿਯਮ ਲਾਗੂ ਹੁੰਦਾ, ਅਸੀਂ ਵਾਰ-ਵਾਰ ਇੱਕ ਗੱਲ ਬੜੇ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਹਾਂ। ਹੁਣ ਹੋ ਸਕਦਾ ਸੇਖੋਂ ਸਾਹਿਬ ਵਰਗੇ ਜਿਹੜੇ ਦੋਸਤ ਨੇ ਉਹ ਇਹਦੀ ਵੀ ਗਲਤ ਵਿਆਖਿਆ ਕੱਢ ਲੈਣ, ਜਾਂ ਇਹ ਕਹਿ ਲੈਣ ਕਿ ਮੈਂ ਕਿਸੇ ਅਕਾਲੀ ਦਲ ਦੀ, ਮੈਂ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰ ਰਿਹਾ। ਇੱਕ ਰਾਜ ਦੇ ਵਿੱਚ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ, ਸਨਅਤੀ ਵਿਕਾਸ ਦੇ ਲਈ ਜਦੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਉਹਦੇ ਵੀ ਕੁਝ ਨਿਯਮ ਨੇ। ਬੇਸ਼ੱਕ ਹੇਰਾ ਫੇਰੀਆਂ ਸਾਡੇ ਤੰਤਰ ਦੇ ਵਿੱਚ ਬਥੇਰੀਆਂ ਹੁੰਦੀਆਂ ਨੇ। ਇੱਕ ਦੌਰ ਸੀ ਜਦੋਂ ਪੰਜਾਬ ਨੂੰ ਵੀ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਬਸਿਡੀਆਂ ਦਿੱਤੀਆਂ ਗਈਆਂ ਸੀ, ਉਸ ਤੋਂ ਬਾਅਦ ਉਹ ਸਬਸਿਡੀਆਂ ਹਿਮਾਚਲ ਵੱਲ ਨੂੰ ਸ਼ਿਫਟ ਹੋ ਗਈਆਂ। ਬਦਕਿਸਮਤੀ ਦੀ ਗੱਲ ਇਹ ਹੈ ਕਿ ਪੰਜਾਬ ਨੂੰ ਜਦੋਂ ਸਬਸਿਡੀਆਂ ਮਿਲੀਆਂ ਵੀ ਸੀ, ਅਸੀਂ ਉਸ ਦੌਰ ਦੇ ਵਿੱਚ ਉਹਦਾ ਕੋਈ ਬਹੁਤ ਵੱਡਾ ਲਾਹਾ ਨਹੀਂ ਲੈ ਸਕੇ। ਪੰਜਾਬ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਮੈਂ ਰਹਿਣਾ, ਮੋਹਾਲੀ ਦੇ ਵਿੱਚ, ਜੇ ਮੈਂ ਇੰਡਸਟਰੀਅਲ ਏਰੀਆ ਦੇ ਵਿੱਚ ਜਾਵਾਂ ਤਾਂ ਮੈਂ ਆਸਾਨੀ ਦੇ ਨਾਲ ਦੇਖ ਸਕਦਾ ਕਿ ਕਿੰਨੇ ਇੰਡਸਟਰੀਅਲ ਪਲਾਟ ਨੇ ਜਿਨ੍ਹਾਂ ਦੇ ਵਿੱਚ ਕੰਮ ਹੋ ਰਿਹਾ, ਕਿੰਨੇ ਇੰਡਸਟਰੀਅਲ ਪਲਾਟ ਨੇ ਜਿਨ੍ਹਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਦੇਖ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੀ ਸਵਾਏ ਚਾਰ ਦੀਵਾਰੀ ਤੋਂ, ਜਾਂ ਫਿਰ ਉੱਥੇ ਕਬਾੜ ਬਣਿਆ ਪਿਆ, ਕੁਝ ਮਟੀਰੀਅਲ ਪਿਆ ਹੋਇਆ, ਪਤਾ ਨਹੀਂ ਉਹ ਅੱਗ ਲੱਗਣ ਦੇ ਬਹਾਨੇ ਪਿਆ ਹੋਇਆ ਵਾ ਕਿ ਕਿਸੇ ਇੰਡਸਟਰੀ ਨੂੰ ਫੇਲ ਹੋਣ ਦੇ ਬਹਾਨੇ ਪਿਆ ਹੋਇਆ। ਉਹ ਸਾਰੀਆਂ ਚੀਜ਼ਾਂ ਲੋਕਾਂ ਨੇ ਰੱਖੀਆਂ ਹੋਈਆਂ। ਜਿਹੜੀ ਗੱਲ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਇੰਸਪੈਕਟਰੀ ਰਾਜ ਜਾਂ ਰੇਡ ਰਾਜ ਖਤਮ ਕਰਨਾ, ਮੇਰੇ ਮੁਤਾਬਕ ਜਿਹੜੇ ਸਰਕਾਰੀ ਨਿਯਮ ਨੇ ਉਹਨਾਂ ਦੀ ਪਾਲਣਾ ਕਰਨਾ ਹੋਰ ਚੀਜ਼ ਹੈ, ਉਹਨਾਂ ਦੀ ਦੁਰਵਰਤੋਂ ਕਰਨਾ ਹੋਰ ਚੀਜ਼ ਹੈ। ਜੇ ਸਰਕਾਰਾਂ ਇੰਡਸਟਰੀਅਲ ਨੂੰ ਤਬਾਹ ਕਰਨ ਦੇ ਲਈ, ਸਨਅਤਕਾਰਾਂ ਨੂੰ ਪਰੇਸ਼ਾਨ ਕਰਨ ਦੇ ਲਈ ਉਹਨਾਂ ਦਾ ਇਸਤੇਮਾਲ ਕਰਦੀਆਂ ਤਾਂ ਉਹਦੇ ਅਰਥ ਹੋਰ ਨਿਕਲਣਗੇ। ਪਰ ਜੇ ਉਹ ਸਨਅਤ ਦੇ ਅੰਦਰ ਜਾ ਕੇ ਇਹ ਚੈੱਕ ਕਰਨ ਦਾ ਯਤਨ ਕਰਦੇ ਨੇ ਕਿ ਜੋ ਕੁਝ ਨਿਯਮਾਂ ਮੁਤਾਬਕ ਕਾਗਜ਼ਾਂ ਦੇ ਵਿੱਚ ਇੰਡਸਟਰੀਅਲ ਹੱਬ ਨੇ
ਤੈਅ ਕੀਤਾ ਉਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਕਿ ਨਹੀਂ, ਉਹਨਾਂ ਦੀ ਪਾਲਣਾ ਹੋ ਰਹੀ ਹੈ ਕਿ ਨਹੀਂ, ਉਹਨਾਂ ਦੀ ਜੇ ਕੋਈ ਚੈੱਕਅਪ ਹੁੰਦੀ ਹੈਗੀ ਤਾਂ ਉਹ ਇੱਕ ਬਿਲਕੁਲ ਹੀ ਅਲੱਗ ਤਰ੍ਹਾਂ ਦਾ ਮਸਲਾ। ਜੇ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਜੋ ਮਜ਼ਦੂਰਾਂ ਦੇ ਪੱਖ ਦੇ ਵਿੱਚ ਸਹੂਲਤਾਂ ਇੰਡਸਟਰੀ ਦੇ ਨਿਯਮਾਂ ਮੁਤਾਬਕ ਦੇਣੀਆਂ ਚਾਹੀਦੀਆਂ, ਉਹਨਾਂ ਨੂੰ ਜਿਹੜਾ ਵਾਤਾਵਰਣ ਦੇਣ ਦਾ ਵਾਅਦਾ ਕੀਤਾ ਗਿਆ ਕਿ ਉਹ ਵਾਤਾਵਰਣ ਦਿੱਤਾ ਜਾ ਰਿਹਾ ਕਿ ਨਹੀਂ। ਜੇ ਇੰਸਪੈਕਟਰ ਇਹ ਚੈੱਕ ਕਰਨ ਜਾਂਦਾ ਤਾਂ ਇਹਦੇ 'ਚ ਕੋਈ ਅਸੀਂ ਗਲਤ ਗੱਲ ਨਹੀਂ ਕਹਿ ਸਕਦੇ। ਜੇ ਕੋਈ ਇਹ ਚੈੱਕ ਕਰਨ ਜਾਂਦਾ ਕਿ ਬਿਜਲੀ ਦੀ ਚੋਰੀ ਹੋ ਰਹੀ ਹੈ ਕਿ ਨਹੀਂ, ਇਹਦੇ ਤੇ ਕੋਈ ਗਲਤ ਗੱਲ ਨਹੀਂ ਕਹੀ ਜਾ ਸਕਦੀ। ਜੇ ਕੋਈ ਇਨਸਪੈਕਸ਼ਨ ਜਾਂ ਛਾਪਾ ਇਸ ਬਣਾ ਦੇ ਉੱਤੇ ਵੱਜਦਾ ਵਾ ਕਿ ਪ੍ਰੋਡਕਸ਼ਨ ਫਗਵਾੜੇ ਦੇ ਵਿੱਚ ਹੋ ਰਹੀ ਆ, ਬਿਲਿੰਗ ਬੱਦੀ ਤੋਂ ਹੋ ਰਹੀ ਆ, ਪ੍ਰੋਡਕਸ਼ਨ ਰਾਜਪੁਰੇ ਜਾਂ ਮੋਹਾਲੀ ਦੇ ਵਿੱਚ ਹੋ ਰਹੀ ਆ, ਬਿਲਿੰਗ ਉਹਦੀ ਹਿਮਾਚਲ ਪ੍ਰਦੇਸ਼ ਜਾਂ ਉੱਤਰਾਖੰਡ ਦੇ ਕਿਸੇ ਖੇਤਰ 'ਚ ਹੋ ਰਹੀ ਆ, ਇਸ ਗੱਲ ਨੂੰ ਲੱਭਣ ਲਈ ਜਾਂਦਾ ਕੋਈ ਚੈੱਕ ਕਰਨ, ਤਾਂ ਇਹਨੂੰ ਅਸੀਂ ਇਹ ਨਹੀਂ ਕਵਾਂਗੇ ਕਿ ਇਹ ਗਲਤ ਹੈ। ਸਵਾਲ ਸਿਰਫ ਇਹ ਆ ਕਿ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਨੇ ਕਿ ਅਸੀਂ ਆਹ ਵੀ ਚੀਜ਼ ਖਤਮ ਕਰ ਦਿਆਂਗੇ, ਆਹ ਵੀ ਚੀਜ਼ ਖਤਮ ਕਰ ਦਿਆਂਗੇ, ਤਾਂ ਇਹਦਾ ਇੱਕ ਅਰਥ ਇਹ ਤਾਂ ਨਿਕਲ ਆਉਂਦਾ ਕਿ ਅਸੀਂ ਜੋ ਹੁਣ ਤੱਕ ਰਾਜ ਚਲਾਉਂਦੇ ਆ ਰਹੇ ਨੇ ਉਹਨਾਂ ਤੋਂ ਵੱਖਰਾ ਕੋਈ ਸਿਸਟਮ ਖੜਾ ਕਰ ਦੇਵਾਂਗੇ। ਪਰ ਪ੍ਰੈਕਟੀਕਲੀ ਇਦਾਂ ਸ਼ਾਇਦ ਆਮ ਆਦਮੀ ਪਾਰਟੀ ਵੀ ਨਾ ਕਰ ਸਕੇ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਰਕਾਰ ਚੁਣਨ ਦਾ ਮੌਕਾ ਦਿੱਤਾ, ਕਿਉਂਕਿ ਆਖਰਕਾਰ ਜਿਹੜੀਆਂ ਚੀਜ਼ਾਂ ਦਾ ਧਿਆਨ ਉਹਨਾਂ ਨੂੰ ਰੱਖਣਾ ਪਏਗਾ, ਉਹਨਾਂ ਨੂੰ ਵੀ ਉਹਨਾਂ ਦਾ ਰੱਖਣਾ ਹੀ ਪਏਗਾ। ਅੱਜ ਮੈਨੂੰ ਸਮਝ ਨਹੀਂ ਲੱਗੀ ਸੇਖੋਂ ਸਾਹਿਬ ਨੇ ਕਿਵੇਂ ਕਹਿ ਦਿੱਤਾ ਕਿ ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਗੱਲ ਕੀਤੀ। ਮੈਂ ਜਦੋਂ ਓਪਨਿੰਗ ਕਮੈਂਟ ਦਿੱਤਾ ਮੈਂ ਸਿਰਫ 3 ਚੀਜ਼ਾਂ ਬਾਰੇ ਚਰਚਾ ਕੀਤੀ। ਪਹਿਲੀ ਚਰਚਾ ਇਹ ਕਿ ਜਿਹੜੇ ਵੱਖ-ਵੱਖ ਮੈਨੀਫੈਸਟੋ ਆਏ ਆ ਕਿ ਇੱਕ ਮੈਨੀਫੈਸਟੋ ਕਿਤੇ ਦੂਜੇ ਨਾਲ ਵਿਰੋਧਾਭਾਸ ਦੇ ਵਿੱਚ ਤਾਂ ਨਹੀਂ ਖੜਾ, ਹਾਲਾਂਕਿ ਮੈਂ ਕੋਈ ਵਿਰੋਧਾਭਾਸ ਸਾਬਤ ਨਹੀਂ ਕਰਨ ਦਾ ਯਤਨ ਕੀਤਾ। ਦੂਜੀ ਗੱਲ ਇਹ ਕੀਤੀ ਕਿ ਮੈਂ ਕੋਈ ਬਾਰੀਕੀ ਨਾਲ ਅਧਿਐਨ ਨਹੀਂ ਕੀਤਾ ਨਵੇਂ ਮੈਨੀਫੈਸਟੋ ਦਾ। ਮੈਂ ਕਹਿ ਨਹੀਂ ਸਕਦਾ ਕਿ ਮਿਨੀਮਮ ਵੇਜ ਦੇ ਸਵਾਲ ਉੱਤੇ, ਕਿਰਤ ਦੇ ਸਵਾਲ ਦੇ ਉੱਤੇ ਮੈਨੀਫੈਸਟੋ ਕੀ ਕਹਿੰਦਾ, ਮੈਂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਜੇ ਕਹਿੰਦਾ ਵਾ ਤੇ ਆਮ ਆਦਮੀ ਪਾਰਟੀ ਸਹੀ ਹੈ, ਜੇ ਨਹੀਂ ਕਹਿੰਦਾ ਤਾਂ ਬਾਕੀ ਦੇ ਦੋਸਤ ਮੈਨੂੰ ਦਰੁਸਤ ਕਰ ਦੇਣ। ਇਸੇ ਤਰ੍ਹਾਂ ਜੇ ਟਰਾਂਸਪੋਰਟ ਦੀ ਗੱਲ ਆ, ਡਰਾਈਵਰਾਂ ਤੇ ਕੰਡਕਟਰਾਂ ਦੇ ਲਈ ਕੀ ਕੀਤਾ ਜਾਏਗਾ ਜਿਨ੍ਹਾਂ ਨੇ ਮਾਲਕਾਂ ਦੀਆਂ ਬੱਸਾਂ ਚਲਾਉਣੀਆਂ, ਜੇ ਇਹਦੇ ਬਾਰੇ ਮੈਨੀਫੈਸਟੋ ਬੋਲਦਾ ਹੈ ਤੇ ਸਹੀ ਬੋਲਦਾ ਹੈ ਤਾਂ ਇਹ ਬਿਲਕੁਲ ਆਮ ਆਦਮੀ ਪਾਰਟੀ ਸਹੀ ਹੋਏਗੀ। ਜੇ ਨਹੀਂ ਬੋਲਦਾ ਤਾਂ ਇਹ ਸਵਾਲ ਆਮ ਆਦਮੀ ਪਾਰਟੀ ਤੇ ਉਠਾਉਣਾ ਚਾਹੀਦਾ। ਹੁਣ ਜੇ ਤਾਂ ਸੇਖੋਂ ਸਾਹਿਬ ਨੂੰ ਇਹ ਲੱਗਦਾ ਕਿ ਇੰਡਸਟਰੀਅਲ ਲੋਕਾਂ ਦੇ ਹਿੱਤ ਬਹੁਤ ਵੱਡੇ ਨੇ, ਡਰਾਈਵਰ ਤੇ ਕੰਡਕਟਰ ਦੇ ਟਰਾਂਸਪੋਰਟਰ ਨਾਲੋਂ ਛੋਟੇ ਨੇ, ਕਿਰਤ ਕਰਨ ਵਾਲੇ ਦੇ ਸਨਅਤਕਾਰ ਨਾਲੋਂ ਹਿੱਤ ਛੋਟੇ ਨੇ, ਤਾਂ ਫਿਰ ਮੇਰੇ ਮੁਤਾਬਕ ਉਹਨਾਂ ਨੂੰ ਹੱਕ ਆ ਕਿ ਉਹ ਕਹਿਣ ਜੋ ਕੇਜਰੀਵਾਲ ਸਾਹਿਬ ਨੇ ਲਿਖ ਦਿੱਤਾ ਉਹ ਇੱਕ ਪਵਿੱਤਰ ਸ਼ਬਦ ਆ, ਉਸ ਸ਼ਬਦ ਦੀ ਕੋਈ ਉਲੰਘਣਾ ਨਹੀਂ ਹੋ ਸਕਦੀ। ਪਰ ਮੇਰੇ ਮੁਤਾਬਕ ਸਾਨੂੰ ਇਹ ਕੰਮ ਕਰਨਾ ਪਏਗਾ ਜੇ ਅਸੀਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਨੂੰ ਇੰਨੇ ਸਾਲ ਭੁਗਤ ਕੇ ਉਹਦੇ ਤੋਂ ਅੱਕੇ ਹੋਏ ਆ ਤਾਂ ਸਾਨੂੰ ਇਸ ਗੱਲ ਦਾ ਵੀ ਹੱਕ ਜਾਂਦਾ ਤੇ ਜਿਹਨੂੰ ਅਸੀਂ ਬਦਲ ਵਜੋਂ ਚੁਣਨਾ ਚਾਹੁੰਦੇ ਆ ਉਹਨੂੰ ਵੀ ਅਸੀਂ ਚੈੱਕ ਕਰੀਏ। ਇਹ ਕਹਿ ਦੇਣਾ ਕਿ ਕੋਈ ਗੱਲ ਨਹੀਂ ਜਦੋਂ ਸਰਕਾਰ ਬਣੇਗੀ ਉਹਦੇ ਆਧਾਰ ਉੱਤੇ ਚੈੱਕ ਕਰ ਲਵਾਂਗੇ। ਹੁਣ ਜੇ ਦਿੱਲੀ ਦੇ ਵਿੱਚ ਸਰਕਾਰ ਬਣੀ ਆ ਤਾਂ ਇਹ ਇੱਕ ਰਿਕਾਰਡ ਹੈ ਕਿ ਇੰਨੇ ਥੋੜੇ ਸਾਲਾਂ ਦੇ ਵਿੱਚ ਇੰਨੇ ਲੋਕ ਇੰਨੇ ਵਿਵਾਦਾਂ ਦੇ ਵਿੱਚ ਫਸ ਗਏ ਨੇ। ਸਭ ਤੋਂ ਜ਼ਿਆਦਾ ਐਮਐਲਏ 12-13 ਐਮਐਲਏ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਕੇਸਾਂ ਦੇ ਵਿੱਚ ਫਸੇ ਨੇ। ਮੈਂ ਇੱਕ ਤੋਂ ਵੱਧ ਵਾਰੇ ਕਹਿ ਸਕਦਾ ਕਿ ਹੋ ਸਕਦਾ 12-13 ਦੇ ਵਿੱਚੋਂ 1-2-3 ਕੇਸ ਝੂਠੇ ਵੀ ਹੋਣ, ਪਰ ਸਾਰੇ ਝੂਠੇ ਨਹੀਂ ਹੋ ਸਕਦੇ। ਪਰ ਜੇ ਇਦਾਂ ਵਾਪਰਿਆ ਵਾ ਦਿੱਲੀ ਦੇ ਵਿੱਚ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਵਾਈਫਾਈ ਨਹੀਂ ਆਇਆ, ਮੈਂ ਤੇ ਉਹਦੇ ਬਾਰੇ ਤਕਨੀਕੀ ਤੌਰ ਤੇ ਬਹੁਤਾ ਨਹੀਂ ਜਾਣਦਾ, ਹਰਪ੍ਰੀਤ ਜੀ ਉਹਦੇ ਬਾਰੇ ਬਹਿਸ ਜ਼ਿਆਦਾ ਮੇਰੇ ਨਾਲੋਂ ਕਰ ਸਕਦੇ ਨੇ ਕਿ ਕਿਉਂ ਨਹੀਂ ਆਇਆ। ਤੇ ਜੇ ਕੋਈ ਆ ਕੇ ਇੱਕ ਬੰਦਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਬੋਲਦਾ ਉਹ ਇਹ ਕਹਿ ਦਿੰਦਾ ਕਿ ਨਹੀਂ ਵਾਈਫਾਈ ਦੇ ਉੱਤੇ ਬੜਾ ਕੰਮ ਹੋ ਰਿਹਾ, ਹਰਪ੍ਰੀਤ ਜੀ ਉਹਨੂੰ ਟੋਕਦੇ ਆ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਕੋਈ ਨਿੰਦਾ ਕਰ ਰਹੇ ਹਾਂ। ਅਸੀਂ ਤਾਂ ਸਿਰਫ ਇਹ ਕਹਿ ਰਹੇ ਕਿ ਜੋ ਨਹੀਂ ਹੋਇਆ ਉਹਨੂੰ ਸਵੀਕਾਰ ਕਰੋ, ਜੋ ਕਰ ਸਕਦੇ ਹੋ ਉਹ ਵਾਅਦਾ ਕਰੋ, ਜਿਹੜਾ ਨਹੀਂ ਕਰ ਸਕਦੇ ਉਹ ਵਾਅਦਾ ਨਾ ਕਰੋ। ਜਦੋਂ ਤੁਸੀਂ 25 ਲੱਖ ਰੁਜ਼ਗਾਰ ਦੇਣ ਦਾ ਵਾਅਦਾ ਕਰਦੇ ਹੋ 5 ਸਾਲਾਂ ਦੇ ਵਿੱਚ, ਜਿਹੜੀ ਚੀਜ਼ ਪ੍ਰੈਕਟੀਕੇਬਲ ਨਹੀਂ, ਜਾਂ ਤੁਹਾਨੂੰ ਸਾਬਤ ਕਰਨਾ ਪਵੇਗਾ ਕਿ ਅਸੀਂ ਕਿਵੇਂ ਪ੍ਰੈਕਟੀਕੇਬਲ ਕਰ ਸਕਦੇ ਹਾਂ। ਇਹ ਇੱਕ ਸੱਚਾਈ ਆ। ਜੇ ਪੰਜਾਬ ਹੋ ਜਿਵੇਂ 2 ਸਾਲਾਂ ਲਈ ਤੁਸੀਂ ਟੈਕਸ ਮਾਫ ਕਰ ਦੇਣ ਦੀ ਗੱਲ ਕਰਦੇ ਹੋ, ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਕੀ ਇਹ ਬਿਮਾਰ ਇੰਡਸਟਰੀ ਦੇ ਉੱਤੇ 2 ਸਾਲਾਂ ਲਈ ਮਾਫ ਕੀਤਾ ਜਾ ਰਿਹਾ, ਨਵੀਂ ਲੱਗਣ ਵਾਲੀ ਦੇ ਉੱਤੇ ਕੀਤਾ ਜਾ ਰਿਹਾ। ਜੇ ਨਵੀਂ ਲੱਗੇ ਕੀ ਤਾਂ ਪੰਜਾਬ ਦੇ ਵਿੱਚ ਕੀ ਵਾਪਰੇਗਾ, ਕਿਉਂਕਿ ਪੰਜਾਬ ਦੇ ਵਿੱਚ ਸਾਰੀ ਦੀ ਸਾਰੀ ਭੂਮੀ ਖੇਤੀ ਦੇ ਅੰਡਰ ਆ। ਜਦੋਂ ਵੀ ਨਵੀਂ ਇੰਡਸਟਰੀ ਲੱਗੇਗੀ ਕਿਸਾਨਾਂ ਦੇ ਨਾਲ
टकराਅ आएगा, उदों नवीं इंडस्ट्री लाउणी किन्नी औखी आ, ते जे नहीं लगदी ते रोजगार किवें दित्ते जाणगे। जिन्नियां सरकारी असामियां खाली ने, जिन्नियां साडे कोले बीमार सनतां ने, उन्नियां दे आधार दे उत्ते 25 लाख रोजगार नहीं पैदा कीते जा सकदे। ਇਹ सच्चाई है। इस तो कोई जे इनकार करदा असीं की कर सकदे हां। जे उन्हां नूं लगदा कि असीं ਇਹਦੇ ਤੇ सवाल उठा के आम आदमी पार्टी ਦੀ निंदा करदे हां ਤਾਂ ਉਹਨੂੰ ਖੁਸ਼ੀ ਆ, ਉਹਨੂੰ ਸਾਬਤ ਕਰਨਾ ਪਵੇਗਾ ਕਿ 25 ਲੱਖ ਕਿਵੇਂ ਦੇ ਸਕਦੇ ਅਸੀਂ। ਤੇ ਇਹ ਸਵਾਲ ਹੀ ਖੜਾ ਕਰ ਰਹੇ ਆ ਨਾ, ਕਿਵੇਂ ਦੇ ਸਕਦੇ ਹੋ? ਸਾਨੂੰ ਲੱਗਦਾ ਨਹੀਂ ਦਿੱਤਾ ਜਾ ਸਕਦਾ। ਥੈਂਕ ਯੂ। ਸੀਪੀ ਸਿੰਘ ਜੀ, ਮੈਂ ਚਾਹਾਂਗਾ ਕਿ ਸਮਾਂ ਬਹੁਤ ਥੋੜਾ, ਤੁਸੀਂ ਵੀ ਜਿਹੜਾ ਚੱਲਦੇ ਚੱਲਦੇ ਕੀ ਕਹਿਣਾ ਚਾਹੋਗੇ? ਮੈਂ ਇਸ ਤੋਂ ਬਾਅਦ ਕੁਝ ਮੈਨੀਫੈਸਟੋ ਦੇ ਬਾਰੇ ਜ਼ਰੂਰ ਗੱਲ ਕਰਨੀ ਚਾਹੂੰਗਾ ਐਂਡ ਦੇ ਵਿੱਚ। ਹਾਂਜੀ 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 ਕੁਲਵੀਰ ਜੀ, ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਕਹੂੰਗਾ। ਤੁਸੀਂ ਗੁੰਡਾ ਰਾਜ ਦੀ ਗੱਲ ਕਰ ਰਹੇ ਹੋ, ਤੁਸੀਂ ਗੁੰਡਾ ਟੈਕਸ ਦੀ ਗੱਲ ਕਰ ਰਹੇ ਹੋ, ਤੁਸੀਂ ਅਨਿਯਮਿਤਤਾ ਦੀ ਗੱਲ ਕਰ ਰਹੇ ਹੋ ਜਿਹੜੀਆਂ ਇੰਡਸਟਰੀਅਲਿਸਟ ਦੇ ਨਾਲ ਫੇਸ ਕਰ ਰਹੇ ਨੇ ਉਹ। ਦੇਖੋ, ਜਦੋਂ ਕਿਸੇ ਦੀ ਸੱਟ ਤੇ ਅਸੀਂ ਮੱਲਮ ਲਗਾਉਂਦੇ ਆ ਨਾ ਸਰ, ਉਸ ਬੰਦੇ ਨੂੰ ਸਿੰਪੈਥੀ ਜ਼ਰੂਰ ਆਉਂਦੀ ਹੈ, ਲੇਕਿਨ ਉਹ ਮੱਲਮ ਜਿਹੜੀ ਕਿੰਨੀ ਕੁ ਇਫੈਕਟਿਵ ਹੈ ਉਹ ਬਾਅਦ ਚ ਪਤਾ ਚੱਲਦਾ ਹੈ। ਉਸੇ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਜਿਹੜਾ ਕੱਲ ਮੈਨੀਫੈਸਟੋ ਦੇ ਵਿੱਚ ਗੁੰਡਾ ਰਾਜ ਜਾਂ ਰੇਡ ਰਾਜ ਦੀ ਗੱਲ ਕੀਤੀ ਹੈ, ਰੇਡ ਰਾਜ ਨੂੰ ਖਤਮ ਕਰਨਾ ਸੋਲੂਸ਼ਨ ਨਹੀਂ ਹੈ। ਜੇ ਤੁਸੀਂ ਰੇਡ ਜੀ ਖਤਮ ਕਰ ਦੋਗੇ ਤਾਂ ਇੰਡਸਟਰੀਅਲਿਸਟ ਨੂੰ ਤਾਂ ਖੁੱਲਾ ਮਾਹੌਲ ਮਿਲ ਜਾਏਗਾ ਇਹ ਚੀਜ਼ਾਂ ਨੂੰ ਕਰਨ ਦਾ। ਖਤਮ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਉਸ ਟੀਮ ਨੂੰ ਰੋਕਦੇ ਹਾਂ ਅਨਆਫੀਸ਼ੀਅਲੀ ਲੋਕਾਂ ਨੂੰ ਤੰਗ ਕਰਨ ਲਈ। that is called ਗੁੰਡਾ ਰੇਡ ਰਾਜ। ਸੋ ਮੈਂ ਉਸ ਚੀਜ਼ ਨੂੰ ਕਹਿ ਰਿਹਾ, ਆਪਾਂ ਇਸ ਨੂੰ ਪ੍ਰੈਕਟੀਕਲੀ ਅਗਰ ਦੇਖੀਏ, ਰੇਡਾਂ ਬੰਦ ਕਰਨ ਨਾਲ ਤਾਂ ਤੁਸੀਂ ਜਿਹੜੀਆਂ ਕਰਪਸ਼ਨ ਹੋ ਰਹੀ ਹੈ ਉਸ ਨੂੰ ਹੋਰ ਬੜਾਵਾ ਦੇ ਦੋਗੇ। ਸਾਨੂੰ ਲੋੜ ਹੈ ਅੱਜ ਉਸ ਜਿਹੜੇ ਬੰਦੇ ਰੇਡ ਕਰਦੇ ਆ ਉਹ ਬਾਅਦ ਦੇ ਵਿੱਚ ਉਸ ਬੰਦਿਆਂ ਨੂੰ ਬਾਰ-ਬਾਰ ਹਰ ਇੱਕ ਪੁਆਇੰਟ ਤੇ ਆ ਕੇ ਤੰਗ ਕਰਕੇ ਕਲੈਕਸ਼ਨਸ ਕਰਦੇ ਨੇ, ਕਰਪਸ਼ਨਸ ਕਰਦੇ ਨੇ, ਉਸ ਚੀਜ਼ ਨੂੰ ਰੋਕਣ ਦੀ। ਔਰ ਇਹ ਕਿੰਨਾ ਪ੍ਰੈਕਟੀਕਲੀ ਸੰਭਵ ਹੈ ਉਹ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਆਪਣੇ ਬਸਤੇ ਦੇ ਵਿੱਚ ਇਸ ਦੀ ਕੀ ਸੋਲੂਸ਼ਨ ਪਾਇਆ ਹੋਇਆ, ਬਟ ਇਹ ਚੀਜ਼ ਨੂੰ ਰੋਕਣਾ ਬਹੁਤ ਹੀ ਟਫ ਹੋ ਜਾਂਦਾ ਕਿਸੇ ਟਾਈਮ ਤੇ ਆ ਕੇ। ਪਰ ਜੇ ਚੀਜ਼ੇ ਰੁਕ ਜਾਏ ਤਾਂ ਇਹ ਇੰਡਸਟਰੀਅਲਿਸਟ ਵਾਸਤੇ ਨਿਆਮਤ ਚੀਜ਼ ਸਿੱਧ ਹੋਏਗੀ, ਕਿਉਂਕਿ ਅੱਜ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਨਾਲ ਟੈਕਸ ਲੈ ਲਓ, ਇਲੈਕਟ੍ਰਿਸਿਟੀ ਦਾ ਰਾਜ ਲੈ ਲਓ, ਜਾਂ ਜੋ ਹੋਰ ਵੀ ਬਹੁਤ ਛੋਟੇ ਛੋਟੇ ਏਦਾਂ ਦੇ ਕਲੈਕਸ਼ਨ ਏਜੰਟਸ ਬਣੇ ਹੋਏ ਨੇ ਫਿਨ ਸਾਹਿਬ, ਜਿਹੜੇ ਕਿ ਇੰਡਸਟਰੀ ਨੂੰ ਖਤਮ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ ਹੋਇਆ ਉਹਨਾਂ ਨੇ। ਸੋ ਇਸ ਚੀਜ਼ ਨੂੰ ਰੋਕਣ ਦੀ ਲੋੜ ਹੈ। ਇਹਨੂੰ ਕਿੰਨਾ ਪ੍ਰੈਕਟੀਕਲੀ ਉਹ ਇੰਪਲੀਮੈਂਟ ਕਰਦੇ ਆ ਇਹ ਤਾਂ ਹੁਣ ਇਲੈਕਸ਼ਨ ਤੋਂ ਬਾਅਦ ਜਾਂ ਉਹਨਾਂ ਦੇ ਜਿੱਤਣ ਤੋਂ ਬਾਅਦ ਹੀ ਪਤਾ ਚੱਲੇ। ਜੇ ਮੈਂ ਗੱਲ ਕਰਾਂ ਜੀ, ਜਿਸ ਤਰੀਕੇ ਨਾਲ ਮੈਂ ਸ਼ੁਰੂ ਵਿੱਚ ਕਿਹਾ ਸੀ, ਲੁਧਿਆਣੇ ਦੀਆਂ ਜਿਹੜੀਆਂ ਲੀਡਿੰਗ ਇੰਡਸਟਰੀਜ਼ ਹੈਗੀਆਂ, ਜਿਹੜੇ ਉਹਨਾਂ ਦੇ ਉੱਥੇ ਦੇ ਉਹਨਾਂ ਦੇ ਪ੍ਰੈਜ਼ੀਡੈਂਟ ਜਾਂ ਚੇਅਰਮੈਨਸ ਹੈਗੇ, ਉਹਨਾਂ ਵੱਲੋਂ ਮਿਕਸ ਰਿਐਕਸ਼ਨ ਆਇਆ ਸੀ। ਪ੍ਰੋਗਰਾਮ ਦੇ ਐਂਡ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਜੇ ਇੰਡਸਟਰੀਅਲਿਸਟ ਇਹ ਮਹਿਸੂਸ ਕਰਦੇ ਆ ਕਿ ਇਹ ਮੈਨੀਫੈਸਟੋ ਵੀ ਸਿਆਸਤ ਤੋਂ ਪ੍ਰਭਾਵਿਤ ਹੈ, ਤਾਂ ਉਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਰੇਡ ਰਾਜ, ਗੁੰਡਾ ਰਾਜ, ਸੈਂਡ ਐਂਡ ਗ੍ਰੈਵਲ ਮਾਫੀਆ, ਲੀਕਰ ਮਾਫੀਆ, ਇੰਸਪੈਕਟਰ ਰਾਜ, ਬਾਦਲਾਂ ਤੋਂ ਬੱਸਾਂ ਖੋਹਣੀਆਂ, ਇਹ ਜਿਹੜੇ ਬਹੁਤ ਸਾਰੇ ਨੁਕਤੇ ਜਿਹੜੇ ਕੀਤੇ ਗਏ ਨੇ ਜਾਂ ਬਹੁਤ ਸਾਰੇ ਪੁਆਇੰਟ ਜਿਹੜੇ ਚੱਕੇ ਗਏ ਨੇ, ਉਹ ਚੱਕੇ ਗਏ ਨੇ ਜਿਹੜੇ ਮੌਜੂਦਾ ਸਰਕਾਰ ਦੇ ਖਿਲਾਫ ਜਾਂ ਉਹਨਾਂ ਦੇ ਲੂਪ ਹੋਲਸ ਹੈਗੇ ਨੇ, ਜਾਂ ਉਹਨਾਂ ਦੇ ਖਿਲਾਫ ਜੋ ਆਮ ਤੌਰ ਤੇ ਜੁਮਲੇ ਦੇ ਤੌਰ ਤੇ ਵਰਤੇ ਜਾਂਦੇ ਨੇ, ਉਹੀ ਮੈਨੀਫੈਸਟੋ ਦੇ ਵਿੱਚ ਵਰਤੇ ਗਏ ਨੇ। ਸ਼ਾਇਦ ਇਸ ਗੱਲ ਤੋਂ ਜਿਹੜੇ ਹੈਗੇ ਇੰਡਸਟਰੀ ਦੇ ਲੋਕ ਜਿਹੜੇ ਹੈਗੇ ਨੇ ਉਹ ਸਮਝਦੇ ਨੇ ਕਿ ਇਹਦੇ ਵਿੱਚ ਗੰਭੀਰਤਾ ਘੱਟ ਹੈ ਤੇ ਰਾਜਨੀਤੀ ਜ਼ਿਆਦਾ ਦਿਖਦੀ ਹੈ। ਜੇ ਮੈਂ ਗੱਲ ਕਰਾਂ ਜਿਨ੍ਹਾਂ ਮੁੱਦਿਆਂ ਨੂੰ ਬਿਲਕੁਲ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਨੇ, ਕਿਉਂਕਿ ਪੰਜਾਬ ਐਗਰੀਕਲਚਰ ਦੇ ਨਾਲ ਖੇਤੀ ਪ੍ਰਧਾਨ ਸਟੇਟ ਹੈ, ਉਹਦੇ ਵਿੱਚ ਖੇਤੀ ਦੇ ਨਾਲ ਜੁੜੇ ਹੋਏ ਕਾਰੋਬਾਰਾਂ ਨੂੰ ਐਡਰੈਸ ਕਰਨਾ ਮੇਰਾ ਖਿਆਲ ਆ ਬਹੁਤ ਜ਼ਰੂਰੀ ਬਣਦਾ ਸੀ, ਕਿਉਂਕਿ ਦੋਨੋਂ ਗੱਲਾਂ ਉਹਦੇ ਵਿੱਚ ਸੰਭਵ ਹੁੰਦੀਆਂ ਸਨ ਕਿ ਪੰਜਾਬ ਦੇ ਕਿਸਾਨ ਨੂੰ ਵੀ ਇੱਕ ਕਿਸੇ ਤਰੀਕੇ ਨਾਲ ਇੰਡਸਟਰੀ ਦੇ ਨਾਲ ਐਸੋਸੀਏਟ ਕਰਨ ਦੀ ਜ਼ਰੂਰਤ ਹੈਗੀ ਆ ਅੱਜ ਦੇ ਮਾਡਰਨ ਯੁੱਗ ਦੇ ਵਿੱਚ। ਸ਼ਬਦੀਪ ਜੀ ਨੇ ਗੱਲ ਕੀਤੀ ਹੈ ਕਿ ਜਿਹੜਾ ਕਿਰਤੀ ਹੈ, ਜਿਹੜਾ ਲੋਕਾਂ ਨੇ ਕੰਮ ਕਰਨਾ ਹੈ ਇੰਡਸਟਰੀ ਦੇ ਵਿੱਚ, ਉਹਨਾਂ ਨੂੰ ਐਡਰੈਸ ਨਹੀਂ ਕੀਤਾ ਗਿਆ। ਇੱਕ ਇਹ ਵੀ ਬਹੁਤ ਵੱਡੀ ਆਪਾਂ ਮੰਨ ਸਕਦੇ ਹਾਂ ਕਿ ਖਾਮੀ ਹੈ ਇਸ ਮੈਨੀਫੈਸਟੋ ਦੇ ਵਿੱਚ। ਜੇ ਮੈਂ ਗੱਲ ਕਰਾਂ ਤਾਂ ਖੰਡ ਮਿੱਲਾਂ ਦੀ ਬਿਲਕੁਲ ਗੱਲ ਨਹੀਂ ਕੀਤੀ ਗਈ, ਫੂਡ ਪ੍ਰੋਸੈਸਿੰਗ ਪਲਾਂਟਾਂ ਦੀ ਗੱਲ ਨਹੀਂ ਕੀਤੀ ਗਈ, ਜਿਹੜੇ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਬਣ ਸਕਦੇ ਨੇ। ਪੰਜਾਬ ਐਗਰੀਕਲਚਰ ਪ੍ਰਧਾਨ ਸਟੇਟ ਹੈਗੀ ਆ। ਜੇ ਆਪਾਂ ਕਹੀਏ ਬਦਲਵੀਂ ਖੇਤੀ ਜਿਹੜੀ ਕਿ ਆਪਾਂ ਜਿਹਨੂੰ ਕਾਰੋਬਾਰੀ ਤੌਰ ਦੇ ਉੱਪਰ ਆਪਾਂ ਕਰਵਾ ਸਕਦੇ ਹਾਂ ਪੰਜਾਬ ਦੇ ਵਿੱਚ, ਉਹਦੀ ਗੱਲ ਨਹੀਂ ਕੀਤੀ ਗਈ। ਫਲਾਂ ਦੀ ਕਾਸ਼ਤ ਤੇ ਉਹਨਾਂ ਨੂੰ ਪ੍ਰੋਸੈਸ ਕਰਨ ਲਈ ਯੂਨਿਟ ਲਾਉਣ ਦੀ ਗੱਲ ਨਹੀਂ ਕੀਤੀ ਗਈ। ਅਗਰ
खेती नाल संबंधित फूड प्रोसैसिंग प्लांट फलाना नाल संबंधित प्रोसैसिंग प्लांट लगते हैं तो उन्होंने स्टेट तो बाहर जाने की उम्मीद भी बहुत घट जाती है, क्योंकि उन्हों का जो रॉ मटीरियल है वो स्टेट के अंदर होगा। उन्होंने डिवेलप करने की मेरा ख्याल लोड़ है। दोनों जिमीदार तो इंडस्ट्रीज दोनों वो जोड़े है अगे चल सकते हैं। मेरी अपनी राय है ये जे एक सैगमेंट होर देखा जाए जिहदे उपर बिल्कुल गल नहीं की गई, पोल्ट्री के उपर बिल्कुल गल नहीं की गई, मच्छी पालन के उपर बिल्कुल गल नहीं की गई, जां इस तरीके के होर जिहड़े धंधे हैगे ने जिहड़े कि आपां कह सकते कारोबारियां ते किसानां दोनों नूं जोड़ भी सकते हैं और मुनाफे वाले हो सकते हैं, उहदे उपर गल नहीं की गई। इस करके शायद जिहड़े पंजाब के कारोबारी ने उन्हां नूं लगदा कि ये जिहड़ा मैनीफेस्टो है ये इंडस्ट्री की जां पंजाब दे विच कारोबारियां दी ग्रोथ वास्ते जिहड़ा हैगा ज़्यादा फिट नहीं हैगा, सियासत वास्ते ज़्यादा फिट हैगा। इस दे नाल ही समा हो गया कि आपां ये जिहड़ी अज दी गलबात हैगा इहनूं समाप्त करिए। सीपी जी, अजीत जी ते शबदीत जी मेरे नाल इस सैगमेंट में जुड़ने वास्ते तुहाडा बहुत बहुत धन्नवाद। तो खास तौर पर मेरे नाल जिहड़े भी कॉलर जुड़े ने अज उन्हां दी अपनी राय देने वास्ते बहुत बहुत धन्नवाद। तो प्रोग्राम देख रहे सारे दर्शकों का भी कुलवीर थिंद वालों बहुत बहुत धन्नवाद जी। सत श्री अकाल।